ਹਾਂਜੀ ਹਾਂਜੀ। ਤੇ ਗੱਲ ਆਪਾਂ ਕੀ ਕਰਨੀ ਆ ਹੁਣ, ਇਹ ਸੋਚ ਲੈਂਦੇ ਆ। ਹਾਂ ਨਹੀਂ, ਉਹ ਉੱਥੋਂ ਗੱਲ ਸ਼ੁਰੂ ਕਰੋ ਨਾ ਜਿੱਥੇ ਪਿਛਲੀ ਵਾਰੀ ਛੱਡੀ ਸੀ। ਪਿਛਲੀ ਵਾਰੀ ਆਪਾਂ ਸੋਚ ਰਿਹਾ ਸੀ ਕਿ ਕਰੀਏ ਥੋੜਾ ਜਿਹਾ ਕਿ ਅੱਗੇ ਹੁਣ ਮੈਡੀਸਨ ਨੇ ਕਿੱਧਰ ਨੂੰ ਜਾਣਾ, ਤੇ ਉਹਦੇ ਚ AI ਦਾ ਤੇ ਹਿਊਮਨ ਇੰਟੈਲੀਜੈਂਸ ਦਾ ਕਿੱਧਰਲੀ ਸਾਈਡ ਨੂੰ ਗੱਲ ਜਾਏਗੀ। ਇੱਥੇ ਹੀ ਸੀ ਮੇਰਾ ਖਿਆਲ। ਪਹਿਲੇ ਜਿਹੜੀ ਹੈ ਨਾ ਗੱਲ, ਮਤਲਬ ਹਿਸਟੋਰੀਕਲੀ ਦੇਖੀਏ ਕਿ ਜਿਹੜੀ ਪਹਿਲਾ ਦੌਰ ਹੈ ਜਦੋਂ ਯਾਨੀ ਮਤਲਬ ਜਿਹੜਾ ਇੰਡਸਟਰੀਅਲਾਈਜੇਸ਼ਨ ਤੋਂ ਪਹਿਲੇ ਦਾ ਦੌਰ ਹੈ, ਹਾਂਜੀ ਜਿੰਨਾ ਚਿਰ ਮਸ਼ੀਨ ਔਰ ਮਸ਼ੀਨੀ ਪੈਦਾਵਾਰ ਨਹੀਂ ਆਈ, ਤੇ ਮੇਰਾ ਖਿਆਲ ਹੈ ਕਿ ਬੰਦੇ ਦਾ ਜਿਹੜਾ ਬਾਡੀ ਸੀਗੀ ਉਹਨੂੰ ਹੋਲ ਦੇ ਤੌਰ ਤੇ ਲਿਆ ਜਾਂਦਾ ਸੀ। ਠੀਕ ਹੈ। ਮਤਲਬ ਇਹ ਹੈ ਕਿ ਜਿਹੜੇ ਦੇਸੀ ਹਕੀਮ ਨੇ, ਨੂਰ ਸਾਹਿਬ ਨੂੰ ਪਤਾ ਹੋਏਗਾ ਕਿ ਇਹ ਹਮੇਸ਼ਾ ਕਹਿੰਦੇ ਸਨ ਕਿ ਇਹ ਤੇਰਾ ਜਿਸਮ ਜਿਹੜਾ ਬਾਦੀ ਹੈ, ਤੇਰਾ ਜਿਹੜਾ ਗਰਮੀ ਜਿਸਮ ਹੈ, ਤੇ ਉਹ ਪੂਰੇ ਜਿਸਮ ਦੀ ਇੱਕ ਖਾਸੀਅਤ ਜਿਹੜੀ ਹੈ ਉਹ ਦੱਸਦੇ ਸਨ। ਉਹ ਦੱਸਦੇ ਪਏ ਸੀ ਨਾ, ਜਿਹੜੇ ਹਿਊਮਰਸ ਦਾ ਜਿਹੜਾ ਹਿਊਮਰਸ ਦਾ ਸੀਗਾ ਦੌਰ, ਜਦੋਂ ਹਿਊਮਰ ਸਮਝਦੇ ਸੀ ਪਿੱਤਾ ਤੇ ਕੀ ਸੀ ਉਹ ਸਭ ਕੁਝ। ਹਿਊਮਰਸ ਥਿਊਰੀ ਹੈਗੀ ਕਿ ਸਾਡੇ ਬਾਡੀ ਦੇ ਵਿੱਚ ਫਲੂਇਡਸ ਨੇ, ਉਹ ਕਹਿੰਦੇ ਸੀ 4 ਤਰ੍ਹਾਂ ਦੇ ਫਲੂਇਡ ਹੈ ਕਿ ਜਿਨ੍ਹਾਂ ਦੇ ਕਰਕੇ ਇੰਬੈਲੈਂਸ ਹੋਣ ਨਾਲ ਤਾਂ ਬਿਮਾਰੀ ਹੋ ਜਾਂਦੀ ਆ, ਤੇ ਜੇ ਉਹਨਾਂ ਨੂੰ ਬੈਲੈਂਸ ਠੀਕ ਰੱਖੀਏ ਤਾਂ ਬਿਮਾਰੀ ਠੀਕ ਕਰ ਸਕਦੇ ਆ। ਬਿਲਕੁਲ ਬਿਲਕੁਲ। ਤੇ ਇਹ ਹਾਲੇ ਆਪਣੇ ਵੀ ਚੱਲਦਾ ਪਿੰਡਾਂ ਦੇ ਵਿੱਚ। ਤੁਸੀਂ ਦੇਖੋ ਕਿਸੇ ਨੂੰ ਜੀ ਕਹਿੰਦੀ ਵਾਈ ਹੋ ਗਈ ਆ, ਤੇ ਕਿਸੇ ਨੂੰ ਰੇਸ਼ਾ ਹੋ ਗਈ ਆ, ਤੇ ਕਿਸੇ ਨੂੰ ਵਾਈ ਹੋ ਗਈ, ਬਾਦੀ ਹੋ ਗਈ। ਹਾਂ, ਔਰ ਉਹਨਾਂ ਨੇ ਤੇ ਆਪਣੇ ਖਾਣੇ ਵੀ ਜਿਹੜੇ ਆਪਣੇ ਹੈਗੇ ਆ ਉਹ ਡਿਵਾਈਡ ਕੀਤੇ। ਇਹ ਗਰਮ ਹੈਗਾ ਤੁਹਾਡੇ ਲਈ, ਅੰਡੇ ਗਰਮ ਹੈ, ਤੇ ਪਿੰਨੀਆਂ ਬਣਾਓ ਸਰਦੀਆਂ ਲਈ, ਉਹ ਵਧੀਆ ਚੀਜ਼ ਹੈ। ਤੇ ਇਦਾਂ ਦਾ ਹਰ ਇਹ ਫਿਲਾਸਫੀ ਹੌਲੀ ਚੱਲਦੀ ਸੀ। ਆਹੋ, ਨਹੀਂ ਪਰ ਮਤਲਬ ਇਹ ਇਸ ਹੈ ਫਿਲਾਸਫੀ ਦਾ ਜਿਹੜਾ ਕਿ ਵੀ ਪਿੰਨੀਆਂ ਬਣਾਓ ਤੁਸੀਂ ਸਰਦੀਆਂ ਦੇ ਵਿੱਚ, ਇਹਦੇ देयर इज अ ਸਾਇੰਸ ਬਿਹਾਈਂਡ ਇਟ, ਬਿਕਾਜ਼ ਯੂ ਨੀਡ ਕੈਲੋਰੀਜ਼। ਔਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪਿੰਨੀਆਂ ਸ਼ਿੰਨੀਆਂ ਸਰਦੀਆਂ ਦੀਆਂ ਹੁੰਦੀਆਂ ਸੀ, ਕੈਲੋਰੀ ਇੰਟੈਂਸਿਵ ਹੁੰਦੀਆਂ ਸੀ ਨਾ। ਸੋ ਹਾਂ, ਤਾਂ ਕੈਲੋਰੀ ਬਰਨ ਕਰੋਗੇ ਤਾਂ ਗਰਮੀ ਆਏਗੀ। ਸੋ देयर वाज सम काइंड ऑफ अ साइंस बिहाइंड इट। ਹਾਂ, ਲੇਕਿਨ ਤੁਸੀਂ ਇਹ ਦੇਖੋ ਨਾ, ਜਿਹੜੀ ਪਿੰਨੀਆਂ ਬਣਾਉਣਾ ਤੇ ਸਾਰੀਆਂ ਚੀਜ਼ਾਂ, ਇਹ ਕੋਈ ਹਰ ਬੰਦਾ ਤੇ ਅਫੋਰਡ ਕਰ ਨਹੀਂ ਸੀ ਸਕਦਾ। ਇਹ ਤੇ ਸਿਰਫ ਉਹ ਜਿਹੜੇ ਵੈਲ ਟੂ ਡੂ ਲੋਕ ਸਨ ਉਹਨਾਂ ਦੀਆਂ ਹੀ ਸਨ ਨਾ। ਲੇਕਿਨ ਇਹ ਹੈ ਕਿ ਮੇਰਾ ਮਤਲਬ ਹੈ ਕਿ ਜੇ ਅਸੀਂ ਮੈਡੀਸਨ ਨੂੰ ਔਰ ਹਿਸਟਰੀ ਨੂੰ ਰਲਾ ਕੇ ਦੇਖਣਾ ਹੈ, ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਪਹਿਲਾ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਜਿਹੜਾ ਬੰਦੇ ਦਾ ਸਰੀਰ ਹੈ, ਜੁੱਸਾ ਹੈ, ਉਹ ਇੱਕ ਕੁੱਲ ਦੇ ਤੌਰ ਤੇ ਉਹਨੂੰ ਲਿਆ ਜਾਂਦਾ ਹੈ, ਔਰ ਉਹ ਇਹ ਦੇਖਿਆ ਜਾਂਦਾ ਕਿ ਕੁੱਲੀ ਤੌਰ ਤੇ ਕਿਵੇਂ ਕੰਮ ਕਰਦਾ ਹੈ। ਮਤਲਬ ਜੇ ਉਹਦੇ ਚ ਬਾਦੀ ਹੈ ਜਾਂ ਵਾਈ ਹੈ ਜਾਂ ਕੋਈ ਵੀ ਹੈ, ਤੇ ਉਹ ਕੁੱਲ ਨੂੰ ਠੀਕ ਕਰਨ ਲਈ ਉਹਨੂੰ ਠੀਕ ਕਰਨਾ ਹੈ। ਹਾਂਜੀ, ਹਾਂਜੀ ਆ ਗਏ ਨੇ, ਆ ਗਏ। ਚਲੋ, ਤੁਹਾਡਾ ਬੜਾ ਇੰਤਜ਼ਾਰ ਸੀ ਸਰ। ਅੱਜ ਜੋ ਫਾਲ ਹੈ ਨਾ, ਤਾਂ ਨਵੇਂ ਸਟੂਡੈਂਟਸ ਵਗੈਰਾ ਆਉਂਦੇ, ਤਾਂ somebody just came to see me, ਓਹ ਹਾਊ ਨਾਈਸ, ਇਸ ਕਰਕੇ ਬਿਜ਼ੀ ਹੋ ਗਏ। ਚਲੋ that is nice। ਅੱਛਾ ਡਾਕਟਰ ਸਾਹਿਬ, ਇੱਕ ਹੋਰ ਵੀ ਗੱਲ ਕਰ ਰਹੇ ਸੀ ਆਪਾਂ ਪਿਛਲੀ ਵਾਰੀ ਕਿ ਕਿਵੇਂ ਫਿਲਾਸਫਰ ਜਿਹੜੇ ਨੇ ਉਹੀ ਹਕੀਮ ਵੀ ਹੁੰਦੇ ਸੀ। ਆਹ ਇਸ ਲਈ ਜਿਹੜਾ ਪਰਸ਼ੀਅਨ ਹੈ, ਔਰ ਪਰਸ਼ੀਅਨ ਦੇ ਵਿੱਚ ਇੱਕ ਹੀ ਲਫ਼ਜ਼ ਹੈ ਨਾ, ਹਕੀਮ, ਯਾਨੀ ਫਿਲਾਸਫਰ ਵਾਸਤੇ ਤੇ ਮੈਡੀਸਨ ਪ੍ਰੈਕਟੀਸ਼ਨਰ ਵਾਸਤੇ ਵੀ। ਬਿਲਕੁਲ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇਹ ਤਾਂ ਅੱਜ ਕੱਲ੍ਹ ਵੀ ਚੱਲ ਰਿਹਾ ਕਿ ਜਿਹੜੇ ਸਾਧੂ ਸੰਤਾਂ ਨੇ ਆਪਣੀ ਕੋਈ ਫਿਲਾਸਫੀ ਪ੍ਰੋਪਗੇਟ ਕਰਨੀ ਆ ਜਾਂ ਜੋ ਵੀ ਕੁਝ ਕਰਨਾ, ਉਹ ਦਵਾਈਆਂ ਦਾ ਵਿੱਚ ਚੱਕਰ ਜ਼ਰੂਰ ਰੱਖਦੇ ਨੇ। ਔਰ ਸਾਡੇ ਇੱਕ ਅਸੀਂ ਜਾਣਦੇ ਸੀ, ਇੱਕ ਸਾਧੂ ਸੰਤ ਜਿਹਾ ਹੁੰਦਾ ਸੀ, ਉਹਨਾਂ ਨੇ ਡੇਰੇ ਦੇ ਵਿੱਚ ਬੜੇ ਲੋਕ ਪਿੱਛੇ ਲਾਏ ਸੀ, ਤੇ ਉਹਨਾਂ ਨੂੰ ਦਵਾਈਆਂ ਦਿੰਦਾ ਸੀ, ਪੁੜੀਆਂ ਦਿੰਦਾ ਸੀ। ਤੇ ਮੈਂ ਮੈਡੀਕਲ ਸਕੂਲ ਦੇ ਵਿੱਚ ਸੀਗਾ, ਤੇ ਇੱਕ ਵਾਰੀ ਸਾਡੇ ਕੋਲ ਆ ਗਏ ਉਹ ਸਾਧੂ ਸੰਤ ਜਿਹੇ, ਕਹਿੰਦੇ ਵੀ ਇਸ ਤਰ੍ਹਾਂ ਗੱਲ ਹੈ ਕਿ ਆਪਾਂ ਫਾਰਮੇਸੀ ਤੋਂ ਦਵਾਈਆਂ ਲੈਣੀਆਂ। ਤੇ ਮੈਂ ਨਾਲ ਚਲਾ ਗਿਆ ਉਹਨਾਂ ਦੇ, ਤੇ ਉਹਨਾਂ ਨੇ ਦਵਾਈਆਂ ਇੱਕ ਤਾਂ ਕੋਈ ਸਟੀਰੋਇਡ ਦੀਆਂ ਗੋਲੀਆਂ ਲੈ ਲਈਆਂ, ਤੇ ਕੋਈ ਗੋਲੀਆਂ ਲੈ ਲਈਆਂ।
ਅੱਛਾ, ਉਹਨਾਂ ਨੂੰ ਉਹ ਪੀ ਕੇ, ਉਹੀ ਗੋਲੀਆਂ ਨੂੰ ਪੀ ਕੇ ਪੁੜੀਆਂ ਵੱਟ ਕੇ ਤੇ ਮਰੀਜ਼ਾਂ ਨੂੰ ਦਿੰਦੇ ਸੀ, ਤੇ ਉਹ ਸਟੀਰੋਇਡ ਨਾਲ ਤਾਂ ਸਾਰੇ ਹੀ ਠੀਕ ਹੋ ਜਾਂਦੇ ਆ। ਬਿਲਕੁਲ ਤੇ ਉਹਨਾਂ ਨੇ ਆਪਣਾ ਪੂਰੇ ਦਾ ਪੂਰਾ ਉਹ ਜੁਗਾੜ ਫਿੱਟ ਕੀਤਾ ਸੀਗਾ ਕਿ ਦਵਾਈਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਤਰੀਕਾ ਪੁੜੀਆਂ 'ਚ। ਮੇਰਾ ਐਵੇਂ ਤਾਂ ਨਹੀਂ ਲੋਕ ਗੀਤ ਬਣੇ ਹੋਏ, ਨੀ ਲੈਲਾ ਸਾਥ ਤੋਂ ਪੁੜੀਆਂ, ਲੈਲਾ ਸਾਥ ਤੋਂ ਨਸੀਬੋ ਪੁੜੀਆਂ, ਤੇਰੀ ਚੰਦਰੀ ਨੀਤ ਨੂੰ ਕੁੜੀਆਂ, ਨੀ ਘਰ ਘਰ ਪੁੱਤ ਜੰਮਦੇ। ਵਾਹ, ਕੀ ਬਾਤ ਹੈ ਤੁਹਾਡੇ। ਨੈਵਰ ਹਰਡ ਦੈਟ ਵਨ ਬਿਫੋਰ। ਇਹ ਬੜਾ ਮਸ਼ਹੂਰ ਲੋਕ ਗੀਤ ਆ, ਪੁਰਾਣਾ। ਸੁਰਿੰਦਰ ਕੌਰ ਨੇ ਵੀ ਗਾਇਆ ਹੋਇਆ ਹੈ। ਅੱਛਾ ਅੱਛਾ ਅੱਛਾ, ਇਹ ਮੇਰਾ ਇੱਕ ਜਿਹੜਾ ਬ੍ਰਦਰ ਇਨ ਲਾ ਸੀ, ਮੇਰੀ ਵੱਡੀ ਭੈਣ ਦਾ ਹਸਬੈਂਡ, ਉਹ ਪ੍ਰੈਕਟੀਸ਼ਨਰ ਸੀ ਹਕੂਮਤ ਦਾ, ਬਲਕਿ ਉਹ ਸਰਕਾਰੀ ਹਕੀਮ ਸੀ ਹਕੂਮਤ ਦੇ ਹਸਪੀਟਲ ਦੇ ਵਿੱਚ, ਯਾਨੀ ਦੇਸੀ ਹਕੀਮ ਸੀ ਉਖਾੜੇ 'ਚ। ਹਾਂਜੀ। ਤੇ ਉਹਦੇ ਕੋਲ ਬਹੁਤ ਲੋਕ ਆਉਂਦੇ ਸਨ ਰੋਜ਼ ਦਵਾਈਆਂ ਲੈਣ। ਅੱਛਾ, ਖਾਸ ਤੌਰ ਤੇ ਜਿਨ੍ਹਾਂ ਮੁੰਡਿਆਂ ਦਾ ਨਵਾਂ ਵਿਆਹ ਹੁੰਦਾ ਸੀ ਨਾ, ਉਹ ਜ਼ਰੂਰ ਆਉਂਦੇ ਸਨ। ਤੇ ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆਪਣਾ, ਮੈਂ ਮੌਲਵੀ ਸਾਹਿਬ ਕਹਿੰਦਾ, ਮੌਲਵੀ ਸਾਹਿਬ ਇਹ ਕੀ ਦਿੰਦੇ ਹੋ ਤੁਸੀਂ ਇਹਨਾਂ ਨੂੰ? ਉਹ ਕਹਿੰਦਾ ਕਾਕਾ ਕੁਛ ਵੀ ਨਹੀਂ ਦਿੰਦਾ, ਚੀਨੀ ਕੁੱਟ ਕੇ ਦੇ ਦਿੰਦਾ, ਤੇ ਇਹ ਸਮਝਦੇ ਨੇ ਕਿ ਇਹਦੇ ਨਾਲ ਇਹਨਾਂ ਦਾ ਹੌਸਲਾ ਵੱਧ ਜਾਂਦਾ। ਉਹੀ ਗੱਲ ਹੈ, ਗੱਲ ਉਹ ਹੈ ਜਿਹੜੀ ਅਸੀਂ ਬਹੁਤ ਸ਼ੁਰੂ 'ਚ ਕੀਤੀ ਸੀ ਨਾ, ਕਿ ਇਨਸਾਨ ਨੂੰ ਕੁਛ ਵੀ ਕਰਨ ਲਈ, ਅਨਸਰਟੇਨਿਟੀ ਦੇ ਉੱਤੇ ਕਾਬੂ ਪਾਉਣ ਲਈ ਹੌਸਲਾ ਚਾਹੀਦਾ ਹੁੰਦਾ ਹੈ। ਤੇ ਜਿਹੜੀ ਉਹ ਮੁਖਤਲਿਫ ਚੀਜ਼ਾਂ ਜਿਹੜੀਆਂ ਉਹ ਇਜਾਦ ਕਰਦਾ ਹੈ, ਉਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਐਕਚੁਅਲੀ ਕੋਈ ਸਾਇੰਟੀਫਿਕ ਪਰਪਸ ਨਹੀਂ ਹੁੰਦਾ। ਇਹ ਤੇ ਗੱਲ ਏਦਾਂ ਹੁੰਦੀ ਹੈ ਨਾ ਕਿ ਕਈ ਮੋਸਟ ਆਫ ਦ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ, ਉਹ ਆਪੇ ਹੀ ਸੈਲਫ ਲਿਮਿਟਿੰਗ ਹੁੰਦੀਆਂ ਨੇ, ਉਹ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਟਾਈਮ ਦੇ ਨਾਲ, ਦੇ ਆਰ ਸੈਲਫ ਲਿਮਿਟਿੰਗ। ਸੋ ਉਹ ਨਾਲੇ ਪਲੇਸੀਬੋ ਇਫੈਕਟ ਵੀ ਤਾਂ ਹੁੰਦਾ ਨਾ ਜੀ। ਪਲੇਸੀਬੋ ਇਫੈਕਟ ਇਜ਼ देयर, ਪਲੇਸੀਬੋ ਇਫੈਕਟ ਤੇ ਬਹੁਤ ਜ਼ਿਆਦਾ ਰਿਸਰਚ ਹੋਈ ਵੀ ਆ। ਐਗਜ਼ੈਕਟਲੀ। ਸੋ ਮੈਂ ਉਸੇ ਗੱਲ ਤੇ ਆ ਰਹੀ ਸੀ ਕਿ ਵੀ देयर इज ਇਵਨ ਉਹਨਾਂ ਦਾ ਵੀ ਜਿਹੜਾ ਹੈਗਾ ਹੈ, देयर इज a contribution of some kind, ਭਾਵੇਂ ਉਹ ਮਤਲਬ ਕਿ they are going about it in a different way, ਪਰ ਜਿਹੜਾ ਉਹਨਾਂ ਦਾ ਵੀ ਨਹੀਂ ਤੁਸੀਂ ਨਹੀਂ, ਅਗਰ ਤੁਸੀਂ ਨਹੀਂ, ਮੈਂ ਤੁਹਾਡੇ ਸਾਹਮਣੇ ਇੱਕ ਹੋਰ, ਚਲੋ ਠੀਕ ਹੈ, ਨਹੀਂ ਗਾਂ ਨੂੰ ਖਿਆਲ ਰੱਖਾਂਗੇ। ਹਾਂਜੀ, ਨਹੀਂ ਉਹ ਤਾਂ ਐਕਚੁਅਲੀ ਭਾਈ ਨੂੰ ਵੀ ਚਾਹੀਦਾ। ਤੁਸੀਂ ਜਸਪਾਲ ਜੀ ਮਿਊਟ ਕਰ ਲਓ। ਮੈਂ ਕਰਤਾ ਉਹਨਾਂ ਨੂੰ ਮਿਊਟ ਥੋੜੀ ਦੇਰ ਲਈ। ਅੱਛਾ, ਚਲੋ। ਮੈਂ ਇਹ ਕਹਿ ਰਿਹਾ ਸਾਂ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹਨਾਂ ਨੂੰ ਹਿਸਟੋਰੀਕਲ ਪਰਸਪੈਕਟਿਵ 'ਚ ਲਿਆਓ। ਮਿਸਾਲ ਦੇ ਤੌਰ ਤੇ ਸਵਾਲ ਇਹ ਹੈ ਕਿ ਹੁਣ ਜਿਹੜੀ ਲਾਈਫ ਐਕਸਪੈਕਟੈਂਸੀ ਹੈ, ਹੁਣ ਜਿਹੜੀ 2021 'ਚ ਲਾਈਫ ਐਕਸਪੈਕਟੈਂਸੀ ਕਿੰਨੀ ਹੈ? 19ਵੀਂ ਸਦੀ 'ਚ ਲਾਈਫ ਐਕਸਪੈਕਟੈਂਸੀ ਕੀ ਸੀਗੀ? 18ਵੀਂ 'ਚ ਕੀ ਸੀਗੀ? 10ਵੀਂ 'ਚ ਕੀ ਸੀਗੀ? 6ਵੀਂ 'ਚ ਕੀ ਸੀ? ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਜਦੋਂ ਆਪਣਾ BC ਦਾ ਜ਼ਮਾਨਾ ਸੀ, ਬਿਫੋਰ ਕ੍ਰਾਈਸਟ ਦਾ, ਤੇ ਉਦੋਂ ਲਾਈਫ ਐਕਸਪੈਕਟੈਂਸੀ ਕੀ ਸੀ? ਜਨਰਲੀ ਸਪੀਕਿੰਗ ਘੱਟ ਸੀ, ਆਬਵੀਅਸਲੀ ਘੱਟ ਸੀ, ਬਹੁਤ ਘੱਟ ਹੋਏਗੀ, ਬਹੁਤ ਘੱਟ ਸੀ। 30 35 29 ਸਾਲ ਸੀ। ਤੇ ਇਸੇ ਵਾਸਤੇ ਬੰਦਾ ਜਿਹੜਾ ਸੀ, ਉਹਨੂੰ ਅਸੀਂ ਕਹਿੰਦੇ ਨਾ ਜੀ, ਸਿਕੰਦਰ 18 ਸਾਲ ਦਾ ਸੀ ਤੇ ਉਹਨੇ ਜਦੋਂ ਹਮਲਾ ਕੀਤਾ ਹਿੰਦੁਸਤਾਨ ਤੇ ਮਸਲਾ ਇਹ ਆ ਉਹਦੇ ਵਿੱਚ ਕਿ ਇੰਨੀ ਉਮਰ ਦੇ ਲੋਕਾਂ ਨੂੰ ਕਰਨਾ ਪੈਂਦਾ ਸੀ, ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਹੁੰਦੀ ਨਹੀਂ ਸੀ। ਬਾਬਰ ਜਿਹਨੇ ਜਦੋਂ ਹਿੰਦੁਸਤਾਨ ਤੇ ਉਹਨੇ ਕਬਜ਼ਾ ਕੀਤਾ, ਤੇ ਬਾਬਰ ਦੀ ਮੇਰੇ ਖਿਆਲ 39 ਜਾਂ 40 ਸਾਲ ਉਮਰ ਸੀਗੀ। ਅੱਛਾ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਮੈਡੀਸਨ ਦੀ ਪ੍ਰੋਗਰੈਸ ਜਿਹੜੀ ਹੈ ਉਹਨੂੰ ਕਰਨਾ ਹੈ, ਉਹਨੂੰ ਹਿਸਟੋਰੀਕਲੀ ਵਿਊ ਕਰਨਾ ਹੈ, ਤੇ ਉਹਨੂੰ ਸੈਂਚੁਰੀ ਵਾਈਜ਼ ਕਰਕੇ ਦੇਖੋ ਕਿ ਕਿਦੋਂ ਕਿੰਨੀ ਲਾਈਫ ਐਕਸਪੈਕਟੈਂਸੀ ਸੀ।
लिहाजा वो तो ये पता लगेगा कि ਜਿਹੜੀ ਪੁਰਾਣੇ ਦੌਰ ਦੇ ਵਿੱਚ ਜਿਹੜੀਆਂ ਬਹੁਤ ਸਾਰੀ ਜਿਹੜੀਆਂ ਦਵਾਈਆਂ ਸਨ ਔਰ ਜਿਹੜੀ ਖੁਰਾਕ ਸੀਗੀ ਜਿਹਨੂੰ ਕਿ ਪੋਜ਼ਿਟਿਵਲੀ ਲਿਆ ਜਾਂਦਾ ਸੀ ਉਹ ਐਕਚੁਅਲੀ ਭੁਲੇਖਾ ਸੀਗਾ। ਤੋ ਐਕਚੁਅਲ ਉਂਝ ਹੈ ਨਹੀਂ ਸੀ ਹੈਗਾ। ਅਗਰ ਉਹ ਉਂਝ ਹੀ ਹੁੰਦਾ ਤੇ ਅੱਜ ਨਾਲੋਂ ਉਸ ਵੇਲੇ ਦੇ ਜਿਹੜੇ ਬੰਦੇ ਨੇ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਜ਼ਿਆਦਾ ਹੁੰਦੀ। ਦੇਖੋ ਨਾ, ਅਸੀਂ ਜਦੋਂ ਦੇਸੀ ਦਵਾਈਆਂ ਜਾਂ ਦੇਸੀ ਜ਼ਮਾਨਿਆਂ ਦੀ ਗੱਲ ਕਰਨੇ ਆ ਨਾ ਤੇ ਅਸੀਂ ਥੋੜਾ ਜਿਹਾ ਉਹਨੂੰ ਆਈਡਲਾਈਜ਼ ਵੀ ਕਰਨੇ ਆ। ਅਸੀਂ ਸਮਝਦੇ ਆ ਕਿ ਉਹ ਜਿਹੜੇ ਨੈਚੁਰਲ ਤਰੀਕੇ ਦੇ ਨਾਲ ਜਿਹੜੇ ਇਲਾਜ ਹੁੰਦੇ ਸੀ, ਨੈਚੁਰਲ ਜੜੀ ਬੂਟੀਆਂ ਦੇ ਨਾਲ ਤੇ ਵਗੈਰਾ ਵਗੈਰਾ, ਤੇ ਉਹ ਜ਼ਿਆਦਾ ਆਲਾ ਸਨ। ਔਰ ਜਿਹੜੇ ਹੁਣ ਅਸੀਂ ਕੈਮੀਕਲ ਦੇ ਨਾਲ ਕਰ ਰਹੇ ਆ ਇਹ ਉਹਨਾਂ ਦੇ ਮੁਕਾਬਲੇ 'ਚ ਇਹ ਅੱਛੇ ਨਹੀਂ ਹੈਗੇ, ਇਹ ਬਦਤਰ ਨੇ ਉਹਨਾਂ ਦੇ ਮੁਕਾਬਲੇ 'ਚ। ਲੇਕਿਨ ਉਹੀ ਲੋਕ ਸੋਚਦੇ ਨੇ ਨਾ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ, ਜਿਹੜੇ ਨੌਲੇਜੇਬਲ ਨੇ ਅਬਾਊਟ ਦ ਪ੍ਰੋਗਰੈਸ, ਉਹ ਤੇ ਨਹੀਂ ਇਹ ਸੋਚਦੇ ਨਾ ਕਿ ਜਿਹੜੀਆਂ ਬੂਟੀਆਂ ਵਧੀਆ ਸੀ। ਆਪਾਂ ਤੇ ਨਹੀਂ ਸੋਚਦੇ ਕਿ ਜਿਹੜੀਆਂ ਬੂਟੀਆਂ ਵਧੀਆ ਸਨ, ਆਪਾਂ ਤੇ ਇਹੀ ਸੋਚ ਰਹੇ ਹਾਂ ਨਾ ਕਿ ਅਸੀਂ ਸਹੀ ਡਾਇਰੈਕਸ਼ਨ 'ਚ ਜਾ ਰਹੇ ਹਾਂ। ਹਾਂ, ਮੇਰਾ ਮਤਲਬ ਇਹ ਕਹਿਣ ਦਾ ਬੀਬਾ ਜੀ ਕਿ ਜਦੋਂ ਤੁਸੀਂ ਇੰਝ ਵੇਖੋਗੇ ਨਾ ਤੇ ਫਿਰ ਤੁਸੀਂ ਇਹ ਦੇਖੋ ਕਿ ਕਿਹੜੀ ਮੰਜ਼ਿਲ ਤੇ ਕੀ ਤਬਦੀਲੀ ਹੈ। ਕਿਉਂਕਿ ਹੁਣ ਜਿਸ ਸਟੇਜ ਦੇ ਉੱਤੇ ਮੈਡੀਸਨ ਪਹੁੰਚ ਗਈ ਹੈ ਜੀ 2021 ਦੇ ਵਿੱਚ, ਔਰ ਇਸ ਤੋਂ ਅੱਗੇ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਦੋਂ ਦਵਾਈਆਂ ਜਿਹੜੀਆਂ ਨੇ ਉਹ ਬਣਨਗੀਆਂ ਤੇ ਉਹ ਇੱਕ ਬਿਲਕੁਲ ਨਵੀਂ ਸਟੇਜ ਹੋਵੇਗੀ ਹੁਣ ਨਾਲੋਂ। ਉਹੀ ਨਾ, that is the thing ਕਿ ਵੀ ਹੁਣ ਸਾਨੂੰ I think that's what we need to know from Amar is ਕਿ what is the future right now। ਹਾਂ, ਮਤਲਬ ਇਹ ਹੈ ਕਿ ਸਾਨੂੰ ਇਹ ਪਤਾ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਦੇ ਨਾਲ ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਉਹਦੇ ਨਾਲ ਕਈ ਹਜ਼ਾਰ ਕਈ ਲੱਖ ਵੇਰੀਏਬਲ ਜਿਹੜੇ ਨੇ ਉਹ ਸਾਈਮਲਟੇਨੀਅਸਲੀ ਕੰਪਿਊਟ ਕੀਤੇ ਜਾ ਸਕਦੇ ਨੇ। ਜਿਹੜੀ ਇਨਸਾਨੀ ਮਤ ਜਾਂ ਸਮਝ ਹੈ ਉਹ 4 5 6 ਵੇਰੀਏਬਲ ਤੋਂ ਜ਼ਿਆਦਾ ਨੂੰ ਇੱਕ ਵਕਤ ਦੇ 'ਚ ਹੈਂਡਲ ਨਹੀਂ ਕਰ ਸਕਦੀ। ਅੱਛਾ, ਤੇ ਜਦੋਂ ਮੈਡੀਸਨ ਜਿਹੜੀ ਹੈ ਉਹ ਹਜ਼ਾਰਾਂ ਵੇਰੀਏਬਲ, ਲੱਖਾਂ ਵੇਰੀਏਬਲ, ਔਰ ਉਹਨਾਂ ਵੇਰੀਏਬਲਸ ਦਾ ਡੇਟਾ ਵੀ ਜਿਹੜਾ ਪੂਰੇ ਗਲੋਬ ਤੋਂ ਇਕੱਠਾ ਹੋਇਆ ਹੈ ਫਰੋਮ ਐਵਰੀ ਰੇਸ ਐਂਡ ਐਵਰੀ ਕਲਰ ਐਂਡ ਕਰੀਡ, ਜਦੋਂ ਉਸ ਡੇਟੇ ਦੇ ਬੇਸ ਦੇ ਉੱਤੇ ਮੈਡੀਸਨ ਬਣੇਗੀ ਤੇ ਉਹ ਮੈਡੀਸਨ ਤੇ ਬਿਲਕੁਲ ਹੋਰ ਮਤਲਬ ਉਹ ਤੇ ਬਿਲਕੁਲ ਹੈ ਨਾ। ਹਾਂਜੀ, ਕਿਉਂਕਿ ਹੁਣ ਜਿਹੜੀ ਮਸਲਨ ਇਹ ਜਿਹੜੇ ਬਣਾਏ ਆ ਉਹਨਾਂ ਨੇ ਕੋਵਿਡ ਦੀ ਦਵਾਈ, ਤੇ ਕੋਵਿਡ ਦੀ ਦਵਾਈ ਉਹਨਾਂ ਨੇ ਲਿਮਿਟਡ ਡੇਟੇ ਤੇ ਬਣਾਈ ਹੈ ਨਾ। ਡਾਕਟਰ ਸਾਹਿਬ, ਇੱਕ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਕਿ ਡਾਟਾ ਔਰ ਵੇਰੀਏਬਲਸ ਦੀ ਇੰਨੇ ਜ਼ਿਆਦਾ ਹੋ ਗਏ ਨੇ ਕਿ ਹਿਊਮਨ ਮਾਈਂਡ, ਡਾਕਟਰ ਦਾ ਮਾਈਂਡ ਉਹਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਨਹੀਂ ਕਰ ਸਕਦਾ। ਉਹਦੇ ਲਈ ਤੁਹਾਨੂੰ ਟੈਕਨੋਲੋਜੀ ਦੀ ਲੋੜ ਹੈ। ਔਰ ਦੂਸਰੀ ਜਿਹੜੀ ਗੱਲ ਹੋਣੀ ਆ ਕਿ ਇੱਕ ਡਾਕਟਰ ਨੂੰ ਸਾਰੀ ਚੀਜ਼ ਦਾ ਪਤਾ ਨਹੀਂ ਹੋਣ ਕਰਕੇ ਮੈਡੀਸਨ ਜਿਹੜੀ ਆ ਉਹ ਤਕਰੀਬਨ ਕੋਲੈਬੋਰੇਟਿਵ ਮੈਡੀਸਨ ਹੋ ਜਾਣੀ। ਇੱਕ ਡਾਕਟਰ ਕੋਲ ਤਾਂ ਪੂਰਾ ਨੌਲੇਜ ਹੋ ਨਹੀਂ ਸਕਦਾ, ਔਰ ਉਹਦੇ ਨਾਲ ਇੰਟੈਲੀਜੈਂਸ ਦੇ ਨਾਲ ਕੋਲੈਬੋਰੇਸ਼ਨ ਹੋਏਗੀ ਦੂਸਰਿਆਂ ਦੂਸਰਿਆਂ ਡਾਕਟਰਾਂ ਨਾਲ, ਦੂਸਰੇ ਬੰਦਿਆਂ ਦੇ ਨਾਲ। ਸੋ ਮੈਨੂੰ ਫਿਊਚਰ ਇਸ ਤਰ੍ਹਾਂ ਲੱਗਦਾ। ਔਰ ਤੀਸਰਾ ਜਿਹੜਾ ਹੋਣਾ ਕਿ ਮੈਡੀਸਨ ਨੇ ਬਹੁਤ ਹੀ ਜ਼ਿਆਦਾ ਕਸਟਮਾਈਜ਼ ਹੋ ਜਾਣਾ ਇੱਕ ਪੇਸ਼ੈਂਟ ਦੇ ਲਈ। ਇਹ ਨਹੀਂ ਕਿ ਹਰ ਇੱਕ ਲਈ ਉਹੀ ਦਵਾਈ ਤੇ ਹਰ ਇੱਕ ਲਈ ਉਹੀ ਡੋਜ਼ ਤੇ ਹਰ ਇੱਕ ਲਈ ਇੱਕ ਕਸਟਮਾਈਜ਼ੇਸ਼ਨ ਜਿਹੜੀ ਆ ਬਿਜ਼ਨਸ ਦੇ ਵਿੱਚ। ਤਾਂ ਤੁਸੀਂ ਆਪਣੇ ਇੰਡੀਆ ਪਾਕਿਸਤਾਨ ਦੀ ਜੇ ਗੱਲ ਕਰੋ ਕਿ ਕਸਟਮਾਈਜ਼ੇਸ਼ਨ ਜਿਹੜੀ ਆ ਗਾਹਕ ਦੀ, ਫਾਰ ਐਗਜ਼ਾਮਪਲ ਕੋਈ ਸੇਲਸ ਪਰਸਨ ਜਿਹੜਾ ਇੰਡੀਆ ਦੇ ਵਿੱਚ ਆ ਉਹ ਡਿਫਰੈਂਟ ਆ। ਇੱਥੇ ਹਰ ਇੱਕ ਨੇ ਪ੍ਰਾਈਸਾਂ ਲਿਖੀਆਂ ਪਈਆਂ, ਉਨੀਆਂ ਹਰ ਇੱਕ ਨੂੰ ਮਿਲਦੀਆਂ। ਔਰ ਇੰਡੀਆ ਦੇ ਵਿੱਚ ਤਾਂ ਨਾ ਪ੍ਰਾਈਸਿਸ ਲਿਖੀਆਂ ਕਿਸੇ ਨੇ, ਬੰਦਾ ਦੇਖ ਕੇ ਉਹਦਾ ਮੂੰਹ ਦੇਖ ਕੇ ਕਸਟਮਾਈਜ਼ੇਸ਼ਨ ਕਰਕੇ ਉਹਦੀ ਸੇਲ ਹੋਣੀ ਆ। ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵੀ ਇਹੀ ਕਰ ਦੇਣਾ ਕਿ ਜਿਸ ਟਾਈਪ ਦਾ ਕਸਟਮਰ ਹੈ ਉਸੇ ਟਾਈਪ ਦੀ
ਉਹਦੇ ਨਾਲ ਪ੍ਰਾਈਸ ਹੋਏਗੀ, ਉਸੇ ਟਾਈਪ ਦੀ ਉਹ ਚੀਜ਼ ਹੋਏਗੀ, ਔਰ ਮੈਡੀਸਨ ਵੀ ਉਹੀ ਹੋਏਗੀ ਕਿ ਜਿਸ ਟਾਈਪ ਦਾ ਮਰੀਜ਼ ਹੈ ਇੰਡੀਵਿਜੂਅਲ ਉਹਦੇ ਲਈ ਦਵਾਈ ਹੋਗੀ, ਇੰਡੀਵਿਜੂਅਲ ਡੋਜ਼ਸ ਹੋਣਗੀਆਂ। ਸੋ ਕਸਟਮਾਈਜ਼ੇਸ਼ਨ ਬਿਕੋਜ਼ ਆਫ ਟੈਕਨੋਲੋਜੀ ਹੋ ਜਾਣੀ। ਤੁਸੀਂ ਇਹ ਤੁਹਾਡਾ ਪਰ ਇਹਦੇ ਵਿੱਚ ਸਰ ਜੀ ਇੱਕ ਲਿਮਿਟੇਸ਼ਨ ਹੈ, ਤੁਸੀਂ ਸਿਰਫ ਕੈਮੀਕਲਸ ਦੀ ਗੱਲ ਕਰ ਰਹੇ ਹੋ। ਜਿਹੜਾ ਨਰਵਸ ਸਿਸਟਮ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਰਿਸਰਚ ਹੋ ਚੁੱਕੀ ਆ ਹੁਣ ਕਿ ਨਰਵਸ ਸਿਸਟਮ ਹੈ ਨਾ, ਜਿਹੜਾ ਨਰਵਸ ਜਿਹੜੀਆਂ ਭੇਜਦੀਆਂ ਸਿਗਨਲ ਬ੍ਰੇਨ ਤੋਂ ਆਰਗਨਸ ਨੂੰ, ਜਦੋਂ ਉਹਨਾਂ 'ਚ ਬਲੌਕ ਆ ਜਾਂਦਾ ਉਹ ਫਿਰ that causes disease। ਤੇ a new methodology of therapy is developing। ਜੇ ਫਾਈਜ਼ਰ ਨੇ ਕਰੀਬਨ $4 ਬਿਲੀਅਨ ਇਨਵੈਸਟਮੈਂਟ ਕੀਤਾ, ਉਹਨੂੰ ਕਹਿੰਦੇ ਇਲੈਕਟ੍ਰੋਸਿਊਟੀਕਲਸ, ਕਿ ਜੇ ਤੁਹਾਨੂੰ ਲਿਵਰ ਦਾ ਕੈਂਸਰ ਹੈ they will put a little pacemaker in your liver that will correct the signal from the brain ਜਿਹੜਾ ਕਿ ਬਲੌਕ ਕਰ ਰਿਹਾ ਤੁਹਾਡੇ ਲਿਵਰ ਨੂੰ, which is causing cancer। So this is a huge development in the exploration of nervous system। Actually ਇਸ ਸਾਲ ਉਹਨੂੰ ਡੇਵਿਡ ਜੂਲੀਅਸ ਨੂੰ ਤੇ ਇੱਕ ਹੋਰ ਦੇ ਦੋ sort of a biophysicist, ਉਹਨਾਂ ਨੋਬਲ ਪ੍ਰਾਈਜ਼ ਹੀ ਇਸੇ ਤੇ ਮਿਲਿਆ ਕਿ ਜਿਹੜਾ ਨਰਵਸ ਸਿਸਟਮ ਹੈ, ਇਹ ਜਿਹੜੀ ਸੈਂਸੇਸ਼ਨਸ ਹੈ, ਇਹਦਾ ਤੇ ਡਿਜ਼ੀਜ਼ ਦਾ ਕੀ ਕਨੈਕਸ਼ਨ ਹੈ। ਦੂਜਾ ਜਿਹੜਾ ਟੱਚ ਹੈ, ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਕਿੱਦਾਂ ਸਟਰੋਂਗ ਹੁੰਦਾ, ਕਿ ਟੱਚ ਨਾਲ, ਪ੍ਰੈਸ਼ਰ ਨਾਲ ਜਿਹੜੇ ਮੋਲੀਕਿਊਲਸ ਹੈ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੇ, they get energized and then they start eating other molecules। ਤੁਸੀਂ ਉਹ ਗੂਗਲ ਕਰਕੇ ਦੇਖਿਓ, ਜਿਹੜੇ 2 ਬੰਦਿਆਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਤੁਸੀਂ ਜਿਹੜੀ ਤੁਸੀਂ ਜਸਪਾਲ ਜੀ ਗੱਲ ਕਰ ਰਹੇ ਹੋ ਉਹ ਹੋਰ ਹੈ, ਜਿਹੜੀ ਡਾਕਟਰ ਅਮਰਜੀਤ ਹੁਰੀ ਕਰ ਰਹੇ ਸਨ ਉਹ ਹੋਰ ਸੀ। ਔਰ ਡਾਕਟਰ ਅਮਰਜੀਤ ਹੁਰੀ ਇਹ ਕਹਿ ਰਹੇ ਨੇ, ਲੈਟ ਮੀ ਰੀਫਰੇਜ਼ ਇਟ ਇਨ ਮਾਈ ਲੈਂਗੁਏਜ, ਉਹ ਇਹ ਕਹਿ ਰਹੇ ਨੇ ਕਿ ਜਿਹੜੀ ਹੁਣ ਪੋਸੀਬਲ, ਦੇਖੋ ਨਾ ਤੁਸੀਂ ਹੁਣ ਕਿਹਾ ਨਾ ਕਿ ਉਹਦਾ ਕੈਂਸਰ ਹੈ ਉਹਨੂੰ ਇੱਕ, ਠੀਕ ਹੈ ਨਾ, ਤੇ ਉਹ ਕੈਂਸਰ ਨੂੰ ਜਿਹੜੀ ਮੈਸੇਜਿੰਗ ਹੋ ਰਹੀ ਹੈ ਨਿਊਰੋ ਸਿਸਟਮ ਦੇ ਥਰੂ, ਉਹਨੂੰ ਉਹ ਕਰੈਕਟ ਕਰ ਦਿੰਦੇ, ਠੀਕ ਹੈ ਨਾ ਜੀ। ਅੱਛਾ, ਇਹ ਕਹਿ ਰਹੇ ਨੇ ਕਿ ਇਹ ਤੇ ਇੱਕ ਯੂਨੀਵਰਸਲ ਤੁਸੀਂ ਬਣਾ ਲਿਆ ਨਾ ਲਾ, ਤੇ ਇਹ ਜਿਹੜਾ ਕਿਉਂਕਿ ਜਿਹੜੀ ਸਾਡੀ ਸਾਰੀ ਪ੍ਰੋਡਕਸ਼ਨ ਹੈ, ਮਸ਼ੀਨੀ ਪ੍ਰੋਡਕਸ਼ਨ ਦਾ ਜ਼ਮਾਨਾ ਜਿਹੜਾ ਹੈ ਉਹ ਮੈਸ ਪ੍ਰੋਡਕਸ਼ਨ ਦਾ ਹੈ, ਕਿ ਅਸੀਂ ਹਰ ਚੀਜ਼ ਮੈਸ ਲਈ ਪ੍ਰੋਡਿਊਸ ਕਰਨੇ ਆ। ਕਿ ਮਤਲਬ ਇਹ ਹੈ ਕਿ ਜੇ ਆਪਣਾ ਨਿਊਰੋ ਸਿਸਟਮ ਨੂੰ ਵੀ ਠੀਕ ਕਰਨਾ ਤੇ ਮੈਸ ਲਈ, ਇਹ ਮੈਂ ਇਹਨਾਂ ਦੀ ਗੱਲ ਦੱਸ ਦਿੰਦਾ, ਫਿਰ ਤੁਸੀਂ ਗੱਲ ਕਰਨਾ। ਇਹ ਕਹਿ ਰਹੇ ਨੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਮੁਮਕਿਨ ਹੈ ਕਿ ਜਿਹੜਾ ਇੱਕ ਬੰਦਾ ਹੈ ਉਹਦੇ ਮੁਤਾਬਕ ਜਿਹੜਾ ਉਹ ਆਲਾ ਜਿਹੜਾ ਉਹਨੂੰ ਬਣਾਇਆ ਜਾ ਸਕੇ, ਜਿਹੜਾ ਕਿ ਮੈਸ ਪ੍ਰੋਡਕਸ਼ਨ 'ਚ ਮੁਮਕਿਨ ਨਹੀਂ ਹੈਗਾ। ਮਿਸਾਲ ਦੇ ਤੌਰ ਤੇ ਅਸੀਂ ਕੱਪੜੇ ਲੈਣ ਜਾਂਦੇ ਹਾਂ ਦੁਕਾਨਾਂ ਤੋਂ ਇੱਥੇ, ਤੇ ਉਹ ਹੁੰਦਾ ਜੀ ਸਮਾਲ ਤੇ ਮੀਡੀਅਮ ਤੇ ਲਾਰਜ, ਇੰਝ ਹੁੰਦਾ ਨਾ। ਸੋ ਤੁਸੀਂ ਜਾਂ ਲਾਰਜ ਲੈ ਲਓ ਜਾਂ ਮੀਡੀਅਮ ਲੈ ਲਓ ਜਾਂ ਸਮਾਲ ਲੈ ਲਓ, ਕਿਉਂਕਿ ਜਿਹੜੇ ਮੈਸ ਪ੍ਰੋਡਕਸ਼ਨ ਹੈ ਉਹ ਹੋ ਹੀ ਇੰਝ ਸਕਦੀ ਹੈ। ਜੇ ਹੁਣ ਜਿਵੇਂ ਮੈਂ ਦਰਜੀ ਨੂੰ ਮੇਚਾ ਦੇ ਕੇ ਜਾਂ ਮੋਚੀ ਨੂੰ ਮੇਚਾ ਦੇ ਕੇ ਜਿਵੇਂ ਜੁੱਤੀ ਜਾਂ ਕੱਪੜੇ ਬਣਵਾਉਂਦਾ ਸਾਂ, ਉਹ ਤੇ ਮੈਸ ਪ੍ਰੋਡਕਸ਼ਨ 'ਚ ਮੁਮਕਿਨ ਨਹੀਂ ਹੈਗਾ। ਲੇਕਿਨ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਮੁਮਕਿਨ ਹੋ ਗਿਆ ਹੈ ਕਿ ਜਿਹੜੀ ਮਸ਼ੀਨ ਹੈ ਉਹ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਜਿਹੜੇ ਇਮੇਜ ਜਾਂ ਜੋ ਵੀ ਡੇਟਾ ਹੈ ਉਹਨੂੰ ਦੇਖ ਕੇ ਬਿਲਕੁਲ ਸਾਡੇ ਸਾਈਜ਼ ਦੇ ਕੱਪੜੇ ਬਣਾ ਦੇਵੇ। ਉਹ ਤਾਂ ਹਲੇ ਵੀ ਪੋਸੀਬਲ ਹੈ ਨਾ ਇਨ ਟਾਈਮ ਪ੍ਰੋਡਕਸ਼ਨ। ਮੇਰਾ ਮਤਲਬ ਹੈ ਆਪਣੇ ਮੈਜਰਮੈਂਟਸ ਭੇਜਦੇ ਹੋ, ਉਹ ਤੁਹਾਡੇ ਲਈ ਵਾਰਡਰੋਬ ਤਿਆਰ ਕਰਕੇ ਐਗਜ਼ੈਕਟਲੀ ਫॉर ਯੂ ਭੇਜ ਦਿੰਦੇ ਆ। ਮੇਰਾ ਮਤਲਬ ਬੇਸਿਕ ਲੈਵਲ ਤੇ ਕਹਿ ਰਹੇ ਹੋ ਨਾ, ਬਟ ਵੈਨ ਯੂ ਆਰ ਟਾਕਿੰਗ ਅਬਾਊਟ ਮੈਡੀਸਿਨ ਹਾਲੇ ਅਸੀਂ ਉੱਥੇ ਨਹੀਂ ਪਹੁੰਚੇ। ਇਹ ਤਾਂ ਬੜੀ ਬੇਸਿਕ ਲੈਵਲ ਦੀ ਗੱਲ ਹੈ, ਕਿਉਂਕਿ ਮੈਡੀਸਨ ਦੇ ਵਿੱਚ ਜਿਹੜੀ ਹੈ ਰਿਸਰਚ ਹੋ ਰਹੀ, ਜਿਹੜੀ ਫੰਡਿੰਗ ਹੋ ਰਹੀ ਹੈ, ਉਹ ਹੋ ਰਹੀ ਹੈ ਕੈਮੀਕਲ ਦੇ ਵਿੱਚ, ਨਹੀਂ ਬਿਕਾਜ਼ ਆਫ ਮੈਡੀਕਲ ਇੰਡਸਟਰੀਅਲ ਕੰਪਲੈਕਸ।
ਜਿਹੜਾ ਨਰਵਸ ਸਿਸਟਮ ਹੈ ਉਹਨੂੰ ਐਕਸਪਲੋਰ ਹੀ ਨਹੀਂ ਕੀਤਾ ਗਿਆ, ਤੇ ਉਹਦੇ ਲਈ ਬੜੀ ਨਵੀਂ ਰਿਸਰਚ ਆ ਰਹੀ ਹੈ ਬਾਇਓਫਿਜ਼ਿਕਸ ਦੇ ਵਿੱਚ, ਕੁਆਂਟਮ ਮਕੈਨਿਕਸ ਦੇ ਵਿੱਚ ਤੇ ਹੋਰ ਏਰੀਆ ਦੇ ਵਿੱਚ। ਦੈਟਸ ਵਾਟ ਆਈ ਐਮ ਸੇਇੰਗ ਕਿ ਇਹ ਬੜਾ ਲੌਪਸਾਈਡਡ ਰਿਸਰਚ ਹੋ ਰਿਹਾ ਮੈਡੀਸਨ ਦੇ ਵਿੱਚ। ਨਹੀਂ, ਅਸੀਂ ਮੇਰਾ ਖਿਆਲ ਹੈ ਡਿਫਰੈਂਟ ਏਰੀਆਜ਼ ਦੀ ਔਰ ਡਿਫਰੈਂਟ ਲੈਵਲਸ ਦੀ ਗੱਲ ਕਰ ਰਿਹਾ। ਮੈਂ ਗੱਲ ਕਰ ਰਿਹਾ ਕਿ ਅੱਗੇ ਪ੍ਰਿੰਸੀਪਲਸ ਕੀ ਹੋਣੇ ਆ, ਉਹ ਤੋਂ ਅੱਗੇ ਪ੍ਰਿੰਸੀਪਲ ਡਿਵੈਲਪ ਹੋ ਗਿਆ, ਉਹ ਤੋਂ ਬਾਅਦ ਫਿਰ ਇੰਡੀਵਿਜੂਅਲ, ਭਾਵੇਂ ਤੁਸੀਂ ਬ੍ਰੇਨ ਦੀ ਗੱਲ ਕਰੋ ਜਾਂ ਜੀਨੋਮਿਕਸ ਦੀ ਗੱਲ ਕਰੋ ਜਾਂ ਕਿਸੇ ਵੀ ਡਿਪਾਰਟਮੈਂਟ ਦੀ ਮੈਡੀਸਨ ਦੀ ਗੱਲ ਕਰੋ, ਉਹ ਹੋ ਜਾਏਗੀ। ਪਰ ਪ੍ਰਿੰਸੀਪਲ ਇਹ ਹੋਏਗਾ ਕਿ ਮੈਡੀਸਨ ਜਿਹੜੀ ਆ ਜਾਂ ਕੋਈ ਵੀ ਬਿਜ਼ਨਸ ਹੋਏਗੀ ਉਹ ਕਸਟਮਾਈਜ਼ ਹੋ ਜਾਏਗੀ। ਨਹੀਂ, ਇੰਡੀਵਿਜੂਅਲ ਬੰਦੇ ਲਈ ਤੁਸੀਂ ਇੰਜ ਕਹੋ ਇਸ ਗੱਲ ਨੂੰ ਕਿ ਹੁਣ ਕਸਟਮਾਈਜ਼ ਕਰਨ ਦੀ ਕੈਪੈਸਿਟੀ ਹੈਗੀ ਹੈ। ਪਹਿਲੇ ਕਸਟਮਾਈਜ਼ ਕਰਨ ਦੀ ਉਨੀ ਕੈਪੈਸਿਟੀ ਨਹੀਂ ਸੀ ਹੈਗੀ ਪ੍ਰੋਡਕਸ਼ਨ ਸਿਸਟਮ ਦੇ ਵਿੱਚ। ਹੁਣ ਕਸਟਮਾਈਜ਼ ਕਰਨ ਦੀ ਜਿਹੜੀ ਹੈ ਉਹ ਪੋਟੈਂਸ਼ੀਅਲ ਉਹਦਾ ਹੈਗਾ, ਲੇਕਿਨ ਹੈਗੀ ਹੈ ਤੇ ਕਈ ਏਰੀਆ ਚ ਐਕਚੁਅਲੀ ਕੈਪੈਸਿਟੀ ਪ੍ਰੋਡਕਸ਼ਨ ਆਲਰੇਡੀ ਚੱਲ ਰਹੀ ਹੈ। ਠੀਕ, ਤੁਸੀਂ ਪ੍ਰੋਡਕਟ ਦੀ ਗੱਲ ਕਰ ਰਹੇ ਹੋ ਨਾ, ਤੁਸੀਂ ਪ੍ਰੋਡਕਟ ਦੀ ਗੱਲ ਕਰ ਰਹੇ ਹੋ। ਪ੍ਰੋਡਕਟ ਬਣਾਉਣ ਲਈ ਜਿਹੜੇ ਵੀ ਜਿਹੜੇ ਵੀ ਤੁਸੀਂ ਜਿਹੜਾ ਉਹ ਤਾਈਂ ਪਹੁੰਚਣ ਨੂੰ, ਟੂ ਗਿਵ ਦ ਪ੍ਰੋਡਕਸ਼ਨ ਨੂੰ ਜਿਹੜਾ ਤੁਸੀਂ ਇਨਫੋਰਮੇਸ਼ਨ ਦੇਣੀ ਹੈ ਨਾ, we are talking about that information that is to be given for the production ਕਿ ਵੀ ਇਸ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ। I can't say it in ਪੰਜਾਬੀ ਚ ਮੁਸ਼ਕਿਲ ਹੁੰਦਾ, but that's the whole point ਕਿ ਵੀ ਤੁਸੀਂ ਜਿਹੜੀ ਉਹਨੂੰ ਇਨਫੋਰਮੇਸ਼ਨ ਫੀਡ ਕਰਨੀ ਆ। capacity is there to make it, capacity ਤਾਂ ਤੁਸੀਂ ਕੋਈ ਵੀ ਦਵਾਈ ਬਣਾ ਸਕਦੇ ਹੋ। So but my point is to get it from the consumer to the production and back to the consumer। ਨਹੀਂ, ਦੇਖੋ ਬੀਬਾ ਜੀ, ਇਹਨੂੰ ਇਸ ਗੱਲ ਨੂੰ ਜ਼ਰਾ ਤੁਸੀਂ ਇਹ ਜਿਹੜਾ ਪੁਆਇੰਟ ਹੈ ਨਾ, ਇਹਨੂੰ ਜ਼ਰਾ ਤੁਸੀਂ ਥੋੜਾ ਜਿਹਾ ਪਿੱਛੇ ਜਾ ਕੇ ਸਮਝੋ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਪੁਰਾਣੇ ਜ਼ਮਾਨੇ 'ਚ ਮੋਚੀ ਜਾਂ ਦਰਜੀ ਜਾਂ ਹੱਥ ਨਾਲ ਤੁਹਾਡੇ ਮਾਪ ਦੇ ਮੁਤਾਬਕ ਬਣਾ ਕੇ ਦਿੰਦਾ ਸੀ, ਉਹ ਕਿਉਂ ਮੁੱਕ ਗਿਆ? ਉਹ ਇਸ ਲਈ ਮੁੱਕ ਗਿਆ ਕਿ ਜਿੰਨੀ ਘੱਟ ਕਾਸਟ ਦੇ ਉੱਤੇ ਮੈਸ ਪ੍ਰੋਡਕਸ਼ਨ ਮਸ਼ੀਨ ਕਰ ਸਕਦੀ ਹੈ, ਉਹ ਮੋਚੀ, ਨਾਈ, ਲੋਹਾਰ, ਕੁਮਹਾਰ ਨਹੀਂ ਕਰ ਸਕਦਾ। ਲਿਹਾਜ਼ਾ ਮਸ਼ੀਨ ਨੇ ਉਹਨਾਂ ਜਿਹੜੇ ਹੱਥ ਨਾਲ ਚੀਜ਼ਾਂ ਤੁਹਾਡੀ ਸਾਈਜ਼ ਦੇ ਬਰਾਬਰ ਤਿਆਰ ਕਰਕੇ ਦਿੰਦੇ ਸਨ, ਉਹ ਉਹਨਾਂ ਨੇ ਮੁਕਾ ਦਿੱਤੇ। ਕਿਉਂਕਿ ਇੱਕ ਦਰਜੀ ਜਿਹੜਾ ਹੈ ਉਹ ਸਾਰਾ ਦਿਨ ਡਾ ਕੇ ਤੇ 2 ਜੋੜੇ ਸੀ ਲਏਗਾ ਮਰਦ ਦੇ, ਤੇ ਜਿਹੜੀ ਮਸ਼ੀਨ ਹੈ ਉਹ ਉਨੀ ਪੈਸਿਆਂ ਦੀ ਜਿੰਨੀ ਦਾ ਦਰਜੀ ਹੈ, ਉਹ ਤੇ ਦਿਨ 'ਚ 100 ਬਣਾ ਲੇਗੀ। 100 ਜੋੜੇ ਜਾਂ 200 ਜਾਂ 1000 ਜੋੜਾ ਬਣਾ ਲੇਗੀ। ਕਿਉਂਕਿ ਜਿਹੜਾ ਦਰਜੀ ਹੈ ਉਹ ਇੰਡੀਵਿਜੂਅਲੀ ਆਪਣੀ ਪੱਧਰ ਦੇ ਉੱਤੇ ਇੰਨੇ ਲੋਕਾਂ ਦੀ ਇਨਫੋਰਮੇਸ਼ਨ ਇੰਨੇ ਤਰੀਕੇ ਦੇ ਨਾਲ ਜਿਹੜੀ ਹੈ ਉਹਨੂੰ ਸਟਿਪੂਲੇਟ ਕਰਕੇ, ਤੇ ਉਹਦੀ ਫਿਜ਼ੀਕਲ ਕੈਪੈਸਿਟੀ ਨਹੀਂ ਹੈਗੀ ਬਣਾਉਣ ਦੀ। ਜਿਹੜੀ ਆਰਗੂਮੈਂਟ ਨਹੀਂ ਡਾਕਟਰ ਸਾਹਿਬ, ਇਹਦੇ 'ਚ ਤਾਂ ਇਹਦਾ ਤਾਂ ਕੋਈ ਆਰਗੂਮੈਂਟ ਹੀ ਨਹੀਂ ਹੈਗੀ। ਦ ਪੁਆਇੰਟ ਇਜ਼ ਕਿ ਵੀ ਇਹ ਤਾਂ ਠੀਕ ਹੈ, ਤੁਸੀਂ ਜੋ ਕਹਿ ਰਹੇ ਹੋ ਠੀਕ ਹੈ, ਔਰ ਇਹਦਾ ਐਗਜ਼ੈਕਟਲੀ ਦੈਟਸ ਐਗਜ਼ੈਕਟਲੀ ਵਾਟਸ ਹੈਪਨਿੰਗ। ਪਰ ਮੇਰਾ ਪੁਆਇੰਟ ਇਹ ਆ ਕਿ ਵੀ ਜਿੱਥੇ ਅਸੀਂ ਹੁਣ ਤੁਰੇ ਜਾਂਦੇ ਆ, ਫਰੋਮ ਦ ਜੈਨੇਟਿਕ ਮੇਕਅਪ ਤੋਂ ਲੈ ਕੇ ਤੁਹਾਡੇ ਜੀਨਸ ਤੋਂ ਤੁਹਾਡੇ ਲੈ ਕੇ ਤੁਸੀਂ ਇੱਕ ਵਾਰ ਡਾਕਟਰ ਦੇ ਜਾਣਾ ਹੈ, ਜੇ ਲੈਟਸ ਸੇ ਬੀਬਾ ਗੋਜ਼ ਟੂ ਦ ਡਾਕਟਰ, ਉਸ ਡਾਕਟਰ ਨੇ ਸਿਰਫ ਮੇਰਾ ਇਹ ਨਹੀਂ ਕਰਨਾ ਕਿ ਬਈ ਮੈਨੂੰ ਅੱਜ ਕੀ ਚਾਹੀਦਾ, ਉਹਨੇ ਮੇਰੀ ਜੈਨੇਟਿਕ ਮੇਕਅਪ ਤੋਂ ਲੈ ਕੇ ਮੇਰੀ ਫਿਜ਼ੀਕਲ ਜਿਹੜੀ ਪ੍ਰੋਬਲਮਸ ਨੇ ਜੋ ਵੀ ਹੈਗੀ ਆ, ਹੀ ਇਜ਼ ਗੋਇੰਗ ਟੂ ਬੀ ਏਬਲ ਟੂ ਕੰਪਿਊਟ ਇਟ, ਪੁੱਟ ਇਟ ਇਨ ਅ ਕੰਪਿਊਟਰ, ਐਂਡ ਦ ਕੈਪੈਸਿਟੀ ਟੂ ਪ੍ਰੋਡਕਸ਼ਨ ਦੀ ਤਾਂ ਕੋਈ ਰੌਲਾ ਹੀ ਨਹੀਂ, ਉਹ ਤਾਂ ਨੈਚੁਰਲੀ ਉਹ ਤਾਂ ਹੈ ਹੀ ਹੈ, ਉਹਦੇ ਤੇ ਤਾਂ ਕੋਈ ਆਰਗੂਮੈਂਟ ਨਹੀਂ। ਪਰ ਜਿਹੜੀ ਆਹ ਕੈਪੈਸਿਟੀ ਹਾਲੇ ਸਾਡੇ ਕੋਲ ਨਹੀਂ ਹੈਗੀ ਕਿ ਤੁਸੀਂ ਅੰਦਰ ਵੜਨਾ ਹੈ ਤੇ ਅੱਧੇ ਘੰਟੇ 'ਚ ਉਹਨੇ ਤੁਹਾਡਾ ਜੀਨ ਦਾ ਵੀ ਮੇਕਅਪ ਦੇਖ ਲੈਣਾ ਹੈ, ਉਹਨੇ ਤੁਹਾਡੇ ਸਾਰੇ ਸਿਸਟਮਸ ਨੂੰ ਵੀ ਦੇਖ ਲੈਣਾ ਹੈ, ਉਹਨੇ ਤੁਹਾਡੀ ਜਿਹੜੀ ਇਲੈਕਟ੍ਰਿਸਿਟੀ ਤੁਹਾਡੀ ਜਿਹੜੀ ਤੁਹਾਡੇ ਦਿਮਾਗ 'ਚ ਚੱਲ ਰਹੀ ਹੈ ਉਹਨੇ ਉਹ ਵੀ ਦੇਖ ਲੈਣਾ, ਐਂਡ ਹੀ ਇਜ਼ ਗੋਇੰਗ ਟੂ ਬੀ ਏਬਲ ਟੂ ਸੇ ਓਕੇ ਅੱਜ ਬੀਬਾ ਨੂੰ ਇਸ ਚੀਜ਼ ਦੀ, ਇੰਨੇ ਮਿਲੀਗ੍ਰਾਮ ਦੀ ਇਸ ਚੀਜ਼ ਦੀ ਜ਼ਰੂਰਤ ਹੈ, ਇਟਸ ਗੋਇੰਗ ਟੂ ਸੈਂਡ ਇਟ ਆਊਟ। ਜਦ ਤੱਕ ਮੈਂ ਬਾਹਰ ਨਿਕਲਣਾ ਉਹਨੇ ਮੈਨੂੰ ਗੋਲੀ ਹੱਥ ਫੜਾ ਦੇਣੀ। ਹਾਂ, ਬਸ ਇਹ ਜਿਹੜੀ ਹੈ ਇਹ ਅਜੇ ਜਿਹੜੀ ਹੈ ਨਾ, ਦਿਸ ਇਜ਼ ਦ ਫਿਊਚਰ ਨਾ, ਇਹ ਤਾਂ ਫਿਊਚਰ, ਇਹੀ ਤਾਂ ਫਿਊਚਰ ਆਫ ਮੈਡੀਸਨ ਹੈ।
ਇੱਥੇ ਜਾ ਰਿਹਾ ਮੈਡੀਸਨ ਨਹੀਂ, ਅਗਰ ਤੁਸੀਂ ਮੈਡੀਸਨ ਨਹੀਂ, ਅਗਰ ਤੁਸੀਂ ਬਾਕੀ ਫੀਲਡਸ ਵੀ ਅਗਰ ਦੇਖੋ ਨਾ, ਉਹ ਤਾਂ ਹੈ, ਇਹ ਤਾਂ ਤੇ ਅਜੇ ਬਾਕੀ ਫੀਲਡਸ ਜਿਹੜੇ ਨੇ ਆਪਣਾ ਜ਼ਿੰਦਗੀ ਦੇ ਜਿਹੜੇ ਮੁਆਸ਼ੀ ਫੀਲਡਸ ਨੇ, ਉਹਨਾਂ ਵਿੱਚ ਵੀ ਉਹ ਤੇ ਮੈਡੀਸਨ ਨੂੰ ਵੀ ਸ਼ਾਇਦ ਕੁਝ ਪਿੱਛੇ ਹੀ ਨੇ, ਜਿੱਥੋਂ ਤੱਕ ਇਨਕਾਰਪੋਰੇਸ਼ਨ ਆਫ ਨਿਊ ਟੈਕਨੋਲੋਜੀ ਇਜ਼ ਕੰਸਰਨ। ਤੇ ਮਤਲਬ ਇਹ ਹੈ ਕਿ ਮੈਡੀਸਨ ਦੇ ਵਿੱਚ ਤੇ ਫਿਰ ਵੀ ਕਾਫੀ ਅੱਗੇ ਦੀ ਟੈਕਨੋਲੋਜੀ ਯੂਜ਼ ਹੋ ਰਹੀ ਹੈ, ਲੇਕਿਨ ਇਸ ਗੱਲ ਤੇ ਅਸੀਂ ਜਨਰਲੀ ਐਗਰੀ ਕਰਨੇ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਅਲਟੀਮੇਟਲੀ ਇਹ ਜਿਹੜੀ ਟੈਕਨੋਲੋਜੀ ਹੈ ਇਸ ਕਾਬਲ ਹੋ ਜਾਏਗੀ ਕਿ ਇਹ ਨੰਬਰ 1 ਜਿਹੜੀ ਕਹਿ ਰਹੇ ਨੇ ਆਪਣਾ ਜਸਪਾਲ ਹੋਰੀ ਕਿ ਉਹਨਾਂ ਜਿਸਮ ਦੇ ਉਹਨਾਂ ਆਸਪੈਕਟਸ ਦੇ ਬਾਰੇ 'ਚ, ਉਹਨਾਂ ਹਿੱਸਿਆਂ ਦੇ ਬਾਰੇ 'ਚ ਵੀ ਹੁਣ ਰਿਸਰਚ ਮੁਮਕਿਨ ਹੈ ਜਿਨ੍ਹਾਂ ਦੇ ਬਾਰੇ 'ਚ ਪਹਿਲੇ ਨਹੀਂ ਸੀ ਹੋ ਸਕਦੀ। ਦੈਟਸ ਅ ਪ੍ਰੋਗਰੈਸ਼ਨ। ਉਹ ਤੇ ਹੁਣ ਦੇਖੋ ਨਾ, ਦੈਟਸ ਅ ਪ੍ਰੋਗਰੈਸ਼ਨ। ਮਸਲਨ ਨਰਵਸ ਸਿਸਟਮ ਕਿਵੇਂ ਕੰਮ ਕਰਦਾ ਹੈ ਔਰ ਕਿਵੇਂ ਨਰਵਸ ਜਿਹੜੇ ਨੇ ਉਹ ਮੈਸੇਜਿੰਗ ਕਰਦੇ ਨੇ, ਇਹਨੂੰ ਸਟੱਡੀ ਕਰਨਾ ਪਹਿਲੇ ਮੁਮਕਿਨ ਨਹੀਂ ਸੀ ਹੈਗਾ, ਹੁਣ ਇਹਨੂੰ ਸਟੱਡੀ ਕਰਨਾ ਮੁਮਕਿਨ ਹੋ ਗਿਆ। ਬਹੁਤ ਈਜ਼ੀ ਹੁਣ ਤੇ ਦਿਸ ਇਜ਼ ਨਥਿੰਗ। ਜਿਹੜਾ ਨਿਊਰੋਲੋਜੀ ਕਰਦਾ ਉਹਨੂੰ ਸਭ ਪਤਾ ਲੱਗ ਜਾਂਦਾ ਮਿੰਟਾਂ 'ਚ। ਪਰ ਜਿਹੜਾ ਸਰ ਕਹਿ ਰਹੇ ਨੇ ਨਾ, ਜਿਹੜੇ ਨਿਊਰੋਲੋਜਿਸਟ ਹੈ they don't study nervous system. No, they don't. Yeah. ਤੇ ਇਸ ਕਰਕੇ ਨਿਊਰੋਸਾਇੰਟਿਸਟ ਨੇ, ਹਾਂ, ਉਹ they have no idea how neurons fire and how signals are sent to different organs. That's right. ਤੁਸੀਂ ਕੋਈ ਮੈਡੀਸਨ ਦੀ ਕਿਤਾਬ ਲੈ ਲਓ, ਉਹਦੇ ਵਿੱਚ ਤੁਹਾਨੂੰ ਐਨਾਟਮੀ ਪੜ੍ਹਾਉਂਦੇ ਆ, they don't teach you nervous system. They only say ਕਿ there is a nervous system, you know, there is a blood system, there is a digestive system. ਨਹੀਂ ਬੜਾ ਬੇਸਿਕ ਪੜਾਉਂਦੇ ਆ, ਪਰ ਪੜਾਉਂਦੇ ਤਾਂ ਹੈ, ਪਰ ਇਟਸ ਨਾਟ ਟੂ ਦੈਟ ਲੈਵਲ ਆਫ ਜਿੱਦਾਂ ਤੁਸੀਂ ਜਿਹੜੀ ਲੈਵਲ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਲੈਵਲ ਤੇ ਨਹੀਂ ਪੜਾਉਂਦੇ, ਡੈਫੀਨਿਟਲੀ ਨਾਟ। ਪਰ ਇੱਕ ਤੁਹਾਨੂੰ ਦੱਸਾਂ ਕਿ ਜਿਹੜੀ ਹੁਣ ਸਪੈਸ਼ਲਾਈਜੇਸ਼ਨ, ਸੁਪਰ ਸਪੈਸ਼ਲਾਈਜੇਸ਼ਨ ਹੋਈ ਚਲੀ ਜਾ ਰਹੀ ਆ, ਉਹਦਾ ਡਰਾਬੈਕ ਇਹੀ ਆ ਕਿ ਇੱਕ ਸੁਪਰ ਸਪੈਸ਼ਲਿਸਟ ਨੂੰ ਦੂਜੀ ਬੋਡੀ ਦੇ ਪਾਰਟ ਬਾਰੇ ਬਿਲਕੁਲ ਨਹੀਂ ਪਤਾ। ਹੁਣ ਮੈਂ ਛੋਟੇ ਬੇਬੀਜ਼ ਦੀ ਕੇਅਰ ਕਰਦਾ, ਹੁਣ ਮੈਨੂੰ ਇਹ ਨਹੀਂ ਪਤਾ ਬਾਕੀ ਮੈਡੀਸਨ 'ਚ ਕੀ ਹੋ ਰਿਹਾ, ਔਰ ਇਹ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਨੌਲੇਜ ਇੰਨਾ ਵੈਸਟ ਹੈਗਾ, ਇੱਕ ਇਨਸਾਨ ਲਈ ਇਹ ਜਾਣਨਾ ਬਹੁਤ ਹੀ ਮੁਸ਼ਕਿਲ। ਦੇਖੋ ਇਸੇ ਵਾਸਤੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਨੇ ਇਹਦਾ ਹੀ ਤੇ ਹੱਲ ਕੱਢਣਾ ਹੈ ਨਾ ਕਿ ਤੁਹਾਨੂੰ ਸਭ ਕੁਝ ਜਾਣਨ ਦੀ ਜ਼ਰੂਰਤ ਨਹੀਂ ਹੈਗੀ। ਜਿਵੇਂ ਕੈਲਕੂਲੇਟਰ ਦੇ ਉੱਤੇ ਤੁਹਾਨੂੰ ਪਹਾੜਿਆਂ ਦੀ ਲੋੜ ਨਹੀਂ ਹੈਗੀ, ਕੈਲਕੂਲੇਟਰ ਪਹਾੜਿਆਂ ਨੂੰ ਯਾਦ ਕੀਤਿਆਂ ਬਗੈਰ ਵੀ ਕੰਪਿਊਟ ਕਰ ਸਕਦਾ ਹੈ ਔਰ ਤੁਹਾਡੇ ਨਾਲੋਂ ਕਈ ਹਜ਼ਾਰ ਗੁਣਾ ਜ਼ਿਆਦਾ ਤੇਜ਼ ਕਰ ਸਕਦਾ ਹੈ। ਤੇ ਗੱਲ ਇਹ ਹੈਗੀ ਹੈ ਕਿ ਇੱਕ ਤੇ ਜਿਹੜੀ ਸਟੇਜ ਤੇ ਆ ਉਹਦੇ ਤੇ ਜਿਹੜੀ ਸਪੈਸ਼ਲਾਈਜੇਸ਼ਨ ਹੈ, ਇਹ ਤੁਸੀਂ ਅਮਰਜੀਤ ਹੋਰੀ ਸਹੀ ਕਹਿ ਰਹੇ ਨੇ ਕਿ ਇਹ ਇੰਨੀ ਜ਼ਿਆਦਾ ਹੈਗੀ ਹੈ ਕਿ ਇੱਕ ਸ਼ੂਬੇ ਵਾਲੇ ਨੂੰ ਦੂਜੇ ਦਾ ਕੋਈ ਪਤਾ ਨਹੀਂ ਹੈਗਾ। ਲੇਕਿਨ ਮੈਂ ਇਹ ਕਹਿ ਰਿਹਾ ਕਿ ਅੱਗੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸਤੇਮਾਲ ਨਾਲ ਪੀਰੀਅਡ ਆਏਗਾ, ਉਹਦੀ ਲੋੜ ਹੀ ਨਹੀਂ ਹੋਏਗੀ। ਨਹੀਂ, ਉਹਦੇ ਨਾਲ ਨਵੇਂ ਡਾਇਗਨੋਸਟਿਕ ਟੂਲਸ ਜਿਹੜੇ ਡਿਵੈਲਪ ਹੋਣਗੇ, ਉਹ ਐਨਾਲਿਸਿਸ ਕਰਕੇ ਜਿੱਕੂ ਮੈਂ ਤੁਹਾਨੂੰ ਇੱਥੇ 10 ਸਾਲ ਪਹਿਲਾਂ ਹੀ ਇੱਥੇ US ਆਰਮੀ ਦੇ 3 ਡਾਕਟਰਾਂ ਨੇ ਸਾਨੂੰ ਇੱਥੇ ਡੈਮੋਨਸਟ੍ਰੇਸ਼ਨ ਦਿੱਤਾ। ਤੁਸੀਂ ਉਹਨਾਂ ਦੇ ਕੰਪਿਊਟਰ 'ਚ ਸਿਰਫ 3 ਮਿੰਟ ਲਈ ਬੋਲੋ ਜੀ, ਤੇ ਉਹਦਾ ਸੌਫਟਵੇਅਰ ਤੁਹਾਨੂੰ ਐਨਾਲਿਸਿਸ ਕਰਕੇ ਦੇ ਦਿੰਦਾ ਸੀ ਜੀ ਤੁਹਾਡੇ ਜਿਸਮ 'ਚ ਕਿਹੜੀ ਵਿਟਾਮਿਨ ਦੀ ਡੈਫੀਸ਼ੀਐਂਸੀ ਆ। ਠੀਕ, ਤੇ ਉਹ 99% ਐਕੂਰੇਟ ਸੀਗਾ। that was 10 years ago. my god। ਹੁਣ ਉਹ ਜੈਨੇਟਿਕ ਇਨਫੋਰਮੇਸ਼ਨ ਪਾ ਕੇ ਉਹ ਇਹ ਦੱਸ ਦਿੰਦੇ ਕਿ ਵੀ ਤੁਹਾਨੂੰ ਇਸ ਵੇਲੇ ਕੀ ਬਿਮਾਰੀ ਆ ਤੇ ਪੋਟੈਂਸ਼ੀਅਲ ਕਿਸ ਬਿਮਾਰੀ ਦਾ ਹੈ, ਕਿਹੜੀ ਦਵਾਈਆਂ ਤੋਂ ਤੁਹਾਨੂੰ ਸਾਈਡ ਇਫੈਕਟ ਪੋਸੀਬਲ ਹੈਗੇ ਆ, ਤੇ what is the most appropriate diagnose for you and appropriate therapy for you. ਅੱਛਾ, ਮੈਂ ਇਸ ਗੱਲ ਤੋਂ ਇਹ ਨਤੀਜਾ ਨਿਕਲਦਾ ਹੈ, ਸਾਰੀ ਗੱਲਾਂ ਜਿਹੜੀਆਂ ਅਸੀਂ ਸਾਰਿਆਂ ਨੇ ਕੀਤੀਆਂ ਹੈ ਕਿ ਹਿਊਮਨ ਜਿਹੜਾ ਬੀਇੰਗ ਹੈ ਜਾਂ ਜਿਹੜੀ ਫਿਜ਼ੀਕਲ ਮੈਟਰ ਹੈ, ਉਹਦੀ ਜਿਹੜੀ ਮਿਸਟਰੀਜ਼ ਸਨ, ਜਿਹੜੇ ਉਹਦੇ ਮਿਸਟੀਰੀਅਸ ਹਿੱਸੇ ਸਨ, ਉਹ ਵੀ ਹੁਣ ਮਿਸਟੀਰੀਅਸ ਨਹੀਂ ਰਹੇ।
नहीं किस हद तक नहीं रहे, हाँ कि हाँ बट exactly. और नवी मिस्ट्रीज हाँ नहीं ਉਹ ਇਨਵੋਲਵ ਹੋ ਰਹੀਆਂ ਜਿੱਕੋਂ ਅਸੀਂ ਕੁਆਂਟਮ ਮਕੈਨਿਕਸ ਚ ਨਹੀਂ ਉਹ ਤੁਹਾਡੀ ਗੱਲ ਉਹਨੂੰ- ਸਹੀ ਹੈ, ਲੇਕਿਨ ਤੁਹਾਨੂੰ ਇਹ ਨਹੀਂ ਪਤਾ ਕਿ ਜਿਹੜਾ ਨਿਊਟਰੋਨ ਹੈਗਾ ਇੱਕੋ ਟਾਈਮ 'ਚ ਇਹਦੀਆਂ ਕਿੰਨੀਆਂ ਪੋਸੀਬਿਲਿਟੀਜ਼ ਹੈ ਤੇ ਕਿੱਥੇ ਹੁੰਦਾ ਹੈ। ਐਂਡ ਜਿਹੜਾ ਹੈਗਾ ਨਿਊਟਰੀਨੋ, this is the fundamental building block of all matter, ਪਰ ਇਹਦਾ ਜਿਹੜਾ ਬਿਹੇਵੀਅਰ ਹੈ is so mysterious and unpredictable, ਲੇਕਿਨ ਇਹ ਹੈ ਇਹ ਤਾਂ ਫੀਲਡ ਹਲੇ ਜਸਟ ਖੋਲਿਆ ਹੀ ਹੈ। ਮੈਂ ਇੱਕ ਗੱਲ ਕਰਾਂ ਡਾਕਟਰ ਸਾਹਿਬ, ਇੱਕ ਗੱਲ ਪਲੀਜ਼ ਮੈਂ ਕਰਾਂ। ਉਹ ਮੈਂ ਇੱਕ ਗੱਲ ਕਹਿ ਰਹੀ ਹਾਂ ਕਿ ਵੀ ਆਰ ਕਮਿੰਗ ਫੁੱਲ ਸਰਕਲ ਬੈਕ ਟੂ ਦਾ ਹੋਲ ਬੋਡੀ ਅਗੇਨ। ਅਸੀਂ ਹੁਣ ਇੱਕ ਨਹੀਂ ਕਹਿੰਦੇ ਕਿ ਇਹਦੀ ਬੰਦੇ ਦੀ ਅੱਖ ਖਰਾਬ ਹੈ, ਫਲਾਣੀ ਗੱਲ ਹੈ ਕਿ ਕੀ ਹੈ, ਉਹ ਯੂ ਨੋ ਵੀ ਗੋ ਟੂ ਦ ਡੈਪਥ ਆਫ ਇਟ ਕਿ ਵੀ ਇਹ ਕਿਉਂ ਖਰਾਬ ਹੈ, ਕਿਸ ਤਰ੍ਹਾਂ। ਪਰ ਮੈਂ ਇਹ ਹੁਣ ਨੈਕਸਟ ਸਟੈਪ ਤੇ ਇਹ ਵੀ ਆ ਗਿਆ ਆ ਕਿ ਤੁਸੀਂ ਸਾਰੇ ਆਰਗਨਸ ਨੂੰ ਬਾਈਪਾਸ ਕਰ ਸਕਦੇ ਹੋ। ਬੋਡੀ ਦਾ ਤਾਂ ਮਤਲਬ ਹੀ ਕੋਈ ਨਹੀਂ ਰਹਿ ਗਿਆ। ਜਿੱਦਾਂ ਹੁਣ ਤੁਸੀਂ ਦੇਖੋ ਕਿ ਵੀ ਜਿੱਦਾਂ ਹੁਣ ਨਵਾਂ ਹੀ ਕੰਮ ਨਿਕਲਿਆ ਹੈ ਕਿ ਵੀ ਜਿਨ੍ਹਾਂ ਨੂੰ ਦਿਸਦਾ ਨਹੀਂ ਸੀ ਬਿਕੋਜ਼ ਆਫ ਹੈਵੀ ਗਲਾਈਕੋਮਾ ਜਾਂ ਉਹਨਾਂ ਨੂੰ ਇੰਜਰੀ ਹੋ ਗਈ, ਉਹਨਾਂ ਨੇ ਉਹਨਾਂ ਛੋਟਾ ਜਿਹਾ ਇੱਥੇ ਐਨਕ ਦੇ ਵਿੱਚ ਕੈਮਰਾ ਲਾਤਾ, ਉਹ ਸਿੱਧਾ ਇਲੈਕਟ੍ਰੋਡ ਤੁਹਾਡੇ ਦਿਮਾਗ 'ਚ ਜਾਂਦਾ, ਤੁਹਾਨੂੰ ਤੁਸੀਂ ਸਭ ਦੇਖ ਸਕਦੇ ਹੋ। ਆਈ ਮੀਨ ਨਾਟ ਇਟਸ ਇਨ ਪ੍ਰੋਗਰੈਸ, ਬਟ ਇਹ ਹੁਣ ਇਹ ਹੋ ਰਿਹਾ, ਤੁਹਾਨੂੰ ਅੱਖ ਦੀ ਲੋੜ ਹੀ ਨਹੀਂ। ਤੁਹਾਨੂੰ ਏਦਾਂ ਹੀ ਹੌਲੀ ਹੌਲੀ ਸਾਰੇ ਜਿਹੜੇ ਤੁਹਾਡੇ ਬੋਡੀ ਪਾਰਟਸ ਨੇ, ਤੁਹਾਨੂੰ ਹੌਲੀ ਹੌਲੀ ਦੇ ਆਰ ਗੋਇੰਗ ਟੂ ਫਾਈਂਡ ਅ ਵੇ ਟੂ ਬਾਈਪਾਸ ਦ ਵਨ ਦੈਟ ਇਜ਼ ਡਿਜ਼ੀਜ਼ਡ। ਹੁਣ ਤਾਂ ਇੱਥੇ ਗੱਲਾਂ ਪਹੁੰਚਣ ਡਈਆਂ। ਪਹਿਲਾਂ ਅਸੀਂ ਫੁੱਲ ਸਰਕਲ, ਪਹਿਲਾਂ ਅਸੀਂ ਹੋਲ ਬੋਡੀ ਤੋਂ ਸ਼ੁਰੂ ਹੋ ਕੇ ਫਿਰ ਅਸੀਂ ਇੱਕ ਪਾਰਟ ਤੇ ਗਏ, ਹੁਣ ਫਿਰ ਹੋਲ ਬੋਡੀ ਤੋਂ ਆ ਕੇ ਤੇ ਫਿਰ ਹੁਣ ਅਸੀਂ ਉਸ ਬੋਡੀ ਦੇ ਪਾਰਟਸ ਨੂੰ ਬਾਈਪਾਸ ਕਰਨਾ ਸ਼ੁਰੂ ਕਰ ਦਿੱਤਾ। ਇਹ ਲੋੜ ਹੀ ਕੋਈ ਨਹੀਂ ਇਹਨਾਂ ਚੀਜ਼ਾਂ ਦੀ। ਮਤਲਬ ਇਹ ਹੈ ਕਿ ਹੁਣ ਜਿਹੜਾ ਇਨਸਾਨ ਹੈ ਉਹ ਬਾਡੀ ਪਾਰਟਸ ਨੂੰ ਖੁਦ ਕ੍ਰੀਏਟ ਕਰ ਸਕਦਾ ਹੈ, ਉਹ ਇਸ ਕਾਬਿਲ ਹੋ ਗਿਆ ਹੈ। ਲੋੜ ਵੀ ਨਹੀਂ ਕਈਆਂ ਦੀ, ਜਿੱਦਾਂ ਤੁਹਾਨੂੰ ਮੈਂ ਦੱਸਿਆ ਨਾ। ਨਹੀਂ ਮੈਂ ਅਸੀਂ ਤੇ ਹਿਸਟੋਰੀਕਲੀ ਨਾਲੇਜ ਦੀ ਜਿਹੜੀ ਗਰੋਥ ਆ ਉਹ ਦੇਖ ਰਹੇ ਆ ਨਾ ਕਿ ਬਈ ਹੁਣ ਜਿਹੜਾ ਬਾਡੀ ਪਾਰਟ ਨੂੰ ਸਿਰਫ ਸਟੱਡੀ ਨਹੀਂ ਇਨਸਾਨ ਕਰ ਸਕਦਾ, ਬਲਕਿ ਉਹ ਬਾਡੀ ਪਾਰਟ ਦਾ ਜਿਹੜਾ ਅਲਟਰਨੇਟਿਵ ਹੈ ਉਹ ਵੀ ਬਣਾ ਸਕਦਾ ਹੈ। ਅੱਜ ਹੁਣ ਇੱਥੇ ਸਿਲੀਕਨ ਦੀ ਕਿਡਨੀਜ਼ ਤੇ ਬਹੁਤ ਰਿਸਰਚ ਚੱਲ ਰਿਹਾ ਟ੍ਰਾਂਸਪਲਾਂਟ ਲਈ, ਤੇ ਦੇ ਆਰ ਆਲਮੋਸਟ ਦੇਅਰ ਐਟ ਮੈਸ ਜਨਰਲ ਹਸਪੀਟਲ। ਤੇ ਜਿੱਦਾਂ ਫੋਰ ਐਗਜ਼ਾਮਪਲ ਉਹ ਤੇ ਹੁਣ ਜਿਹੜਾ ਸਾਡੇ ਨਾਲ ਦਾ ਅਨਫੋਰਚੂਨੇਟਲੀ ਜਿਹੜਾ ਸਭ ਤੋਂ ਐਨੀਮਲ ਕਲੋਜ਼ ਹੈਗਾ ਇਜ਼ ਅ ਪਿਗ ਸਾਡੇ ਨਾਲ। ਸੋ ਬਸ ਪਿਗ ਦੇ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ 'ਚ ਨਹੀਂ ਟ੍ਰਾਂਸਪਲਾਂਟ ਹੋ ਸਕਦੀਆਂ ਬਿਕੋਜ਼ ਆਫ ਰਿਜੈਕਸ਼ਨ ਐਂਡ ਆਲ। ਤੇ ਉਹ ਹੁਣ ਕਲੀਨ ਪਿਗਸ ਬਣਾ ਸਕਦੇ ਨੇ, ਦੇ ਆਰ ਇਨ ਦੀ ਇਫੈਕਟ। ਉਹ ਕਲੀਨ ਪਿਗ ਬਣਾ ਰਹੇ ਨੇ ਕਿ ਤੁਹਾਡੀ ਬੋਡੀ ਜਿਹੜੀ ਆ ਉਹਦੇ ਬੋਡੀ ਪਾਰਟਸ ਨੂੰ ਰਿਜੈਕਟ ਨਾ ਕਰ ਸਕੇ। ਸੋ ਮਤਲਬ ਕਿ ਇਹ ਮੈਂ ਤੇ ਆਮ ਗੋਇੰਗ ਬਿਯੋਂਡ ਦੈਟ ਕਿ ਵੀ ਹੁਣ ਜਿੱਦਾਂ ਅੱਖਾਂ ਦੀ ਤੁਹਾਨੂੰ ਮੈਂ ਗੱਲ ਦੱਸੀ ਆ ਕਿ ਕਈਆਂ ਨੂੰ ਤਾਂ ਉਹਨਾਂ ਨੇ ਹੁਣ ਇੱਥੋਂ ਤੱਕ ਪਹੁੰਚੇ ਆ ਕਿ ਵੀ ਦੇ ਕੈਨ ਟ੍ਰਾਂਸਪਲਾਂਟ, ਦੈਨ ਨੈਕਸਟ ਸਟੈਪ ਇਜ਼ ਕਿ ਬਾਈਪਾਸ। ਬਿਲਕੁਲ ਕੰਪਲੀਟਲੀ। ਪਰ ਮੈਂ ਇੱਕ ਤੁਹਾਨੂੰ ਡਾਕਟਰ ਸਾਹਿਬ ਗੱਲ ਕਰਾਂ ਕਿ ਇਹ ਸਾਰੀਆਂ ਫਿਜ਼ੀਕਲ ਬਿਮਾਰੀਆਂ ਨੇ ਜਿਹੜੀਆਂ ਵੀ ਸੋਸ਼ਲ ਜਾਂ ਬਿਹੇਵੀਅਰਲ ਜਾਂ ਸਾਈਕੋਲੋਜੀਕਲ ਬਿਮਾਰੀਆਂ ਨੇ, ਉਹਨਾਂ ਦੇ ਵਿੱਚ ਹਾਲੇ ਕੋਈ ਲੱਗਦਾ ਨਹੀਂ ਕਿ ਕੋਈ ਚੀਜ਼ ਇਹਨਾਂ ਨੂੰ ਕਰੂਗੀ। ਉਹ ਹਾਲੇ ਵੀ ਉਸ ਤਰ੍ਹਾਂ ਚੱਲਣੀ ਆ। ਮੈਨੂੰ ਇੱਕ ਸਟੋਰੀ ਯਾਦ ਆ ਰਹੀ ਆ ਔਰ ਬਿਲਕੁਲ ਉਹ ਸੱਚੀ ਸਟੋਰੀ ਆ। ਮੈਂ ਜਦੋਂ ਇੰਟਰਨਸ਼ਿਪ 'ਚ ਹੁੰਦਾ ਸੀਗਾ ਤੇ ਸਮਝਦੇ ਆ ਆਪਣੇ ਆਪ ਨੂੰ ਕਿ ਡਾਕਟਰ ਬਣ ਗਏ ਆ, ਤੇ ਮੇਰਾ ਇੱਕ ਨੌਨ ਮੈਡੀਕਲ ਬੰਦਾ ਸੀ, ਕਹਿੰਦਾ ਡਾਕਟਰ ਸਾਹਿਬ ਚਲੋ ਮੇਰੇ ਪਿੰਡ ਨੂੰ ਚਲੋ, ਤਾਂ ਉੱਥੇ ਇੱਕ ਜਨਾਨੀ ਬੜੀ ਬਿਮਾਰ ਹੈ ਤਾਂ ਤੁਸੀਂ ਦੇਖੋ। ਮੈਂ ਕਿਹਾ ਵੀ ਚਲੋ, ਮੈਂ ਅੰਦਰੋਂ ਡਰਾਂ। ਮੈਂ ਕਿਹਾ ਯਾਰ ਇੰਟਰਨ ਹੈਗਾ, ਹਾਲੇ ਸਿੱਖਿਆ ਕੁਛ ਨਹੀਂ, ਪਰ ਚਲੋ ਦੇਖਦੇ ਹਾਂ ਕੀ ਗੱਲ ਹੈ। ਚੱਲ ਗਿਆ ਉਹਦੇ ਪਿੰਡ ਤੇ ਮੈਂ ਕਿਹਾ ਵੀ ਲਿਆਓ ਜਨਾਨੀ ਨੂੰ। ਜਨਾਨੀ ਸੀ ਕਿ ਉਹਦਾ ਹਸਬੈਂਡ ਬਾਹਰ ਰਹਿੰਦਾ ਸੀ ਮਿਲਟਰੀ ਦੇ ਵਿੱਚ, ਤੇ ਉਹਨੂੰ ਬਹੁਤ ਹੀ ਉਸ ਟਾਈਮ ਤੇ ਕਹਿੰਦੇ ਸੀ ਕਿ ਹਿਸਟੀਰੀਆ ਹੋ ਗਿਆ। ਉਹ ਐਵੇਂ ਸਾਹ ਜਿਹਾ ਲਈ ਜਾਂਦੇ ਆ ਤੇ ਮਕਰ ਕਰਦੇ ਆ ਤੇ ਬੜੀ ਉਹਨੂੰ ਵਿਪਤਾ ਤੇ ਪ੍ਰੋਬਲਮ। ਤੇ ਮੈਂ ਸਮਝ ਗਿਆ ਥੋੜੀ ਦੇਰ ਦੇ ਵਿੱਚ। ਮੈਂ ਕਿ ਵੀ ਏਦਾਂ ਕਰੋ, ਤੁਸੀਂ ਇੰਜੈਕਸ਼ਨ ਲੈ ਕੇ ਆਓ, ਇਸ ਜਨਾਨੀ ਨੂੰ ਮੈਂ ਹੁਣੇ ਹੀ ਠੀਕ ਕਰ ਦੇਣਾ। ਅੱਛਾ, ਜਨਾਨੀ ਨੂੰ ਬਾਹਰ ਲੋਕੀ ਬੈਠੇ ਆ ਜੀ ਕਿ ਡਾਕਟਰ ਆਇਆ, ਵੱਡਾ ਡਾਕਟਰ ਆਇਆ। ਮੈਂ ਇੰਟਰਨ ਸੀਗਾ ਉਸ ਟਾਈਮ ਦੇ ਉੱਤੇ। ਮੈਂ ਜਨਾਨੀ ਨੂੰ ਅੰਦਰ ਕਰਕੇ ਤੇ ਮੈਂ ਕਿਹਾ ਵੀ ਗੱਲ ਸੁਣ ਤੂੰ। ਮੈਨੂੰ ਪਤਾ ਲੱਗਿਆ ਕਿ ਇਹ ਮਗਰ ਕਰਦੀ ਆ ਔਰ ਇਹਨੂੰ ਆਪਣੇ ਪ੍ਰੋਬਲਮ ਹੈਗੀ ਆ ਇਨ ਲॉज ਤੋਂ, ਤੇ ਇਹਦੇ ਘਰ ਵਾਲਾ ਹੈ ਨੀ ਗਾ, ਤੇ ਇਹਨੂੰ ਬੜੀ ਸੋਸ਼ਲ ਪ੍ਰੋਬਲਮ ਆ। ਮੈਂ ਉਹਦੇ ਇੰਜੈਕਸ਼ਨ ਦਾ ਬੋਡੀ ਚੋਂ ਇੱਥੇ ਬਾਂਹ ਦੇ ਵਿੱਚ ਬਲੱਡ ਕੱਢ ਕੇ ਉਹਨੂੰ ਦਿਖਾਇਆ। ਮੈਂ ਕਿਹਾ ਦੇਖ ਹੁਣ ਮੈਂ ਤੇਰੀ ਨਾੜ 'ਚ ਟੀਕਾ ਲਾਉਣ ਲੱਗਾ ਮੈਂ, ਤੇ ਤੂੰ ਮੈਨੂੰ ਦੱਸਣਾ ਕਿ ਤੂੰ ਇਹ ਜਿਹੜੇ ਲੰਬੇ ਲੰਬੇ ਸਾਹ ਲਈ ਜਾਂਦੀ ਆ, ਮੈਂ ਟੇਢੀ ਮੇਢੀ ਹੋਈ ਜਾਂਦੀ ਆ, ਕਿ ਜੇ ਦਵਾਈ ਦਾ
ਇੱਕ ਵੀ ਤੁਬਕਾ ਜ਼ਿਆਦਾ ਤੇਰੇ ਅੰਦਰ ਚਲਾ ਗਿਆ ਨਾ, ਤੇਰੀ ਸਾਰੀ ਬੋਡੀ ਤੇ ਤੱਫੜ ਤੇ ਛਪਾਕੀ ਛਿਲਪਣੀ ਆ। ਤੇ ਉਹ ਬੜੀ ਦੇਖ ਰਹੀ ਹਿਆਨ ਦੇ ਨਾਲ ਸਾਰੇ। ਤੇ ਮੈਂ 2-4 ਤੁਬਕੇ ਦਿੱਤੇ, 2-4 ਮੈਂ ਕਿਹਾ ਹੁਣ ਚਾਹੀ ਠੀਕ ਹੈ, ਕੁਛ ਹੋਰ ਲਾਵਾਂ ਦਵਾਈ ਕਿ ਨਹੀਂ ਲਾਵਾਂ? ਨਹੀਂ ਕਹਿੰਦੀ ਹੁਣ ਮੈਂ ਠੀਕ ਹੈ। ਮੈਂ ਕਿਹਾ ਨਹੀਂ ਦੱਸਦੇ, ਮੈਂ ਇੱਕ ਹੋਰ ਲਾ ਦਿੰਦਾ, 1-2 ਡ੍ਰੌਪ ਹੋਰ ਲਾ ਦਿੰਦਾ। ਕਰਦਿਆਂ 5 ਮਿੰਟਾਂ ਦੇ ਵਿੱਚ ਮੈਂ ਉਹ ਟੀਕਾ ਖਤਮ ਕਰਕੇ ਉਸ ਜਨਾਨੀ ਨੂੰ, ਮੈਂ ਬਾਹਰ ਕੋਈ 15-20 ਬੰਦੇ ਬੈਠੇ ਸੀ, ਪਬਲਿਕਲੀ ਉਸ ਚੀਜ਼ ਨੂੰ ਡੈਮੋਨਸਟ੍ਰੇਟ ਕੀਤਾ। ਜਨਾਨੀ ਖੁਦ ਤੁਰੀ ਜਾ ਰਹੀ ਹੈ, ਕੋਈ ਸਾਹ ਨਹੀਂ, ਕੋਈ ਝੋਲਾ ਨਹੀਂ ਪੈ ਰਿਹਾ, ਕੋਈ ਕੁਛ ਨਹੀਂ ਪੈ ਰਿਹਾ। ਉਹ ਲੋਕਾਂ ਦੀਆਂ ਤਾਂ ਅੱਖਾਂ ਟੱਡੀਆਂ ਰਹਿ ਗਈਆਂ ਉੱਥੇ ਸਾਰੇ। ਉਹ ਲੋਕੀ ਕਹਿਣ ਵੀ ਇਹ ਕਮਾਲ ਕੀ ਹੋ ਗਈ ਆ। ਸਾਈਕੋਲੋਜੀਕਲੀ ਇੰਨਾ ਜ਼ਿਆਦਾ ਉਹ ਇੰਪ੍ਰੈਸ ਹੋ ਗਈ ਕਿ ਇਹਦਾ ਵੱਡਾ ਵੈਦ ਆ ਗਿਆ ਕੋਈ। ਉਹ ਤਾਂ ਮੈਂ ਤਾਂ ਹਾਲੇ ਹੀ ਨਹੀਂ ਮੈਨੂੰ ਭੁੱਲਦੀ ਗੱਲ। ਉਹ ਪਿੰਡ 'ਚ ਮੈਂ ਜਦੋਂ ਹਾਲੇ ਵੀ ਜਾਣਾ, ਉਹ ਕਹਿੰਦੇ ਵੀ ਉਹ ਤਾਂ ਜਨਾਨੀ ਫਿਰ ਠੀਕ ਹੋ ਗਈ ਸੀ, ਪਰ ਕਹਿੰਦੇ ਜੀ ਫਿਰ ਉਹ 2 ਮਹੀਨਿਆਂ ਬਾਅਦ ਫਿਰ ਉਸੇ ਤਰ੍ਹਾਂ ਹੋ ਗਈ। ਅਸੀਂ ਫਿਰ ਉਹੀ ਟੀਕਾ ਮੰਗਵਾਇਆ ਤੇ ਸਾਨੂੰ ਫਾਰਮਾਸਿਸਟ ਨੇ ਦੱਸਿਆ ਜੀ ਕਿ ਉਹ ਟੀਕਾ ਤਾਂ ਗਲੂਕੋਜ਼ ਦਾ ਟੀਕਾ ਹੀ ਸੀਗਾ। ਗੱਲ ਇਹ ਹੈਗੀ, ਇਹ ਲੱਗਦਾ ਕਿ ਸਾਈਕੋਲੋਜੀਕਲ ਚੀਜ਼ਾਂ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਹੁੰਦੇ ਨਾ ਕੋਈ ਪੀਰ ਫਕੀਰ, ਪੀਰ ਹੁੰਦੇ ਨਾ, ਤੇ ਤੁਸੀਂ ਉਸੇ ਜ਼ਨਾਨੀ ਦਾ ਹੋਰ ਇਲਾਜ ਕਰ ਲੈਣਾ ਸੀਗਾ। ਤੁਸੀਂ ਸੋ ਸ਼ਰੀਫ ਡਾਕਟਰ, ਉਹਨੂੰ ਉਸੇ ਇਲਾਜ ਦੀ ਲੋੜ ਸੀਗੀ ਜੀ। ਤੁਸੀਂ ਬਾਬੇ ਨਹੀਂ ਸੀ। ਤੁਸੀਂ ਬਾਬੇ ਨਹੀਂ ਸੀ। ਟਾਈਮ ਆਊਟ। ਡਾਕਟਰ ਸਾਹਿਬ ਤੁਸੀਂ ਤਾਂ ਮੈਡੀਕਲ ਡਾਕਟਰ ਸੀ। ਹਾਂਜੀ। ਮੈਂ ਜਦੋਂ PhD ਕਰ ਰਿਹਾ ਸੀ ਨਾ, ਇੱਕ ਵਾਰੀ ਪਿੰਡ ਗਿਆ ਤੇ ਕਿਸੇ ਨੇ ਕਿਹਾ ਬਈ ਇਹ ਡਾਕਟਰੀ ਕਰ ਰਿਹਾ। ਉੱਥੇ ਪਿੰਡ ਵਾਲੇ ਇਕੱਠੇ ਹੋ ਗਏ ਕਿ ਜੀ ਆਹ ਹੈ ਉਹ। ਮੈਂ ਕਿਹਾ ਮੈਂ ਇਹੋ ਜਿਹਾ ਡਾਕਟਰ ਨਹੀਂ ਆ। ਕਹਿੰਦੇ ਨਹੀਂ ਜੀ ਨਹੀਂ, ਪੈਸੇ ਦੇ ਦਿਆਂਗੇ ਤੁਹਾਨੂੰ, ਆਹ ਹੈ ਜਾਉ ਹੈ। ਮੈਂ ਫਿਰ ਮਸਾਂ ਜਾਨ ਛੁਡਾਈ। ਮੈਂ ਕਿਹਾ ਭਰਾਵਾ ਮੈਂ ਤਾਂ ਉਹ ਪੜ੍ਹਨ ਵਾਲਾ ਡਾਕਟਰ ਆ। ਕਹਿੰਦੇ ਫਿਰ ਡਾਕਟਰੀ ਕਾਹਦੀ ਠੋਡੀ ਹੋਵੇ, ਐਵੇਂ ਟਾਈਮ ਹੀ ਵੇਸਟ ਕੀਤਾ ਸੀ ਆ ਕੇ, ਮਾਂ ਪਿਓ ਦੇ ਪੈਸੇ ਖਰਾਬ ਕੀਤੇ। ਪਰ ਡਾਕਟਰ ਸਾਹਿਬ ਕਿੱਦਾਂ ਤੁਸੀਂ ਕਹਿੰਦੇ ਹੋ ਕਿ AI ਦੇ ਨਾਲ ਅੱਗੇ ਇਹ ਸੋਸ਼ਲ ਬਿਹੇਵੀਅਰਲ ਸਾਈਕੋਲੋਜੀਕਲ ਇਸ਼ੂਜ਼ ਦੇ ਵਿੱਚ ਕੋਈ ਫਰਕ ਪਏਗਾ? ਯਾਰ ਆਪਣਾ ਤੁਸੀਂ ਇਹ ਸੋਚੋ ਕਿ ਜਿਹੜੇ ਸੋਸ਼ਲ ਬਿਹੇਵੀਅਰ ਦੇ ਜਿਹੜੇ ਪ੍ਰੋਬਲਮਸ ਨੇ, ਉਹਨਾਂ ਦੀ ਕਾਜ਼ ਕੀ ਹੈ? ਜੇ ਉਸ ਫਰਜ਼ ਕਰੋ ਹੁਣ ਜਿਹੜੀ ਤੁਸੀਂ ਮਿਸਾਲ ਦਿੱਤੀ ਹੈ, ਹੁਣ ਉਸ ਮਿਸਾਲ ਦੇ ਵਿੱਚ ਬੰਦਾ ਮਿਲਟਰੀ 'ਚ ਹੈ, ਔਰਤ ਜਵਾਨ ਹੈ, ਉਹਨੂੰ ਹਿਸਟੀਰੀਆ ਤੇ ਹੋਣਾ ਹੀ ਹੋਣਾ। ਹਾਂਜੀ। ਤੇ ਮਤਲਬ ਇਹ ਹੈ ਕਿ ਉਹ ਕੋਈ ਐਸੀ ਗੱਲ ਤੇ ਨਹੀਂ ਜਿਹੜੀ ਤੁਹਾਨੂੰ ਪਤਾ ਨਹੀਂ ਹੈਗੀ। ਨਹੀਂ ਪਰ ਸਰ no that is ਹਰ ਇੱਕ ਔਰਤ ਨੂੰ ਨਹੀਂ ਹੁੰਦਾ। it is also there is some chemical imbalance ਜਿਹਦੇ ਨਾਲ ਇਹ ਹੁੰਦਾ। ਡਾਕਟਰ ਸਾਹਿਬ ਨਹੀਂ, ਮੈਂ ਇਹ ਕਹਿ ਰਿਹਾ ਇਸ ਮਿਸਾਲ ਦੇ ਥਰੂ ਮੈਂ ਕਹਿ ਰਿਹਾ, ਬਾਕੀ ਜਿੱਥੇ ਨਾਨ ਫਿਜ਼ੀਕਲ ਫਿਨੋਮੀਨਾ ਹੈਗਾ, ਸਾਈਕੋਲੋਜੀਕਲ ਸੋਸ਼ਲ ਫਿਨੋਮੀਨਾ ਹੈਗਾ, ਤੇ ਇਹ ਤੁਸੀਂ ਯਕੀਨ ਰੱਖੋ ਕਿ ਜਿਹੜਾ ਸਾਈਕੋਲੋਜੀਕਲ ਸੋਸ਼ਲ ਫਿਨੋਮੀਨਾ ਉਹ ਵੀ ਤੇ ਫਿਜ਼ੀਕਲ ਮਾਦੇ ਦੀ ਬੁਨਿਆਦ ਦੇ ਉੱਤੇ ਆ ਰਿਹਾ ਨਾ। ਇਹਨੂੰ ਕਹਿ ਰਹੀ ਡਾਕਟਰ ਸਾਹਿਬ ਇਹ ਜ਼ਰੂਰੀ ਨਹੀਂ ਹੈਗਾ ਕਿ ਨਾ ਤੁਸੀਂ ਜਿਹੜਾ ਕਰਦੇ ਹੋ ਨਾ, ਤੁਸੀਂ ਹੁਣ ਦੋਵੇਂ ਜਿਹੜੇ ਹੁਣ ਕਰਨ ਲੱਗੇ ਹੋ ਨਾ, ਉਹ ਤੁਸੀਂ ਹੁਣ ਇਹ ਕਰਨਾ ਹੈ ਕਿ ਹੁਣ ਤੁਸੀਂ ਜਿਹੜਾ ਪਹਿਲੇ ਫਿਜ਼ੀਕਲ ਮਾਦੇ ਦੀ ਜਿਹੜੀ ਬਹਿਸ ਹੋ ਰਹੀ ਸੀ, ਉਹਦੇ ਤੋਂ ਤੁਸੀਂ ਨਿਕਲ ਕੇ ਤੇ ਸੋਸ਼ਲ ਤੇ ਸਪਿਰਿਚੁਅਲ ਦੇ ਨਾਂ ਤੇ ਮੈਟਾਫਿਜ਼ੀਕਲ ਹੋ ਜਾਣਾ ਹੈ, ਔਰ ਉਹ ਫਿਜ਼ੀਕਲ ਨੂੰ ਭੁੱਲ ਜਾਣਾ ਜਿਹੜਾ ਤੁਸੀਂ ਸਾਰੀਆਂ ਗੱਲਾਂ ਹੁਣ ਤੱਕ ਕਰਦੇ ਰਹੇ ਹੋ। ਤੁਹਾਡਾ ਇਹ ਖਿਆਲ ਹੈ ਕਿ ਜਦੋਂ ਇਹ ਸਾਰਾ ਕੁਝ ਤਰੱਕੀ ਕਰ ਰਿਹਾ, ਦਵਾਈਆਂ ਬਣ ਰਹੀਆਂ, ਨਹੀਂ ਬਣ ਰਹੀਆਂ, ਤੇ ਜਿਹੜੀ ਬਾਕੀ ਇਨਸਾਨ ਦੀ ਜਿਹੜੀ ਸੋਸ਼ਲ ਤੇ ਉਹਦੀ ਜਿਹੜੀ ਸਾਈਕੋਲੋਜੀਕਲ ਲਾਈਫ ਹੈ ਉਹ ਸਟੈਟਿਕ ਹੈ, ਇੰਜ ਨਹੀਂ ਹੈਗਾ। ਉਹਦੀ ਸੋਸ਼ਲ ਜਿਹੜੀ ਲਾਈਫ ਹੈ ਉਹ ਹੀ ਤਬਦੀਲ ਹੋ ਰਹੀ ਹੈ। ਮਿਸਾਲ ਦੇ ਤੌਰ ਤੇ ਫਰਜ਼ ਕਰੋ ਕਿ ਅਗਲੇ 200 ਸਾਲਾਂ 'ਚ ਯੂਨੀਵਰਸਲ ਇਨਕਮ ਹੁੰਦੀ ਹੈ। ਫਰਜ਼ ਕਰੋ ਲੋਕਾਂ ਨੂੰ ਇੰਨਾ ਕੰਮ ਕਰਨ ਦੀ ਲੋੜ ਨਹੀਂ, ਤੇ ਲੋਕੀ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਮੁਨਾਸਿਬ ਪੈਸੇ ਵੈਸੇ ਮਿਲ ਜਾਂਦੇ ਨੇ ਜਾਂ ਸੌਖੇ ਮਿਲ ਜਾਂਦੇ ਨੇ। ਠੀਕ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਹਾਲਾਤ ਦੇ ਵਿੱਚ ਕਿਸੇ ਨੂੰ ਹਜ਼ਾਰਾਂ ਮੀਲ ਦੂਰ ਆਪਣੀ ਬੀਵੀ ਤੋਂ ਰਹਿ ਕੇ ਕੰਮ ਕਰਨ ਦੀ ਕੀ ਲੋੜ ਹੋਏਗੀ, ਵਗੈਰਾ ਵਗੈਰਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸੁਸਾਇਟੀ ਨੇ ਵੀ ਨਾਲ ਉਹਦੇ ਜਿਹੜੇ ਡਾਇਨਾਮਿਕਸ ਨੇ ਉਹਨਾਂ ਨੇ ਚੇਂਜ ਹੋਣਾ ਹੈ। ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਆ। ਤੁਸੀਂ ਇਹ ਦੇਖੋ ਨਾ, ਅਗਸਤ ਦੇ ਵਿੱਚ ਹੀ, ਮੈਂ ਕਿਹਾ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ,
40 ਲੱਖ ਅਮਰੀਕਨਸ ਨੇ ਆਪਣੇ ਜੌਬ ਕੁਇਟ ਕਰਤੇ ਜੀ, ਜਿਹਨੂੰ ਹੁਣ ਕਹਿ ਰਹੇ ਦ ਗ੍ਰੇਟ ਕੁਇਟ ਜੀ, ਕੀ ਪ੍ਰੋਬਲਮ? 2 ਪ੍ਰੋਬਲਮ। ਇੱਕ ਤਾਂ ਆਖੇ ਦੇ ਆਰ ਫੈਡ ਆਫ ਮਾਈਕਰੋ ਮੈਨੇਜਮੈਂਟ ਐਂਡ ਦੂਸਰਾ ਬੀਇੰਗ ਡਿਸਰਿਸਪੈਕਟਡ ਐਟ देयर ਜੌਬ। ਠੀਕ। ਤੇ ਇਹ ਉਹ ਬੰਦੇ ਸੀ, ਕੋਈ $3 ਲੱਖ ਕਮਾ ਰਿਹਾ ਸਾਲ ਦਾ, ਕੋਈ 4 ਲੱਖ। ਮੇਰਾ ਇੱਥੇ ਇੱਕ ਸਟੂਡੈਂਟ ਸੀਗਾ, ਉਹ ਪਿਛਲੇ ਹਫਤੇ ਉਹਨੇ ਜੌਬ ਕੁਇਟ ਕਰਤਾ, ਉਹ $2.5 ਲੱਖ ਬਣਾ ਰਿਹਾ ਸੀ। ਕਹਿੰਦਾ I didn't like the way they treated me। ਚਲੋ ਇਹ ਫਿਰ ਬੈਕਲੈਸ਼ ਹੀ ਹੋਇਆ ਨਾ। ਇਹ ਪਰ ਮੈਂ ਡਾਕਟਰ ਸਾਹਿਬ ਦੀ ਜਿਹੜੀ ਮੈਂ ਗੱਲ, ਲੈਟ ਮੀ ਗੋ ਬੈਕ ਟੂ ਵਾਟ ਡਾਕਟਰ ਸਾਹਿਬ ਸੇ। ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਬਈ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਇਹ ਸੋਸ਼ਲ ਇਕਨੋਮਿਕ ਜਿਹੜੀ ਸੋਸ਼ਲ ਪ੍ਰੋਬਲਮਸ ਨੇ, ਸਾਈਕੋਲੋਜੀਕਲ ਪ੍ਰੋਬਲਮਸ ਨੇ, ਜਸਟ ਬਿਕੋਜ਼ ਬੰਦਾ ਦੂਰ ਸੀ ਤੇ ਹੋ ਜਾਂਦੀਆਂ ਨੇ। ਥੀਸ ਆਰ ਆਲਸੋ ਪ੍ਰੈਵਲੈਂਟ ਕਿ ਜਦ ਸਾਰੇ ਇੱਕ ਸੈਕਿੰਡ ਮੈਂ ਤੇ ਉਹਨਾਂ ਨੂੰ ਸਿਰਫ ਉਸ ਮਿਸਾਲ ਨੂੰ ਲਿਆ ਸੀ। ਮੈਂ ਇਹ ਨਹੀਂ ਕਿਹਾ ਕਿ ਹਮੇਸ਼ਾ ਇਹੋ ਹੀ ਹੁੰਦਾ ਹੈ। ਨਹੀਂ, ਅੱਛਾ ਇੱਕ ਹੋਰ ਮੈਂ ਤੁਹਾਡੀ ਗੱਲ ਸਮਝਣਾ ਹੈ ਕਿ ਉਹਦੇ ਵਿੱਚ ਕੈਮੀਕਲ ਇੰਬੈਲੈਂਸ 1000 ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ। ਹਾਂਜੀ, ਪਰ ਇੱਕ ਹੋਰ ਹੋਰ ਉਹਨਾਂ ਦੇ 1000 ਤਰ੍ਹਾਂ ਦੇ ਇਲਾਜ ਹੋ ਸਕਦੇ ਨੇ। ਮੈਂ ਤੇ ਉਹ ਤੁਹਾਨੂੰ ਸਿਰਫ ਜਿਹੜੀ ਡਾਕਟਰ ਸਾਹਿਬ ਨੇ ਮਿਸਾਲ ਦਿੱਤੀ ਸੀ ਨਾ, ਮੈਂ ਸਿਰਫ ਉਹਨੂੰ ਪਾਰਟਿਕੂਲਰਾਈਜ਼ ਕਰਕੇ ਕਹਿ ਰਿਹਾ ਸਾਂ। ਅੱਛਾ, ਇੱਕ ਹੋਰ ਗੱਲ, ਮੇਰਾ ਸਵਾਲ ਇਹ ਹੈਗਾ ਕਿ ਕਿਆ ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਬੰਦੇ ਦੀ ਜਿਹੜੀ ਪੂਰੀ ਸਰੀਰ ਔਰ ਉਹਦਾ ਜੋ ਕੁਝ ਵੀ ਹੈਗਾ ਉਹ ਇੱਕ ਮਟੀਰੀਅਲ ਮੈਨੀਫੈਸਟੇਸ਼ਨ ਹੈ, ਔਰ ਉਸ ਮਟੀਰੀਅਲ ਮੈਨੀਫੈਸਟੇਸ਼ਨ ਦੇ ਜਦੋਂ ਇੱਕ ਹਿੱਸੇ ਦੇ ਵਿੱਚ ਜਦੋਂ ਫਰਕ ਪੈਂਦਾ ਹੈ ਤੇ ਉਹਦਾ ਅਸਰ ਦੂਜੇ ਹਿੱਸੇ ਤੇ ਹੁੰਦਾ। ਇੱਕ ਗੱਲ। ਦੂਜੀ ਗੱਲ ਇਹ ਕਿ ਕਿਆ ਜਦੋਂ ਅਸੀਂ ਉਸ ਮਟੀਰੀਅਲ ਮੈਨੀਫੈਸਟੇਸ਼ਨ ਦੀ ਜਿਹੜੀ ਉਹ ਗੱਲਾਂ ਜਿਹੜੀਆਂ ਅਸੀਂ ਪਹਿਲੇ ਨਹੀਂ ਸੀ ਸਮਝਦੇ, ਹੁਣ ਸਮਝ ਲਈ ਹੈ, ਤੇ ਕਿਆ ਹੁਣ ਅੱਗੇ ਜਾ ਕੇ ਜਿਹੜੀ ਅੱਜ ਸਾਨੂੰ ਸਮਝ ਨਹੀਂ ਹੈਗੀ ਉਹ ਸਮਝ ਨਹੀਂ ਆ ਜਾਣੀਆਂ ਸਾਨੂੰ? ਆ ਜਾਣੀ ਆ, ਪਰ ਉਹ ਵੀ ਰੂਡੀਮੈਂਟਰੀ ਲੈਵਲ ਹੈ। ਜਿਹੜੇ 50 ਸਾਲ ਪਹਿਲਾਂ ਜਾਂ 100 ਸਾਲ ਬੰਦੇ ਪਹਿਲਾਂ ਸੀ, ਉਹ ਵੀ ਸਾਡੇ ਸਮਝਦੇ ਸੀ ਕਿ ਸਾਨੂੰ ਸਭ ਸਮਝ ਆ ਗਿਆ, ਹੁਣ ਅੱਗੇ ਸਾਨੂੰ ਕੁਝ ਹੋਰ ਸਮਝ ਨਹੀਂ ਆਉਣਾ। ਇਹ ਤਾਂ ਮਿਸਟਰੀਆਂ ਤੇ ਖੁੱਲਦੀਆਂ ਰਹਿਣੀਆਂ ਨੇ। ਇੱਕ ਗੱਲ। ਦੂਜੀ ਗੱਲ, ਮੈਂ ਤੁਸੀਂ ਮੈਨੂੰ ਗੱਲ ਹੀ ਭੁਲਾ ਛੱਡੀ ਡਾਕਟਰ ਸਾਹਿਬ। ਹਾਂ, ਗੱਲ ਇਹ ਹੈ ਕਿ ਵੀ ਜਿਹੜੀ ਤੇਜ਼ੀ ਨਾਲ ਵੱਧ ਰਿਹਾ ਹੈ ਨਾ ਸਾਇੰਸ, ਇਸ ਪਾਸੇ ਤਰੱਕੀ ਹੋ ਰਹੀ ਹੈ, ਉਨੀ ਸੋਸ਼ਲ ਇਕਨੋਮਿਕ ਤਰੱਕੀ ਨਹੀਂ ਹੋ ਰਹੀ ਉਹਦੇ ਨਾਲ ਮੁਕਾਬਲੇ 'ਚ। ਬੀਬਾ ਜੀ ਮੈਂ ਤੁਹਾਨੂੰ ਗੱਲਾਂ ਕੀਤੀਆਂ ਨੇ ਨਾ ਸੋਸ਼ਲ ਇਕਨੋਮਿਕ ਸਾਈਕੋਲੋਜੀਕਲ ਗੱਲਾਂ, ਉਹ ਇਟਸ ਲੈਗਿੰਗ ਬਿਹਾਈਂਡ ਦ ਸਾਇੰਸ। ਸੋ ਇਹ ਰਹਿਣੀਆਂ ਨੇ, ਈਵਨ ਦੋ ਸਾਇੰਸ ਵਿਲ ਪ੍ਰੋਗਰੈਸ ਟੂ ਦੈਟ ਲੈਵਲ। ਨਹੀਂ, ਉੱਥੇ ਉਹ ਮਾਰਕਸ ਦਾ ਜਿਹੜਾ ਐਨਾਲਿਸਿਸ ਹੈ ਨਾ, ਉਹ ਦੇਖਣ ਦੀ ਲੋੜ ਹੈ। ਉਹ ਕਹਿੰਦਾ ਜਿਹੜੇ ਪ੍ਰੋਡਕਟਿਵ ਫੋਰਸਸ ਹੈ ਇਹ ਬਹੁਤ ਗਾਂ ਵੱਧ ਜਾਂਦੇ ਆ, ਤੇ ਸੋਸ਼ਲ ਰਿਲੇਸ਼ਨਸ ਜਿਹੜੇ ਹੈਗੇ ਆ ਉਹ ਪਿੱਛੇ ਰਹਿ ਜਾਂਦੇ ਆ। ਤਾਂ ਇੱਕ ਬੜਾ ਸ਼ਾਰਪ ਕੌਨਫਲਿਕਟ ਪੈਦਾ ਹੁੰਦਾ, ਜਿਹੜਾ ਫਿਰ ਰੈਵੋਲੂਸ਼ਨ ਦੀ ਕੰਡੀਸ਼ਨਸ ਤਿਆਰ ਕਰਦਾ। ਐਗਜ਼ੈਕਟਲੀ। ਨਹੀਂ, ਤੇ ਗੱਲ ਇਹ ਹੋਈ ਨਾ ਕਿ ਇਵੈਂਚੁਅਲੀ ਉਹਨੇ ਜਿਹੜੀਆਂ ਸੋਸ਼ਲ ਕੰਡੀਸ਼ਨਸ ਨੇ ਉਹਨਾਂ ਨੇ ਇਵੈਂਚੁਅਲੀ ਕੈਚਅਪ ਕਰਨਾ ਹੈ। ਕੈਚਅਪ ਕਰ ਹੀ ਨਹੀਂ ਸਕਦੇ। ਨਹੀਂ, ਫਿਰ ਰੈਵੋਲੂਸ਼ਨ ਨਾਲ ਹੁੰਦੇ ਨਾ। ਜਿਹੜੀ ਤੁਸੀਂ ਬੀਬਾ ਜੀ ਕਹਿ ਰਹੇ ਹੋ, ਮੈਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ। ਉਹ ਜਿਹੜਾ ਕੈਚਅਪ ਤੁਸੀਂ ਜਿਹੜਾ ਕਹਿੰਦੇ ਨਾ ਹੋਣਾ ਹੀ ਨਹੀਂ ਹੈ, ਇਹ ਵੀ ਹੋ ਸਕਦਾ ਕਿ ਸੋਸ਼ਲ ਕੰਡੀਸ਼ਨ ਜਿਹੜੀਆਂ ਨੇ ਉਹ ਜਿਹੜਾ ਫਿਜ਼ੀਕਲ ਪ੍ਰੋਡਕਸ਼ਨ ਆ ਉਹਦੇ ਤੋਂ ਅੱਗੇ ਦੀਆਂ ਹੋ ਜਾਣ। ਬਿਲਕੁਲ ਹਿਸਟੋਰੀਕਲੀ ਤੇ ਨਹੀਂ ਹੋਇਆ। ਇਹ ਹੋ ਤਾਂ ਕਈ ਕੁ ਸਕਦਾ ਉਹਨੂੰ ਤੇ ਨਹੀਂ, ਹਿਸਟੋਰੀਕਲੀ ਕਿਉਂ ਨਹੀਂ ਹੋਇਆ? ਮਸਲਨ ਗ੍ਰੀਕਸ ਜਿਹੜੇ ਨੇ ਉਹ ਫਲਸਫੇ ਦੀ ਜੇ ਸਟੇਜ ਦੇ ਉੱਤੇ ਜਿੰਨੀ ਸਪੈਕੂਲੇਸ਼ਨ ਉਹਨਾਂ ਦੀ ਹੈ ਸੀ, ਅਰਿਸਟੋਟਲ ਦੀ ਜਾਂ ਪਲੇਟੋ ਦੀ ਜਾਂ ਸੋਕਰੇਟਿਸ ਦੀ ਜਾਂ ਬਾਕੀਆਂ ਦੀ, ਉਨੀਆਂ ਅਜੇ ਸਾਡੇ ਤੁਹਾਡੇ ਖਿਆਲ ਦੇ ਵਿੱਚ ਮਟੀਰੀਅਲ ਕੰਡੀਸ਼ਨ ਨਹੀਂ ਸੀ ਨਾ ਅੱਗੇ ਵਧੀਆਂ। ਅਜੇ ਪ੍ਰੋਡਕਸ਼ਨ ਤਾਂ ਰਿਲੇਟਿਵਿਟੀ ਹੈ ਨਾ ਡਾਕਟਰ ਸਾਹਿਬ, ਹਰ ਇੱਕ ਦੀ ਰਿਲੇਟਿਵਿਟੀ ਹੈ ਨਾ। ਜਿੱਥੇ ਅਸੀਂ ਸੀਗੇ ਉੱਥੇ ਉਹ ਨਹੀਂ ਸੀ, ਜਿੱਥੇ ਉਹ ਸੀ ਅਸੀਂ ਨਹੀਂ ਸੀ। ਪਰ ਹਮੇਸ਼ਾ ਯੂ ਵਿਲ ਆਲਵੇਜ਼ ਸੀ ਸਾਇੰਸ, ਜੇ ਸਾਇੰਸ ਜਸਟ ਰਨਸ, ਤੇ ਜਿਹੜੀ ਸੋਸ਼ਲ ਇਕਨੋਮਿਕ ਸੋਚ ਹੈਗੀ ਆ ਉਹ ਤਾਂ ਬਹੁਤ ਪਿੱਛੇ ਹੈ ਡਾਕਟਰ ਸਾਹਿਬ। ਹਾਲੇ ਪਿੰਡਾਂ ਚਲੇ ਜਾਓ ਤੁਸੀਂ, ਹਾਲੇ ਵੀ ਉੱਥੇ ਝਾੜ ਪੂਛ ਕਰਦੇ ਨੇ। ਹਾਲੇ ਉੱਥੇ ਵੀ ਪੇੜਾਂ ਦੇ ਥੱਲੇ ਕਹਿੰਦੇ ਨੇ ਲੰਘ ਗਈ ਰਾਤ ਨੂੰ ਫਲਾਣੇ ਬੋਰਡ ਦੇ ਥੱਲੇ ਤੇ ਉੱਥੇ ਫਲਾਣੀ ਚਮੜ ਗਈ ਤਾਂ ਇਹ ਹੋ ਗਿਆ। ਨਹੀਂ ਬੀਬਾ ਜੀ, ਇਹ ਤਾਂ ਹਮੇਸ਼ਾ ਹੀ ਹੁੰਦਾ ਕਿਉਂਕਿ ਸੋਸ਼ਲ ਰਿਐਲਿਟੀ ਅਨਈਵਨ ਹੈਗੀ ਆ, ਤੇ ਹਮੇਸ਼ਾ ਹੀ ਅਨਈਵਨ ਹੁੰਦੀ ਆ। ਤੁਸੀਂ ਇਹ ਦੇਖ ਲਓ ਨਾ, ਐਗਰੀਕਲਚਰ ਜਦੋਂ ਇਜਾਦ ਹੋਇਆ ਉਹ ਵੀ ਇੱਕੋਦਮ ਸਾਰਿਆਂ ਥਾਂ ਤੇ ਨਹੀਂ ਹੋਇਆ। ਉਹਦੇ ਨਾਲ ਜਿਹੜੀ ਟੈਕਨੋਲੋਜੀ ਆਈ ਉਹ ਵੀ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਟਾਈਮ ਪਹੁੰਚੀ ਆ।
I agree, ਬਿਲਕੁਲ ਤੁਸੀਂ ਬਿਲਕੁਲ ਸਹੀ ਕਰ ਰਹੇ, but will you give me the point ਕਿ ਬਈ it is uneven ਤੇ ਜਿਹੜੀ ਸੋਸ਼ਲ ਸਾਡੀ ਸੋਚ ਹੈਗੀ ਹੈ ਉਹ ਪਿੱਛੇ ਹੈ ਸਾਇੰਸ ਤੋਂ, ਇਹ ਤੁਸੀਂ ਇਸ ਗੱਲ ਨੂੰ ਥੋੜਾ ਬਹੁਤ ਅਗਰੀ ਕਰਦੇ ਹੋ? ਨਹੀਂ, ਅਸੀਂ ਕਹਿੰਦੇ ਹਮੇਸ਼ਾ ਹੀ ਇੰਜ ਹੁੰਦੀ ਹੈ। ਬਿਲਕੁਲ ਉਦਾਂ ਹੀ ਰਹਿਣੀ ਹੈ। ਨਹੀਂ, ਰਹਿਣੀ ਨਹੀਂ ਉਦਾਂ ਹੀ, ਉੱਥੇ ਪ੍ਰੋਬਲਮ ਹੈ, ਉੱਥੇ ਆਪਣਾ ਡਿਸਐਗਰੀਮੈਂਟ ਹੈ। ਕਿਉਂਕਿ ਬੀਬਾ ਜੀ ਨੇ ਉੱਥੇ ਮੈਡੀਫਿਜ਼ੀਕਲ ਲਿਆਉਣਾ ਹੈ ਜ਼ਰੂਰ, ਮੈਟਾਫਿਜ਼ਿਕਸ ਤੋਂ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ। ਬੀਬਾ ਜੀ ਨੇ ਬਾਬਿਆਂ ਨੂੰ ਜ਼ਰੂਰ ਲਿਆਉਣਾ। ਹਾਂਜੀ, no I'm not saying that, ਮੈਂ ਤਾਂ ਬਿਲਕੁਲ ਸਾਇੰਟਿਫਿਕਲੀ ਜਾ ਰਹੀ ਹਾਂ। ਬਾਬਾ is nothing to do with it, ਮੈਟਾਫਿਜ਼ੀਕਲ ਤੇ ਬਿਲਕੁਲ ਜਗ੍ਹਾ ਹੈ ਹੀ ਨਹੀਂ ਉੱਥੇ। ਪਰ ਮੇਰਾ ਕਹਿਣ ਦਾ ਵਿਚਾਰ ਹੈ, ਮੇਰਾ ਕਹਿਣ ਦਾ ਮਤਲਬ ਇਹ ਹੈਗਾ ਆ ਕਿ ਜਿਹੜੇ ਅਮਰ ਕਹਿ ਰਹੇ ਸੀ ਨਾ ਕਿ ਵੀ ਜਿਹੜੀਆਂ ਇਹ ਸੋਸ਼ਲ ਪ੍ਰੋਬਲਮਸ ਨੇ ਨਾ, they are going to never catch up with the scientific development of medicine। ਅਸੀਂ ਮੈਡੀਸਨ ਤੇ ਵਾਪਸ ਜਿਹੜੀਆਂ ਅੱਜ ਕੱਲ ਮੈਂਟਲ ਪ੍ਰੋਬਲਮਸ ਦੇਖੋ ਕਿੰਨੀਆਂ ਵੱਧ ਗਈਆਂ ਨੇ, ਸਾਇੰਸ ਅੱਗੇ ਭੱਜੀ ਜਾ ਰਹੀ ਹੈ, ਲੋਕਾਂ ਨੂੰ ਜਿਹੜੀਆਂ ਇਹ ਸਾਈਕੋਲੋਜੀਕਲ ਔਰ ਮੈਂਟਲ ਪ੍ਰੋਬਲਮਸ ਨੇ ਕਿੰਨੀਆਂ ਜ਼ਿਆਦਾ ਵੱਧ ਗਈਆਂ ਨੇ, ਐਕਚੁਅਲੀ ਡਿਸਪ੍ਰੋਪੋਰਸ਼ਨੇਟਲੀ ਵੱਧ ਗਈਆਂ ਨੇ। ਇਹ ਮੰਨਦੇ ਹੋ ਡਾਕਟਰ? ਉਹ ਤਾਂ ਵੱਧ ਨਹੀਂ ਗਈਆਂ, ਹੁਣ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਬਿਮਾਰੀ ਹੈਗੀ ਹੈ, ਪਹਿਲੇ ਪਤਾ ਨਹੀਂ, ਇਹ ਗੱਲ ਗਲਤ ਹੈ। ਅੱਜ ਕੱਲ ਦੁਨੀਆ ਕਿੱਦਾਂ ਭੱਜੀ ਫਿਰਦੀ ਆ, ਇਹਦਾ ਨਾਂ ਕੀ ਆ, ਕਿਉਂਕਿ ਵਿਹਲੇ ਵੀ ਹੋ ਗਏ ਨੇ ਨਾ। ਜਿਹੜੇ ਬਹੁਤਾ ਵਿਹਲਾ ਹੁੰਦਾ ਉਹ ਆਪਣੇ ਦਿਮਾਗ ਸੋਚਦਾ ਕਿ ਮੈਂ ਬਿਮਾਰ ਹਾਂ, ਬਈ ਮੈਨੂੰ ਕੀ ਹੋ ਗਿਆ। ਦੂਜੀ ਗੱਲ ਜਿਹੜਾ ਏਲੀਏਨੇਸ਼ਨ ਹੈ ਨਾ ਇਹਦਾ ਤੁਸੀਂ ਨਹੀਂ, ਇਹਦਾ ਤੁਸੀਂ ਬੀਬਾ ਜੀ ਡੇਟਾ ਦਿਓ, ਡੇਟਾ ਦਿਓ ਕਿ 19th ਸੈਂਚੁਰੀ ਚ ਕਿੰਨੇ % ਲੋਕ ਪਾਗਲ ਸਨ ਤੇ 21st ਸੈਂਚੁਰੀ ਚ ਕਿੰਨੇ ਨੇ, ਡੇਟੇ ਨਾਲ ਸਾਬਤ ਕਰੋ। ਮੈਂ ਤੁਹਾਨੂੰ ਦੱਸੋ ਹੁਣ ਐਵੇਂ ਨਹੀਂ ਮਤਲਬ ਇਹ ਕਿ ਹਵਾ ਦੇ ਵਿੱਚ ਗੱਲ ਚਲਾ ਦੋ। ਨਹੀਂ, ਹਵਾ 'ਚ ਗੱਲ ਨਹੀਂ ਚਲਾਈ। ਹੁਣ ਤੁਸੀਂ ਆਰਗੂਮੈਂਟ ਅੱਗੋਂ ਦਿਓ ਨਾ, ਤੁਸੀਂ ਹੁਣ ਮੈਨੂੰ ਜਾਣ ਕੇ ਮੇਰੇ ਤੇ ਸਿੱਟਾ। ਨਹੀਂ, ਮੈਂ ਕਹਿ ਰਿਹਾ ਤੁਸੀਂ ਡੇਟਾ ਦਿਓ ਨਾ। ਅੱਜ ਕੱਲ ਦੁਨੀਆ ਨੂੰ ਜ਼ਿਹਨੀ ਬਿਮਾਰੀਆਂ ਜ਼ਿਆਦਾ ਨਹੀਂ, ਤੁਸੀਂ ਦੱਸੋ ਮੈਨੂੰ। ਪਹਿਲਾਂ ਇੰਨੀਆਂ ਸੀਗੀਆਂ, ਤੁਸੀਂ ਮੈਨੂੰ ਜਸਟ ਆਬਜ਼ਰਵੇਸ਼ਨਲੀ ਤੁਸੀਂ ਤਾਂ ਬਹੁਤ ਦੁਨੀਆ ਵੇਖੀ ਹੈ, ਦੱਸੋ ਮੈਨੂੰ। ਪਹਿਲੇ ਲੋਕਾਂ ਨੂੰ ਜਿਹੜੀ ਜ਼ਿਹਨੀ ਬਿਮਾਰੀਆਂ ਹੁੰਦੀਆਂ ਸਨ, ਉਹ ਜਾ ਕੇ ਪੀਰ ਕੋਲ ਚਲ ਜਾਂਦੇ ਸਨ, ਉਹ ਕਿਸੇ ਹਕੀਮ ਕੋਲ ਚਲ ਜਾਂਦੇ ਸਨ, ਉਹ ਕੋਈ ਹੋਰ ਇਲਾਜ ਕਰਦੇ ਸਨ। ਹੁਣ ਮਸਲਾ ਇਹ ਹੋ ਗਿਆ ਕਿ ਹੁਣ ਜਿਹੜੀ ਆਪਣਾ ਸਾਈਕੈਟਰੀ ਹੈ ਔਰ ਬਾਕੀ ਸਾਰੇ ਇੰਨੀ ਐਡਵਾਂਸ ਹੋ ਗਈ ਹੈ ਕਿ ਹੁਣ ਹਰ ਚੀਜ਼ ਜਿਹੜੀ ਹੈ ਉਹ ਆਇਡੈਂਟੀਫਾਈ ਹੋ ਜਾਂਦੀ ਹੈ। ਚੁਨਾਚੇ ਹੁਣ ਜਿਨ੍ਹਾਂ ਜ਼ਿਹਨੀ ਬਿਮਾਰੀਆਂ ਨੂੰ ਅਸੀਂ ਕਹਿੰਦੇ ਹਾਂ ਉਹ ਬਹੁਤ ਹੋ ਗਈਆਂ ਨੇ। ਮੇਰਾ ਆਪਣਾ ਇਹ ਖਿਆਲ ਹੈ ਕਿ ਪ੍ਰਪੋਰਸ਼ਨੇਟਲੀ ਸ਼ਾਇਦ ਉਹਨਾਂ ਦੀ ਪ੍ਰਪੋਰਸ਼ਨ ਨਾ ਵਧੀ ਹੋਵੇ ਬਲਕਿ ਘਟੀ ਹੋਵੇ। ਮਿਸਾਲ ਦੇ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵੀ ਸਿਵਲਾਈਜੇਸ਼ਨ ਡਿਕਲਾਈਨ ਕਰਦੀ ਹੈ, ਜਿਵੇਂ ਮੁਗਲਾਂ ਦੀ ਸਿਵਲਾਈਜੇਸ਼ਨ ਡਿਕਲਾਈਨ ਕਰ ਰਹੀ ਸੀਗੀ ਅੰਗਰੇਜ਼ਾਂ ਦੇ ਜ਼ਮਾਨੇ, ਤੇ ਦਿੱਲੀ ਵਿੱਚ ਪਾਗਲਾਂ ਦੀ ਤਾਦਾਦ ਵੱਧ ਗਈ ਸੀ, ਉਹ ਤਾਦਾਦ ਕਈ ਗੁਣਾ ਹੋ ਗਈ ਸੀ। ਕਈ ਲੋਕੀ ਇਹੀ ਆਰਗੂਮੈਂਟ ਡਿਕਲਾਈਨ ਆਫ US ਐਮਪਾਇਰ ਆਲਸੋ ਦਿੰਦੇ ਆ ਕਿ ਇੱਥੇ ਸਕਿਜ਼ੋਫਰੇਨੀਆ ਪਿਛਲੇ 50 ਸਾਲਾਂ ਚ ਇੰਨਾ ਵਧਿਆ ਕਿ ਕੋਈ ਹੱਦ ਹਿਸਾਬ ਨਹੀਂ, ਕਿਉਂਕਿ 60 ਤੋਂ ਇਸ ਐਮਪਾਇਰ ਦਾ ਡਿਕਲਾਈਨ ਸ਼ੁਰੂ ਹੋ ਗਿਆ। ਦੂਜੀ ਗੱਲ, ਪੁਰਾਣੇ ਵਕਤਾਂ 'ਚ ਇਹ ਜਿਹੜੀਆਂ ਬਿਮਾਰੀਆਂ ਹੁੰਦੀਆਂ ਸੀ ਇਹਨਾਂ ਦਾ ਲੁਕੋ ਬਹੁਤ ਹੁੰਦਾ ਸੀ। ਬਿਲਕੁਲ। ਹੁਣ ਬਿਲਕੁਲ ਪਬਲਿਕ ਗੱਲਾਂ ਹੋਣ ਲੱਗ ਪਈਆਂ ਇਹਨਾਂ ਬਾਰੇ। ਦੇਖੋ ਨਾ, ਹੁਣ ਹੋਰ ਵੀ ਗੱਲ ਹੈ ਕਿ ਇੱਕ ਹੋਰ ਵੀ ਗੱਲ ਹੈ ਕਿ ਇਹ ਜਿਹੜੀਆਂ ਬਿਮਾਰੀਆਂ ਸੀ, ਜਿਉਂ-ਜਿਉਂ ਸੁਸਾਇਟੀ ਬਦਲ ਰਹੀ ਆ, ਉਹ ਬਿਮਾਰੀਆਂ ਦੇ ਨਾਂ ਤੇ ਬਿਹੇਵੀਅਰ ਤੇ ਹੋਰ ਚੀਜ਼ਾਂ ਵੀ ਬਦਲਦੇ ਜਾ ਰਹੇ ਨੇ। ਫਾਰ ਐਗਜ਼ਾਮਪਲ ਹਿਸਟੀਰੀਆ ਨਾਂ ਦੀ ਹੁਣ ਇਸ ਵੇਲੇ ਕਹਿੰਦੇ ਕਿ ਕੋਈ ਬਿਮਾਰੀ ਨਹੀਂ, ਇਹ ਸਿਰਫ ਸੁਸਾਇਟੀ ਦੀਆਂ ਬਿਹੇਵੀਅਰਲ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਅਸੀਂ ਦੂਸਰਾ ਨਾਂ ਦੇ ਦਿੱਤਾ, ਪਰ ਡਿਫਰੈਂਟ ਟਾਈਪ ਦੇ ਨਾਂ ਆਉਣੇ ਸ਼ੁਰੂ ਹੋ ਗਏ ਆ। ਉਹਨਾਂ ਬਿਮਾਰੀਆਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਇਟ ਇਜ਼ ਨਾਟ ਹਿਸਟੀਰੀਆ, ਇਜ਼ ਨਾਟ ਕਿ ਦਿਮਾਗ 'ਚ ਐਵੇਂ ਬਿਨਾਂ ਮਤਲਬ ਦੇ ਕਲਰ, ਦੇयर इज अ ਬੇਸਿਸ ਫॉर ਹਿਸਟੀਰੀਆ। ਤੁਸੀਂ ਹਿਸਟੀਰੀਆ ਕਹਿ ਕੇ ਤਾਂ ਦੇਖੋ ਕਿਸੇ ਨੂੰ, ਹੁਣ there is a basis, there is a scientific basis for hysteria। ਬਿਨਾਂ ਮਤਲਬ ਦੇ ਹਿਸਟੀਰੀਆ ਹੁਣ ਤਾਂ ਤੁਸੀਂ ਕਿਸੇ ਨੂੰ ਕਮਲਾ ਜਾਂ ਪਾਗਲ ਵੀ ਨਹੀਂ ਕਹਿ ਸਕਦੇ। ਨਹੀਂ, ਉਹ ਤਾਂ ਗੱਲ ਵੱਖਰੀ ਆ, ਉਹ ਤਾਂ ਚਲੋ ਸੋਸ਼ਲ ਗੱਲ ਹੋ ਗਈ ਨਾ। ਪਰ ਐਨੀਵੇਜ਼ ਜਿਹੜੀ ਹਿਸਟੀਰੀਆ ਦੀ ਗੱਲ ਹੋ ਰਹੀ ਹੈ ਨਾ, there is a scientific basis for it। ਤੁਸੀਂ ਕਿਸੇ ਔਰਤ ਨੂੰ ਕਹਿ ਕੇ ਵੇਖੋ ਤੈਨੂੰ ਹਿਸਟੀਰੀਆ, ਕਹਿ ਤੇ ਖੈਰ ਕਿਸੇ ਔਰਤ ਨੂੰ ਅਸੀਂ ਕੁਝ ਵੀ ਨਹੀਂ ਸਕਦੇ, ਕਹੀ ਜਾ ਰਹੇ ਹੋ ਨਾ ਸਾਰੇ ਜਣੇ। ਹਿਸਟੀਰੀਆ ਕੀ ਕਹਿਣਾ ਅਸੀਂ, ਲੇਕਿਨ ਇਹ ਹੈ ਕਿ ਇਹ ਜਦੋਂ ਨਵੀਂ ਪ੍ਰੋਜ਼ੇਕ ਆਈ ਨਾ ਦਵਾਈ,
ਪ੍ਰੋਜ਼ੈਕ ਆਈ ਨਾ ਜਦੋਂ, ਤੇ ਉਹ ਜਿਹੜੀ ਪ੍ਰੋਜ਼ੈਕ ਹੈ ਉਹਦੇ ਨਾਲ ਜਿਹੜੀ ਤੁਹਾਡੀ ਐਫੀਸ਼ੀਐਂਸੀ ਹੈ ਬਾਡੀ ਦੀ ਉਹ ਕਿੰਨੀ ਵੱਧ ਸਕਦੀ ਹੈ, ਉਹਦੇ ਉੱਤੇ ਕਿਤਾਬ ਛਪੀ ਸੀ, ਉਹ ਮੈਂ ਪੜ੍ਹੀ ਸੀਗੀ। ਹਾਂਜੀ। ਤੇ ਉਸ ਕਿਤਾਬ ਦਾ ਜਿਹੜਾ ਉਨਵਾਨ ਸੀਗਾ, ਉਹਦੀ ਜਿਹੜੀ ਇੰਟੈਂਸ਼ਨ ਸੀ ਉਹ ਇਹ ਸੀਗੀ ਕਿ ਇਹ ਜਿਹੜੀ ਪ੍ਰੋਜ਼ੈਕ ਦੇ ਨਾਲ ਜਿਹੜੀ ਤੁਹਾਡੀ ਐਫੀਸ਼ੀਐਂਸੀ ਵੱਧਦੀ ਹੈ, ਕਿਆ ਇਹ ਤੁਹਾਡਾ ਇਨਸਾਨੀ ਕਮਾਲ ਹੈ ਕਿ ਕਿਆ ਇਹ ਇਸ ਕੈਮੀਕਲ ਦਾ ਕਮਾਲ ਹੈ? ਤੇ ਡਾਕਟਰ ਜਿਹੜੇ ਬਾਬੇ ਸੀ ਨਾ ਪੁਰਾਣੇ ਉਹ ਵੀ ਹੁਣ ਪ੍ਰੋਜ਼ੈਕ ਦੀਆਂ ਪੁੜੀਆਂ ਦੇਣ ਲੱਗ ਪਏ ਆ। ਨਹੀਂ ਆਪਣੇ ਪਹਿਲਾਂ ਬਾਡੀ ਦੇ ਟਾਈਮ ਬਾਡੀ ਕਰਨ ਵਾਲਿਆਂ ਨੂੰ ਫੀਮ ਦੀ ਗੋਲੀ ਦਿੰਦੇ ਹੁੰਦੇ ਸੀ। ਬਿਲਕੁਲ ਕਿ ਬਈ ਚੱਲ ਲੱਗੇ ਰਹੋ। ਨਹੀਂ ਹੁਣ ਮਤਲਬ ਇਹ ਅਸਲੀ ਗੱਲ ਹੈ। ਹਾਂਜੀ, ਇਹ ਅਫੀਮ ਵਾਲੀ ਅਸਲੀ ਗੱਲ ਹੈ। ਬਿਲਕੁਲ ਬਿਲਕੁਲ, ਪਿੰਡਾਂ ਚਲੇ ਵੀ ਦਿੰਦੇ ਬਾਡੀ ਟਾਈਮ ਜਿੱਥੇ ਹੱਥ ਨਾਲ ਕਰਦੇ ਆ। ਮੇਰਾ ਖਿਆਲ ਸੁਖਵਿੰਦਰ ਹੋਣਾ ਨੇ ਕੋਈ ਕੁਐਸਚਨ ਹੈਗਾ ਉਹਨਾਂ ਦਾ ਵੀ। ਚਲੋ ਜੀ ਸੁਖਵਿੰਦਰ ਜੀ ਤੁਸੀਂ ਪੁੱਛ ਲਓ। ਹਾਂਜੀ, ਨਹੀਂ ਕੁਐਸਚਨ ਨਹੀਂ ਸੀ ਉਹ, ਜਿਵੇਂ ਬੀਬਾ ਜੀ ਕਹਿੰਦੇ ਸੀ ਵੀ ਉਹ ਜਿਹੜਾ ਅੱਜ ਕੱਲ ਸਾਇੰਸ ਨਾਲ ਲੋਕਾਂ ਵਿੱਚ ਦਿਮਾਗੀ ਬਿਮਾਰੀਆਂ ਵਧੀਆਂ ਨੇ, ਉਹ ਮੈਂ ਜਵਾਬ ਦੇਣਾ ਚਾਹ ਰਿਹਾ ਸੀ ਵੀ ਜਿਹੜੀ ਮਤਲਬ ਮੈਂਟਲ ਪ੍ਰੋਬਲਮ ਹੈ ਜਿਹਨਾਂ ਨੂੰ ਆਪਾਂ ਦਿਮਾਗੀ ਬਿਮਾਰੀਆਂ ਕਹਿੰਦੇ ਆ, ਮੈਡੀਕਲ ਲੈਂਗੁਏਜ 'ਚ ਹੋਰ ਕੁਝ ਕਹਿੰਦੇ ਹੋਣੇ ਉਹਨੂੰ, ਵੀ ਉਹਦਾ ਕਾਰਨ ਸਾਇੰਸ ਦਾ ਐਡਵਾਂਸਮੈਂਟ ਨਹੀਂ ਹੈਗੇ, ਉਹਦਾ ਕਾਰਨ ਹੈ ਸੋਸਾਇਟੀ ਵਿੱਚ ਚੇਂਜ ਆਣਾ। ਕਿਉਂਕਿ ਸੋਸਾਇਟੀ ਤੁਸੀਂ ਮੇਰੀ ਗੱਲ ਨੂੰ ਸਗੋਂ ਕਰ ਰਹੇ ਹੋ ਸੁਖਵਿੰਦਰ ਜੀ, ਮੈਂ ਨਹੀਂ ਇਹ ਕਿਹਾ ਕਿ ਵੀ ਉਹਦਾ ਸਾਇੰਸ ਕਰਕੇ ਹੈਗਾ। ਨਹੀਂ ਸ਼ਾਇਦ ਮੈਨੂੰ ਮਤਲਬ ਗਲਤ ਉਹ ਚਲੋ ਰਿਕਾਰਡਿੰਗ 'ਚ ਆਪਾਂ ਮਤਲਬ ਸੁਣ ਲਾਂਗੇ ਦੁਬਾਰੇ, ਲੇਕਿਨ ਜਿੱਥੇ ਤੱਕ ਇਹ ਕਹਿ ਰਹੇ ਸੀ ਵੀ ਜਿਹੜੀ ਸਾਇੰਸ ਦੀ ਵੀ ਜਿਵੇਂ ਸਾਇੰਸ ਵਧ ਰਹੀ ਹੈ ਉਹਦੇ ਨਾਲ ਲੋਕਾਂ ਨੂੰ ਪ੍ਰੋਬਲਮਾਂ ਵੀ ਵਧ ਰਹੀਆਂ ਨੇ, ਇਹ ਕਹੇ ਸੀ ਤੁਸੀਂ ਵੀ? ਨਹੀਂ ਮਤਲਬ ਕਿ ਉਹ ਗੱਲ ਆਈ ਡੋਨਟ ਨੋ ਵਾਟ ਕੰਟੈਕਸਟ ਦੀ ਗੱਲ ਹੋ ਰਹੀ ਸੀ। ਨਹੀਂ ਇਹ ਗੱਲ ਇਹ ਹੋ ਰਹੀ ਸੀ, ਮੈਂ ਦੱਸਣਾ ਕੀ ਹੋ ਰਹੀ ਸੀ। ਗੱਲ ਇਹ ਹੋ ਰਹੀ ਸੀ ਕਿ ਬੀਬਾ ਜੀ ਨੇ ਇਹ ਕਿਹਾ ਕਿ ਸਾਇੰਸੀ ਤਰੱਕੀ ਦੇ ਨਾਲ ਮੈਡੀਸਨ ਬਹੁਤ ਤਰੱਕੀ ਕਰ ਗਈ ਹੈ, ਲੇਕਿਨ ਉਸ ਤਰੱਕੀ ਦੇ ਨਾਲ ਨਾਲ ਲੋਕਾਂ ਦੀਆਂ ਜ਼ਿਹਨੀ ਬਿਮਾਰੀਆਂ ਜਿਹੜੀਆਂ ਵਧੀਆਂ ਨੇ ਘਟੀਆਂ। ਉਹ ਇਸ ਕਰਕੇ ਵਧੀਆ। ਉਹ ਮੈਂ ਕਹਿ ਰਹੀ ਸੀ ਕਿ ਜਿਹੜਾ ਤੁਹਾਡਾ ਸੋਸ਼ਲ ਜਿਹੜਾ ਹੈਗਾ, ਇਟ ਇਜ਼ ਨਾਟ ਜਿਹੜਾ ਪ੍ਰੋਗਰੈਸ ਹੈ ਉਹ ਕੀਪ ਅਪ ਨਹੀਂ ਕਰ ਰਹੀ ਸਾਇੰਟਿਫਿਕ ਪ੍ਰੋਗਰੈਸ ਦੇ ਨਾਲ। ਮੈਂ ਇਹ ਕਿਹਾ ਸੀ ਇਸ ਕਰਕੇ ਉਧਰ ਦੀ ਪ੍ਰੋਗਰੈਸ ਇੰਨੀ ਨਹੀਂ ਹੋ ਰਹੀ ਸੋਸ਼ਲ ਸਿਚੁਏਸ਼ਨਸ ਦੀ ਜਿੰਨੀ ਕਿ ਬਈ ਸਾਇੰਸ ਦੀ ਹੋ ਰਹੀ ਹੈ, ਇਹ ਮੈਂ ਕਿਹਾ ਸੀ। ਇਹਦੇ ਵਿੱਚ ਇਹ ਵੀ ਇੱਕ ਬੀਬਾ ਜੀ ਗੱਲ ਇਹ ਹੈ ਕਿ ਅਸੀਂ ਚੂੰਕਿ ਤੁਸੀਂ ਸਾਇੰਸ ਦੇ ਲੋਕ ਹੋ ਤੇ ਤੁਹਾਨੂੰ ਸਾਇੰਸ ਦਾ ਤੇ ਬਹੁਤ ਪਤਾ ਹੈਗਾ, ਲੇਕਿਨ ਤੁਸੀਂ ਚੂੰਕਿ ਬਾਕੀ ਜਿਹੜੇ ਸੋਸ਼ਲ ਸਾਇੰਸਿਸ ਦੇ ਇਲੂਮ ਨੇ ਉਹਨਾਂ ਵਿੱਚ ਕੀ ਤਰੱਕੀ ਹੋ ਰਹੀ ਹੈ ਅਸੀਂ ਸਾਰਿਆਂ ਨੂੰ ਉਹਦਾ ਪਤਾ ਨਹੀਂ ਹੈਗਾ ਨਾ। ਤੇ ਇਸ ਪਾਸੇ ਉਹਨਾਂ ਦੇ ਬਾਰੇ ਚ ਅਸੀਂ ਐਵੇਂ ਅੰਦਾਜ਼ਾ ਹੀ ਲਾਉਂਦੇ ਆ ਨਾ ਕਿ ਉਹਨਾਂ ਨੂੰ ਕਿੰਨਾ ਪਤਾ ਤੇ ਕਿੰਨਾ ਪਤਾ ਨਹੀਂ ਹੈਗਾ। ਇਹ ਠੀਕ ਹੈ ਕਿ ਸੋਸ਼ਲ ਸਾਇੰਸ ਉਹਦੇ ਬਹੁਤ ਪਿੱਛੇ ਹੈ ਨੈਚੁਰਲ ਸਾਇੰਸ ਤੋਂ। ਔਰ ਮੇਰਾ ਜਿਹੜਾ ਡਾਇਗਨੋਜ਼ ਹੈ ਉਹ ਇਹ ਹੈਗਾ ਕਿ ਸੋਸ਼ਲ ਸਾਇੰਸ ਇਸ ਵਾਸਤੇ ਪਿੱਛੇ ਹੈ ਕਿ ਸੋਸ਼ਲ ਸਾਇੰਟਿਸਟ ਇਹ ਸਮਝਦਾ ਹੈ ਕਿ ਜਿਹੜਾ ਸੋਸ਼ਲ ਫਿਨੋਮੇਨਾ ਫਿਜ਼ੀਕਲ ਫਿਨੋਮੇਨਾ ਤੋਂ ਵੱਖ ਬਿਹੇਵ ਕਰਦਾ ਹੈ, ਸੈਪਰੇਟ ਹੈ, ਇਹ ਸੈਪਰੇਟ ਹੈ। ਅਗਰ ਉਹਨੂੰ ਉਹ ਫਿਜ਼ੀਕਲ ਫਿਨੋਮੇਨੇ ਦੇ ਤੌਰ ਦੇ ਉੱਤੇ ਜਾਂ ਫਿਜ਼ੀਕਲ ਫਿਨੋਮੇਨੇ ਦੀ ਡਾਇਮੈਂਸ਼ਨ ਦੇ ਤੌਰ ਦੇ ਉੱਤੇ ਟ੍ਰੀਟ ਕਰੇ ਤੇ ਉਹਦਾ ਬਿਹਤਰ ਨਤੀਜਾ ਕੱਢ ਸਕਦਾ ਹੈ। ਮਸਲਾ ਇਹ ਹੈਗਾ ਕਿ ਅਜੇ ਵੀ ਉਹ ਇਹ ਸਮਝਦਾ ਹੈ ਕਿ ਇਨਸਾਨ ਦੇ ਅੰਦਰ ਜਿਹੜੀਆਂ ਮੁਖਤਲਿਫ ਕੰਪਲੀਕੇਸ਼ਨਸ ਆਉਂਦੀਆਂ ਨੇ ਉਹਨਾਂ ਦੀ ਕੋਈ ਵਜ੍ਹਾ ਸਪਿਰਿਚੁਅਲ ਹੋਏਗੀ, ਮਟੀਰੀਅਲਿਸਟਿਕ ਨਹੀਂ, ਮਟੀਰੀਅਲ ਨਹੀਂ ਹੋਏਗੀ। ਸਪਿਰਿਚੁਅਲ ਦਾ ਤੇ ਡਾਕਟਰ ਸਾਹਿਬ ਵਿੱਚ ਗੱਲ ਹੀ ਕੋਈ ਨਹੀਂ ਹੈਗੀ, ਬਟ ਆਬਵੀਅਸਲੀ ਜੇ ਸੋਸ਼ਲ ਪ੍ਰੋਗਰੈਸ ਇਕੁਅਲ ਸਾਇੰਟਿਫਿਕ ਪ੍ਰੋਗਰੈਸ ਤਾਂ ਫਿਰ ਤਾਂ ਯੂਟੋਪੀਅਨ ਸੋਸਾਇਟੀ ਹੋਗੀ, ਫਿਰ ਤਾਂ ਗੱਲ ਹੀ ਬਣ ਗਈ। ਉਹ ਤਾਂ ਫਿਰ ਯੂਟੋਪੀਅਨ ਸੋਸਾਇਟੀ ਹੋਗੀ, ਰਾਈਟ? ਨਹੀਂ ਕੋਈ ਜ਼ਰੂਰੀ ਨਹੀਂ ਹੈ ਇਹ ਤੇ ਮੇਰਾ ਖਿਆਲ ਹੈ ਕੋਈ ਮਤਲਬ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਹੈ, ਪੰਜਾਬ ਦੇ ਵਿੱਚ 2-2.5 ਸਾਲ ਜਿਹੜਾ ਹੈਗਾ ਉਹ ਮੈਥਡ ਆਫ ਪ੍ਰੋਡਕਸ਼ਨ ਦੇ ਵਿੱਚ ਕੋਈ ਖਾਸ ਫਰਕ ਹੀ ਨਹੀਂ ਹੈ। ਔਰ ਸੁਸਾਇਟੀ ਜਿਹੜੀ ਹੈ ਉਹ ਕਈ ਤਰ੍ਹਾਂ ਦੀ ਆਪਣੀ ਸ਼ਕਲਾਂ ਵਿਗਾੜਦੀ ਰਹੀ, ਬਣਾਉਂਦੀ ਰਹੀ ਆ।
ਤੇ ਹਾਲਾਂਕਿ ਉਹਦੇ ਵਿੱਚ ਜਿਹੜੀ ਸਾਇੰਟੀਫਿਕ ਨੋ ਹੈਗੀ ਸੀਗੀ ਪੰਜਾਬ ਵਿੱਚ ਆਪਣਾ 1970 ਦੇ ਵਿੱਚ ਉਹਦੇ 2070 ਦੇ ਵਿੱਚ ਵੀ 19 ਸੀਗੀ। ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਜਿਹੜੀ ਹਾਲਤ ਤੇ ਜੁਗਲਾ ਤੇ ਜਿਹੜੀ ਪੰਜਾਲੀ ਜਿਹੜੇ ਸਾਜ਼ੋ ਸਾਮਾਨ ਜਿਨ੍ਹਾਂ ਦੇ ਨਾਲ ਇਨਸਾਨ ਪੈਦਾ ਕਰਦਾ ਸੀ, ਜਿਹੜੇ ਹੜੱਪਾ ਚ ਮਿਲਦੇ ਉਹ ਵੀ 60s ਤਾਈਂ ਮਿਲਦੇ ਰਹੇ ਆਪਣੇ, ਉਹ ਤੇ 2000 ਸਾਲ ਨਹੀਂ ਬਦਲੇ। ਲੇਕਿਨ ਉਹਦੇ ਅੰਦਰ ਤੇ ਸੁਸਾਇਟੀ ਜਿਹੜੀ ਹੈ ਉਹ ਬਹੁਤ ਚੇਂਜਸ ਆਈਆਂ। ਅੱਛਾ, ਹੁਣ ਮਸਲਾ ਇਹ ਹੈਗਾ ਕਿ ਜੇ ਅਗਰ ਇਸੇ ਗੱਲ ਨੂੰ ਅਗਰ ਅੱਗੇ ਅਸੀਂ ਵਧਾਈਏ ਤੇ ਸਾਨੂੰ ਇਹ ਮੰਨਣਾ ਪਏਗਾ ਕਿ ਜਿਹੜੀ 1970 ਤੋਂ ਬਾਅਦ ਜਿਹੜੀਆਂ ਚੇਂਜਸ ਆਈਆਂ ਨੇ ਸਾਡੀ ਸੁਸਾਇਟੀ ਦੇ ਵਿੱਚ, ਉਹ ਇਸ ਵਾਸਤੇ ਆਈਆਂ ਨੇ ਕਿ ਸਾਡੀ ਮਟੀਰੀਅਲ ਪ੍ਰੋਡਕਸ਼ਨ ਦਾ ਨਿਜ਼ਾਮ ਬਦਲ ਗਿਆ। ਬਿਲਕੁਲ। ਮਤਲਬ ਇਹ ਹੈ ਕਿ ਬੰਦੇ ਦੀ ਜਗ੍ਹਾ ਜਦੋਂ ਮਸ਼ੀਨ ਨੇ ਲੈ ਲਈ ਹੈ ਤੇ ਉਹਦੇ ਨਾਲ ਜਿਹੜੀਆਂ ਮੁਖਤਲਿਫ ਕੰਪਲਿਕੇਸ਼ਨਸ ਨੇ ਜਿਹੜੀਆਂ ਪੈਦਾ ਉਹਦੇ ਨਾਲ ਮੁਖਤਲਿਫ ਕੰਪਲਿਕੇਸ਼ਨਸ ਪੈਦਾ ਹੋਈਆਂ ਔਰ ਉਹ ਕੰਪਲਿਕੇਸ਼ਨਸ ਦਾ ਬੰਦਾ ਪਹਿਲੇ ਤੋਂ ਵਾਕਿਫ ਨਹੀਂ ਸੀ ਹੈਗਾ, ਕਿਉਂਕਿ ਉਹ ਤੇ ਉਸੇ ਜ਼ਮਾਨੇ ਦੇ ਹੱਲ ਜਾਣਦਾ ਸੀ ਨਾ ਜਦੋਂ ਹਲ ਜੁਗਲਾ ਹੁੰਦਾ ਸੀ। ਤੇ ਹੁਣ ਜਦੋਂ ਮਸ਼ੀਨ ਨੇ ਆ ਕੇ ਉਹਨੂੰ ਤਬਦੀਲ ਕਰ ਦਿੱਤਾ, ਤੇ ਇੱਥੇ ਤੁਸੀਂ ਇੱਕ ਗੱਲ ਚੀਜ਼ ਨੋਟ ਕਰੋ ਕਿ ਬਈ ਇੱਕ ਜਿਹੜਾ ਫਿਜ਼ੀਕਲ ਪੈਦਾਵਾਰ ਦਾ ਸਿਸਟਮ ਹੈ ਉਹ ਬੁਨਿਆਦੀ ਤੌਰ ਤੇ ਬਦਲਿਆ ਤੇ ਬਾਕੀ ਬਦਲੀਆਂ ਆਈਆਂ ਨੇ। ਹੁਣ ਇਹ ਹੈ ਇੱਕ ਹੀ ਚੇਂਜ ਦੇਖ ਲਓ ਨਾ, ਇਹ ਸਿਰਫ ਇੱਕ ਚੇਂਜ ਕਿ ਜਦੋਂ ਅੰਗਰੇਜ਼ ਨੇ ਮਾਮਲਾ ਤੇ ਆਬਿਆਨਾ ਕੈਸ਼ ਕਰਤਾ ਜੀ, ਲੋਕਾਂ ਦਾ ਬੁਰਾ ਹਾਲ ਹੋਣਾ ਸ਼ੁਰੂ ਹੋ ਗਿਆ। ਬਿਲਕੁਲ ਕਿਉਂਕਿ ਕੈਸ਼ ਤਾਂ ਕਿਸੇ ਕੋਲੇ ਹੁੰਦਾ ਹੀ ਨਹੀਂ ਸੀ। ਬਿਲਕੁਲ, ਕਿਉਂਕਿ ਉਹ ਜਿਹੜਾ ਪੁਰਾਣਾ ਸਿਸਟਮ ਸੀਗਾ ਤੇ ਜਿਹੜੇ ਸਭ ਸੀਗਾ ਉਸ 'ਚ ਕੈਸ਼ ਐਕਸਚੇਂਜ ਸੀ ਹੀ ਨਹੀਂ। ਬਿਲਕੁਲ, ਉਹ ਕੈਸ਼ ਦੀ ਵਜ੍ਹਾ ਤੋਂ ਸਾਰੀ ਜ਼ਮੀਨ ਜਿਹੜੀ ਉਹ ਬਣੀਆਂ ਨੇ ਕਾਬੂ ਕਰ ਲਈ। ਬਿਲਕੁਲ ਜ਼ਮੀਨ ਸਾਰੀ ਮਨੀ ਲੈਂਡਰ ਕੋਲ ਜਾਣਾ ਸ਼ੁਰੂ। ਇਹ ਤੇ ਜਾ ਕੇ 1930 ਦੇ ਕਰੀਬ ਜਾ ਕੇ ਤੇ ਚੌਧਰੀ ਛੋਟੂ ਰਾਮ ਨੇ ਕਾਨੂੰਨ ਪਾਸ ਕਰਵਾਇਆ ਸੀ ਪੰਜਾਬ 'ਚ। ਤੇ ਬਹੀਆਂ ਬਾਲੀਆਂ ਬਹੁਤ ਵੱਡੀ ਤਬਦੀਲੀ ਉਹਨੇ ਲਿਆਂਦੀ ਸੀ। ਹਾਂਜੀ, ਕਿ ਜਿਹੜੇ ਨਾਨ ਐਗਰੇਰੀਅਨ ਲੋਕ ਨੇ ਉਹ ਜ਼ਮੀਨ ਨਹੀਂ ਖਰੀਦ ਸਕਦੇ। ਤੇ ਮਤਲਬ ਬਣੀਆਂ ਜਿੰਨਾ ਮਰਜ਼ੀ ਉਧਾਰ ਦੇ ਲਵੇ, ਉਹ ਜ਼ਮੀਨ ਤੇ ਕਾਬਜ਼ ਨਹੀਂ ਹੋ ਸਕਦਾ। ਤੇ ਉਹ ਮਤਲਬ ਇਹ ਹੈ ਕਿ ਹੁਣ ਅਸਲ 'ਚ ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਤੁਹਾਡੀ ਬੀਬਾ ਜੀ ਦੀ ਗੱਲ ਵੈਸੇ ਸਹੀ ਹੈਗੀ ਹੈ ਕਿ ਜਿਹੜੀ ਨੈਚੁਰਲ ਸਾਇੰਸ ਦੇ ਵਿੱਚ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜੀ ਅਨਪ੍ਰੈਸੀਡੈਂਟ ਤਰੱਕੀ ਪਿਛਲੇ 30-40 ਸਾਲਾਂ 'ਚ ਹੋਈ ਹੈ, ਇਹ ਇਹਨਾਂ ਦੀ ਗੱਲ ਬਿਲਕੁਲ 100% ਸਹੀ ਹੈ ਕਿ ਅਜੇ ਬਾਕੀ ਇਲਮ ਉਹ ਤੋਂ ਬਹੁਤ ਪਿੱਛੇ। ਬਿਲਕੁਲ, ਅਜੇ ਬਾਕੀ ਇਲਮਾਂ ਦੇ ਵਿੱਚ ਉਹ ਲੈਵਲ ਹੀ ਨਹੀਂ ਆਇਆ ਉਸ ਨੂੰ ਕਰਨ। ਨਹੀਂ, ਬਿਲਕੁਲ ਠੀਕ ਕਹਿ ਰਹੇ ਨੇ। ਇਹਨਾਂ ਦੀ ਜਿਹੜੀ ਗੱਲ ਨੂੰ ਮੈਂ ਐਡ ਕਰ ਰਿਹਾ ਕਿ ਹਿਸਟੋਰੀਕਲ ਦੇਖੋ, ਇਹ ਹਮੇਸ਼ਾ ਹੀ ਇਦਾਂ ਹੁੰਦਾ। ਦੂਸਰੀ ਗੱਲ ਜਿਹੜੀ ਇਹ ਕਹਿ ਰਹੇ ਆ ਨਾ ਕਿ ਇਹ ਕਦੇ ਵੀ ਕੈਚਅਪ ਨਹੀਂ ਹੋ ਸਕਦਾ, ਮੈਂ ਉਹਦੇ ਨਾਲ ਮੁਤਫਿਕ ਨਹੀਂ। ਉਹ ਤੇ ਇਵੇਂ ਹੀ ਹੈ ਨਾ ਕਿ ਜਿਵੇਂ ਜਿਹੜਾ ਹਿੰਦੁਸਤਾਨ ਦੇ ਵਿੱਚ ਸਮਝ ਲਓ 4ਵੀਂ-5ਵੀਂ ਸਦੀ 'ਚ ਜਿਹੜਾ ਪੈਦਾਵਾਰੀ ਸਿਸਟਮ ਜਿਹੜਾ ਬਣ ਗਿਆ, ਉਹ ਉਸ ਤੋਂ ਬਾਅਦ ਉਹ ਹੀ ਰਹਿ ਗਿਆ। ਤੇ ਇਹ ਹੋ ਸਕਦਾ ਕਿ ਜਿਹੜੀ ਅਗਲੇ 100 ਸਾਲਾਂ ਦੇ ਵਿੱਚ ਸਾਇੰਸ ਜਿਹੜੀ ਹੈ ਉਹਨੇ ਜਿੰਨੀ ਤਰੱਕੀ ਕਰਨੀ ਆ ਉਹ ਕਰ ਚੁੱਕੀ ਹੋਵੇ ਤੇ ਸੁਸਾਇਟੀ ਜਿਹੜੀ ਹੈ ਉਹ ਐਕਸਪੈਰੀਮੈਂਟਸ ਕਰਕੇ ਅੱਗੇ ਵਧ ਰਹੀ ਹੋਵੇ। ਬਿਲਕੁਲ, ਉਹਦਾ ਵੀ ਪੋਸੀਬਿਲਿਟੀ ਹੈਗੀ ਹੈ। ਪਰ ਜਿਹੜੀ ਹੁਣ ਸਾਇੰਸ ਐਟ ਦਿਸ ਸਟੇਜ ਆਫ ਦ ਗੇਮ ਹੈਗੀ ਆ, ਇਟਸ ਗਾਟ ਅ ਲਾਈਫ ਆਫ ਇਟਸ ਓਨ। ਉਹ ਤੁਹਾਡੇ ਤੇ ਵੀ ਮੌਸਰ ਨਹੀਂ, ਉਹ ਇਨਸਾਨ ਤੇ ਵੀ ਮੌਸਰ ਨਹੀਂ, ਉਹ ਵਧੀ ਜਾ ਰਹੀ ਆਪਣੇ ਹੀ ਜ਼ੋਰ ਤੇ। ਨਹੀਂ, ਉਹ ਤੁਹਾਡੀ ਤੁਸੀਂ ਇਹ ਦੇਖੋ ਨਾ, ਇਸ ਵੇਲੇ ਜਿਹੜੀ ਟੈਕਨੋਲੋਜੀ ਔਰ ਜਿਹੜੀ ਸਾਇੰਸ ਦੀ ਜਿਹੜਾ ਲੈਵਲ ਪਹੁੰਚ ਗਿਆ ਹੈ, ਬਾਕੀ ਇਲਮ ਜਿਹੜੇ ਨੇ ਉਹ ਤੇ ਅਜੇ ਉਹਦੇ ਬਹੁਤ ਕਰੀਬ ਵੀ ਨਹੀਂ ਹੈ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਇਕਨੋਮਿਸਟ ਹੈ ਜਾਂ ਪੋਲੀਟੀਕਲ ਸਾਇੰਟਿਸਟ ਹੈ, ਉਹ ਜਿਹੜੇ ਐਨਾਲਿਸਿਸ ਕਰ ਰਿਹਾ ਹੈ, ਉਹ ਤੇ ਅਜੇ ਵੀ ਉਹੀ 2-3 ਵੇਰੀਏਬਲਸ ਲੈ ਕੇ ਕਰ ਰਿਹਾ ਨਾ। ਉਹੀ 18ਵੀਂ ਸਦੀ ਦੇ ਵੇਰੀਏਬਲਸ ਲੈ ਕੇ 18ਵੀਂ ਸਦੀ ਦੇ ਤਰ੍ਹਾਂ ਹੀ ਤਰਕ ਕਰ ਰਿਹਾ ਨਾ। ਅਜੇ ਉਹਨੇ ਕੋਈ ਨਵੀਂ ਟੈਕਨੋਲੋਜੀ ਨੂੰ ਯੂਜ਼ ਕਰਕੇ ਤੇ ਨਤੀਜੇ ਕੱਢਣੇ ਸ਼ੁਰੂ ਨਹੀਂ ਕੀਤੇ।
So my point is कि भाई it is independent of human ਹੁਣ ਜਿਹੜੀ ਹੈਗੀ ਹੈ interference ਜਿਹੜੀ science ਹੈਗੀ ਹੈ ਇਸ ਵਕਤ getting to that point ਉਹ ਆਪਣੇ ਆਪ ਨੂੰ ਆਪੇ ਹੀ create ਕਰੀ ਤੁਰੀ ਜਾ ਰਹੀ ਹੈ। नहीं ऐसा नहीं है, ऐसा नहीं है, नहीं साइंस में नहीं, it's getting to that point कह रहे हैं, it's getting to that point। ਡਾਕਟਰ ਸਾਹਿਬ ਇੱਕ ਕੁਐਸਚਨ ਹੈ ਮੇਰਾ, ਉਹ ਜਿਹੜੀ ਉਹਨਾਂ ਦੇ ਪਿੱਛੇ ਉਹਨਾਂ ਜਿਹੜੀ ਵੀ ਸਾਇੰਸ ਦੇ ਵਿੱਚ ਤਰੱਕੀ ਹੋਈ ਹੈ ਉਹਨਾਂ ਦੇ ਵਿੱਚ ਜਿਹੜੀ ਬਲਕਿ ਕਿਹਾ ਵੀ ਜਾਂਦਾ ਹੈ ਕਿ ਸਾਇੰਸ ਦੇ ਵਿੱਚ ਵੀ ਬਾਈ ਦਾ ਵੇ ਕਿਹਾ ਜਾਂਦਾ ਹੈ ਕਿ 1930 ਤੱਕ ਜਿੰਨੀਆਂ ਡਿਸਕਵਰੀ ਹੋ ਗਈਆਂ ਸਨ ਸਾਇੰਸ ਦੇ ਵਿੱਚ ਕੁਆਂਟਮ ਥਿਊਰੀ ਦੀਆਂ, ਆਇਨਸਟਾਈਨ ਔਰ ਆਪਣਾ ਮੈਕਸ ਪਲੈਂਕ ਤੇ ਹੋਰ ਮੈਕਸ ਪਲੈਂਕ ਬਾਕੀਆਂ ਦੀਆਂ, ਉਹ ਕਹਿੰਦੇ ਨੇ ਜੀ ਥਿਓਰੈਟੀਕਲੀ ਉਸ ਤੋਂ ਅੱਗੇ ਵਧੀ ਨਹੀਂ ਹੈ ਸਾਇੰਸ ਅਜੇ ਤੇ ਸਿਰਫ ਉਹ ਤਾਂ ਜੇ ਪਿੱਛੇ ਜਾਓ ਨਾ 1900 ਨਹੀਂ ਮੈਂ ਇਹ ਕਹਿ ਰਿਹਾ ਕਿ ਬਈ ਅਜੇ ਤੇ ਇਹ ਕਿਹਾ ਜਾ ਰਿਹਾ ਕਿ ਅਜੇ ਤੇ ਜਿੰਨੀ 1930-40 ਤੱਕ ਜਿੰਨੀ ਫਿਜ਼ਿਕਸ ਦੀ ਥਿਊਰੀ ਆ ਗਈ ਸੀ ਅਜੇ ਤੇ ਉਹ ਵੀ ਇੰਪਲੀਮੈਂਟ ਨਹੀਂ ਹੋ ਰਹੀ ਪੂਰੀ ਇਹਨਾਂ ਕੋਲ, ਤੇ ਉਹ ਜਿੱਥੇ ਜਾ ਕੇ ਖਲੋ ਗਈ ਹੈ ਸਟ੍ਰਿੰਗ ਥਿਊਰੀ ਦੇ ਉੱਤੇ ਜਾਂ ਜਿਸ ਥਿਊਰੀ ਦੇ ਉੱਤੇ ਵੀ ਉਹਦਾ ਰੈਜ਼ੋਲੂਸ਼ਨ ਅਜੇ ਨਿਕਲ ਨਹੀਂ ਰਿਹਾ ਉਹਨਾਂ ਕੋਲ। ਤੇ ਲੇਕਿਨ ਇਹ ਹੈ ਕਿ ਵੀਵਾ ਜੀ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਕੰਕਰੀਟ ਹਿਊਮਨ ਬੀਇੰਗਸ ਨੇ, ਥਿਓਰੀਟੀਸ਼ੀਅਨਸ ਨੇ ਜਿਹੜੇ ਇਹ ਸੋਚਦੇ ਨੇ, ਜਿਹੜੇ ਯੂਨੀਵਰਸ ਦੇ ਮਿਸਟਰੀਜ਼ ਨੂੰ ਹੱਲ ਕਰਨ ਦੀ ਆਪਣੇ ਆਪ ਨਹੀਂ ਚਲੀ ਜਾ ਰਹੀ। नहीं मतलब इट्स गोइंग टू गेट टू दैट पॉइंट कि भाई जेडे कंप्यूटर्स ने या आर्टिफिशियल इंटेलिजेंस है उन्हें अपने ही क्वेश्चंस काट के उन्हें अपने जवाब करने शुरू कर देने हैं एट सम पॉइंट। वो सही है, मेरा ये भाव है कि भाई आई थिंक नहीं ਉਹ ਤੁਹਾਡੀ ਗੱਲ ਠੀਕ ਹੈ, ਸੈਲਫ ਲਰਨਿੰਗ ਜਿਹੜੇ ਐਲਗੋਰਿਦਮਸ ਹੈ they going to create their own algorithms। ਉਹ ਤੇ ਮੈਂ ਪੜਾਇਆ ਸੀ, ਤੂੰ ਕਲਾਸ ਪੜਾਈ ਸੀ, ਉਹ ਚ ਮੈਂ ਕਿਹਾ ਸੀ ਕਿ ਜਿਹੜੀ ਫੋਰਥ ਵੇਵ ਹੈ ਉਹ ਤੇ ਹੈ ਹੀ ਇਹ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਡਿਵਾਈਸਿਸ ਨੇ ਉਹ ਖੁਦ ਹੀ ਐਲਗੋਰਿਥਮ ਲਿਖਣੀਆਂ ਸ਼ੁਰੂ ਕਰ ਦੇਣਗੇ। ਬਿਲਕੁਲ ਦੈਟਸ ਮੈਂ ਤੇ ਪਰ ਮਾਈ ਪੁਆਇੰਟ ਹੈ ਕਿ ਸਾਨੂੰ ਸਾਰਿਆਂ ਨੂੰ એનર્ਜੀ ਮਤਲਬ ਕਿ ਦ ਹੋਲ ਵਰਲਡ ਨੂੰ એનર્ਜੀ ਜਿਹੜੇ ਸੋਸ਼ਲ ਅਪਲਿਫਟਿੰਗ ਚਲਾਣੀ ਚਾਹੀਦੀ ਆ ਸੋ ਦੈਟ ਵੀ ਕੀਪ ਅਪ ਵਿਦ ਦ ਪ੍ਰੋਗਰੈਸ। ਜਿਹੜੀ ਸਾਰੀ ਹੁਣ એનર્ਜੀਜ਼ ਆਫ ਦ ਹਿਊਮਨ ਰੇਸ ਹੈਗੀ ਆ ਉਹਨੂੰ ਸੋਸ਼ਲ ਅਪਲਿਫਟਿੰਗ ਚਲਾਣੀ ਚਾਹੀਦੀ ਹੈ ਇਸ ਵਕਤ, ਰਾਈਟ? ਡਾਕਟਰ ਸਾਹਿਬ ਫॉर ਸਰਵਾਈਵਲ ਇੱਕ ਸਵਾਲ ਹੈ ਮੇਰਾ ਡਾਕਟਰ ਸਾਹਿਬ ਜੀ। ਜਿਵੇਂ ਤੁਸੀਂ ਇਹ ਕਿਹਾ ਪਿੱਛੇ ਥੋੜੀ ਦੇਰ ਪਹਿਲਾਂ ਵੀ ਜਿਹੜੀ ਨੈਚੁਰਲ ਸਾਇੰਸ ਹੈ ਉਹਦੇ ਚ ਬਹੁਤ ਜ਼ਿਆਦਾ ਤਰੱਕੀ ਹੋ ਗਈ ਹੈ ਔਰ ਬਹੁਤ ਅੱਗੇ ਨਿਕਲ ਗਈ ਹੈ ਉਹ, ਲੇਕਿਨ ਸੋਸ਼ਲ ਸਾਇੰਸ ਚ ਚੇਂਜ ਨਹੀਂ ਆਇਆ ਹੈਗਾ। ਤਾਂ ਇੱਕ ਸਵਾਲ ਇਹ ਬਣ ਸਕਦਾ ਵੀ ਜਿਹੜਾ ਨੈਚੁਰਲ ਸਾਇੰਸ ਬਹੁਤ ਐਡਵਾਂਸ ਹੋ ਗਈ ਹੈ ਕਿ ਉਹਦੇ ਕਰਕੇ ਵੀ ਜਿਹੜੀ ਸੋਸ਼ਲ ਸਾਇੰਸ ਹੈ ਉਹਦੇ ਚ ਕੁਝ ਇਫੈਕਟ ਪਏਗਾ ਉਹਦੇ ਤੇ? ਬਿਲਕੁਲ ਪਏਗਾ। ਮਤਲਬ ਦੇਖੋ ਨਾ ਹੁਣ ਅਸੀਂ ਜਿਹੜੀ ਥਿਊਰੀ ਆਫ ਰਿਲੇਟਿਵਿਟੀ ਸੀ ਫਿਜ਼ਿਕਸ ਦੇ ਵਿੱਚ ਆਇਨਸਟਾਈਨ ਦੀ, ਉਹਨੇ ਤੇ ਫਿਜ਼ਿਕਸ ਦੇ ਵਿੱਚ ਰਿਲੇਟਿਵਿਟੀ ਦੀ ਥਿਊਰੀ ਪੇਸ਼ ਕੀਤੀ ਸੀ ਨਾ, ਤੇ ਫਿਰ ਉਹ ਸਾਰੀਆਂ ਸੋਸ਼ਲ ਸਾਇੰਸਿਸ ਦੇ ਵਿੱਚ ਆ ਗਈ ਕਿ ਸੋਸ਼ਲ ਸਾਇੰਸ ਵੀ ਇਹ ਵਰਤਿਆ ਜਾਣ ਲੱਗ ਪਿਆ ਕਿ ਇਹ ਰਿਲੇਟਿਵ ਹਕੀਕਤ ਹੈ, ਇਹ ਐਬਸੋਲੂਟ ਨਹੀਂ ਹੈਗੀ। ਔਰ ਜਿਹੜੀ ਇਹ ਸਮਝਣ ਦੀ ਗੱਲ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਨੈਚੁਰਲ ਸਾਇੰਸ ਇਸ ਲਈ ਇੰਨੀ ਤਰੱਕੀ ਕਰ ਰਹੀ ਹੈ ਕਿ ਜਿਹੜਾ ਨੈਚੁਰਲ ਸਾਇੰਟਿਸਟ ਹੈ ਉਹ ਆਪਣੇ ਜਿਹੜੀ ਜਿਸ ਫਿਨੋਮੀਨੇ ਨੂੰ ਸਟੱਡੀ ਕਰ ਰਿਹਾ ਹੈ ਉਹਨੂੰ ਉਹ ਸਟੱਡੀਏਬਲ ਸਮਝਦਾ, ਉਹਨੂੰ ਉਹ ਵੈਰੀਫਾਈ ਕਰਕੇ ਉਹਨੂੰ ਉਹ ਰਿਪੀਟ ਕਰ ਸਕਦਾ ਹੈ। ਮਸਲਾ ਸੋਸ਼ਲ ਸਾਇੰਸਿਸ ਦੇ ਵਿੱਚ ਇਹ ਹੈ ਕਿ ਜਿਹੜਾ ਸੋਸ਼ਲ ਸਾਇੰਸਿਸ ਨੇ ਉਹ ਇਸ ਵਾਸਤੇ ਵੀ ਬਹੁਤ ਪਿੱਛੇ ਨੇ ਕਿ ਉਸ ਫਿਨੋਮੀਨੇ ਨੂੰ ਹੀ ਕਾਬਲੇ ਸਟੱਡੀ ਨਹੀਂ ਸਮਝਿਆ ਜਾਂਦਾ, ਸਮਝਿਆ ਜਾਂਦਾ ਕਿ ਬੰਦਾ ਜਿਹੜਾ ਉਹ ਤੇ ਕੋਈ ਸੁਪਰ ਨੈਚੁਰਲ ਚੀਜ਼ ਹੈਗੀ ਹੈ ਤੇ ਉਹਨੂੰ ਉਸ ਤਰ੍ਹਾਂ ਨਹੀਂ ਅਸੀਂ ਸਮਝ ਸਕਦੇ। ਲੇਕਿਨ ਅਗਰ ਤੁਸੀਂ ਦੋ ਪੀਰੀਅਡਸ ਨੂੰ ਇੱਕ ਦੂਜੇ ਨਾਲ ਕੰਪੇਅਰ ਕਰੋ, ਮਸਲਨ ਇਹ ਕਰੋ ਕਿ ਜੀ ਯੂਰਪ ਜਿਹੜਾ ਹੈ ਉਹ 10ਵੀਂ ਸਦੀ ਦੇ ਵਿੱਚ ਜਿਹੜਾ ਯੂਰਪੀ ਪਿੰਡ ਸੀ ਉਹਦੇ ਵਿੱਚ ਬੰਦੇ ਕਿਵੇਂ ਬਿਹੇਵ ਕਰਦੇ ਸਨ, ਤੇ ਫਿਰ ਤੁਸੀਂ ਇਹ ਸਟੱਡੀ ਕਰੋ ਕਿ 1950 ਵਿੱਚ ਪੰਜਾਬ 'ਚ ਬੰਦੇ ਕਿਵੇਂ ਬਿਹੇਵ ਕਰਦੇ ਸਨ, ਤੇ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਵਿੱਚ ਬਹੁਤ ਸਿਮਿਲੈਰਿਟੀਜ਼ ਨੇ। then you can discuss as a physical phenomena comparable to each other। ਜੇ ਤੁਸੀਂ ਜਰਮਨ ਡਾਇਟ ਨੂੰ ਜਿਹੜਾ ਉਹਨਾਂ ਦਾ ਪਿੰਡ ਦਾ ਲਫ਼ਜ਼ ਹੈ ਤੇ ਆਪਣੇ ਪਿੰਡ ਨੂੰ ਕੰਪੇਅਰ ਕਰੋ
1900 ਉਹਨਾਂ ਦੇ ਸਮਝ ਲਓ, ਬਲਕਿ ਜਰਮਨੀ ਤਾਂ 1870 ਲੈ ਲਓ ਤੇ ਆਪਣੇ 1950, ਤੇ ਉਹਨਾਂ 'ਚ ਤੁਹਾਨੂੰ ਇੰਨੀ ਸਿਮਿਲਰਿਟੀ ਨਜ਼ਰ ਆਊਗੀ ਕੋਈ ਹੱਦ ਹਿਸਾਬ ਨਹੀਂ, ਰੈਪੀਟੀਸ਼ਨ ਲੱਗਦੀ ਹੈ ਇੱਕ ਦੂਜੇ ਦੀ। ਬਿਲਕੁਲ। ਇਸੇ ਤਰ੍ਹਾਂ ਰਸ਼ੀਆ ਜਿਹੜਾ ਕਮਿਊਨ ਹੈਗਾ ਉਹ ਮਤਲਬ 1870 1890 1900 ਐਕਚੁਅਲੀ 20 ਤਾਈਂ ਤੁਸੀਂ ਦੇਖੋਗੇ ਕਿੰਨੀਆਂ ਸਿਮਿਲਰਿਟੀਜ਼ ਹੈਗੀਆਂ। ਬਿਲਕੁਲ। ਮਸਲਾ ਉੱਥੇ ਪੈਦਾ ਹੁੰਦਾ ਹੈ ਜਦੋਂ ਜਿਹੜਾ ਸੋਸ਼ਲ ਸਾਇੰਟਿਸਟ ਹੈ ਜਿਹੜਾ ਪਾਕਿਸਤਾਨੀ ਪਿੰਡ ਤੇ ਕੰਮ ਕਰ ਰਿਹਾ ਹੈ ਤੇ ਉਹ ਇਹ ਸਮਝ ਕੇ ਕਰ ਰਿਹਾ ਕੰਮ ਕਿ ਇਹ ਕੋਈ ਯੂਨੀਕ ਫਿਨੋਮੇਨਾ ਹੈਗਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਇਹ ਕੋਈ ਐਸਾ ਕਿਸੇ ਗੈਬੀ ਤਾਕਤ ਨੇ ਬਣਾਇਆ ਹੋਇਆ। ਬਿਲਕੁਲ ਬਿਲकुल। ਇਹ ਐਸਾ ਨਹੀਂ ਹੈ ਕਿ ਇਹ ਹਾਲਾਤ ਹੋਣ ਤੇ ਇਸ ਤਰ੍ਹਾਂ ਦਾ ਹੀ ਹੁੰਦਾ ਹੈ। ਹਾਂ ਇਹ ਚੱਕਰ ਹੈਗਾ। ਡਾਕਟਰ ਸਾਹਿਬ ਜਿਹੜਾ ਦੇਖੋ ਪਹਿਲਾਂ ਸੀ ਆਰਟ ਆਫ ਮੈਡੀਸਨ, ਕਿ ਆਰਟ ਸਿੱਖਣ ਨੂੰ ਬੜੀ ਦੇਰ ਲੱਗਦੀ ਸੀ, ਹੌਲੀ ਹੌਲੀ ਤੁਸੀਂ ਸਾਰੀ ਉਮਰ ਲਗਾ ਦਿੰਦੇ ਹੋ ਫਿਰ ਵੀ ਆਰਟ ਸਿੱਖਦੇ ਚਲੇ ਜਾਂਦੇ ਹੋ। ਉਹ ਤੋਂ ਬਾਅਦ ਸਾਇੰਸ ਆਈ, ਟੈਕਨੋਲੋਜੀ ਆਈ, ਉਹਦੀ ਸਪੀਡ ਸਿੱਖਣ ਦੀ ਵੱਧ ਗਈ। ਹੁਣ ਤੇ ਤੁਸੀਂ ਦੇਖੋ ਜਦੋਂ ਟੈਕਨੋਲੋਜੀ ਦੇ ਨਾਲ AI ਵਗੈਰਾ ਆਉਣੀ ਆ, ਉਹਦੇ ਨਾਲ ਸਿੱਖਣ ਦੀ ਔਰ ਸੁਸਾਇਟੀ ਦੇ ਚੇਂਜ ਹੋਣ ਦੀ ਸਪੀਡ ਜਿਹੜੀ ਆ ਉਹਦੇ ਨਾਲ ਮੇਰਾ ਖਿਆਲ ਕਾਫੀ ਵੱਧ ਜਾਏਗੀ। ਬਿਲਕੁਲ। ਪੁਰਾਣੇ ਤਾਂ ਸਦੀਆਂ ਦੇ ਸਦੀਆਂ ਉਹੀ ਆਰਟ ਚਲੇ ਆ ਰਹੇ ਸੀ। ਹੁਣ ਦੇਖੋ 20th ਸੈਂਚੁਰੀ 21st ਸੈਂਚੁਰੀ ਦੇ ਵਿੱਚ ਸਪੀਡ ਆਫ ਚੇਂਜ ਆਫ ਸੁਸਾਇਟੀ ਜਿਹੜੀ ਆ ਉਹ ਬਹੁਤ ਵੱਧਦੀ ਜਾਏਗੀ। ਉਹੀ ਤਾਂ ਡਾਕਟਰ ਸਾਹਿਬ ਕਹਿ ਰਹੇ ਨਾ ਕਿ ਇਹਨਾਂ ਡਿਵੈਲਪਮੈਂਟਸ ਨਾਲ ਜਿਹੜਾ ਸਮਾਜ ਤੇ ਅਸਰ ਪੈਣਾ ਉਹ ਵੀ ਇਸੇ ਤਰ੍ਹਾਂ ਉਹਦੇ ਇੰਪਲੀਕੇਸ਼ਨਸ ਹੋਣੇ ਆ। ਬਿਲਕੁਲ। ਮਤਲਬ ਡੈਫੀਨਿਟਲੀ ਪਏਗਾ, ਅਸਰ ਤੇ ਪੈਣਾ ਹੈ, ਪਰ ਹੋਪਫੁਲੀ ਕਿ ਬਈ ਪ੍ਰੋਪੋਰਸ਼ਨੇਟ ਪਏ। ਇਹ ਸਾਡੀ ਉਮੀਦ ਹੈ ਕਿ ਪ੍ਰੋਪੋਰਸ਼ਨੇਟ ਪਏਗਾ। ਇਹ ਤਾਂ ਕਿਸੇ ਪੈਗੰਬਰ ਨੇ ਅੱਜ ਤਾਈਂ ਦੱਸ ਨਹੀਂ ਦਿੱਤਾ। ਉਮੀਦ ਹੈ ਨਾ, ਉਮੀਦ ਹੈ। ਉਹ ਇਕਨੋਮਿਸਟ ਕਹਿੰਦੇ ਆ ਨਾ ਇਹ ਕੋਈ ਨਹੀਂ ਦੱਸ ਸਕਦਾ। ਆਊਟ ਆਫ 25 prediction of last predictions about future, 26 of them have been wrong. ਉਹ ਤਾਂ ਅਸੀਂ ਹਾਈਪੋਥੇਸਾਈਜ਼ ਕਰ ਰਹੇ ਹਾਂ ਨਾ, we are all hypothesizing at this point ਕਿ ਇਹ ਹੋਣਾ ਹੈ ਹੋਣਾ। ਅੱਛਾ ਖੈਰ ਮੈਨੂੰ ਜਾਣਾ ਪੈਣਾ ਹੁਣ। ਹਾਂ ਅਸੀਂ ਵੀ ਚੱਲਦੇ ਹਾਂ ਹੁਣ ਸਾਰੇ ਜਣੇ। ਹੋ ਗਿਆ ਬੜੀ ਬਹਿਸ ਹੋਈ। ਬਾਏ 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 ਜੀ। ਅੱਜ ਤਾਂ ਡਾਕਟਰ ਸਾਹਿਬ ਬੜੀ ਮਹਿਸ ਹੋਈ, ਕੱਪੜੇ ਪਾੜਨ ਤੇ ਆ ਗਏ ਇੱਕ ਦੂਜੇ ਦੇ। ਨੂਰ ਸਰ ਕਿੱਥੇ ਗਏ? ਨੂਰ ਸਰ ਤੁਸੀਂ ਫੇਰ ਵੀ ਅੱਜ ਕੁਝ ਨਹੀਂ ਬੋਲੇ। ਬੀਬਾ ਜੀ ਮੈਂ ਸੁਣ ਰਿਹਾ ਹਾਂ ਬਹੁਤ ਕੁਛ ਤੇ ਬਹੁਤ ਅੱਛਾ ਲੱਗ ਰਿਹਾ। ਦੇਖੋ ਸੁਸਾਇਟੀ ਡਾਕਟਰ ਸਾਹਿਬ ਨੇ, ਕਿਉਂਕਿ ਮੇਰਾ ਬੇਸਿਕਲੀ ਮੈਂ ਦਿਹਾਤੀ ਬੱਚਾ ਹਾਂ ਤੇ ਤੁਸੀਂ ਮੇਰਾ ਖਿਆਲ ਸਾਰੇ ਲੋਕ ਥੋੜਾ ਦਿਹਾਤ ਨਾਲ ਤਾਲੁਕ ਰੱਖਦੇ ਹੋ ਕਿ ਉਹ ਦਿਹਾਤ ਜਿਹਦੇ ਚ ਅਸੀਂ ਰਹਿੰਦੇ ਸੀ, ਜਿੱਥੇ ਅਸੀਂ ਪਾਲੇ ਹਾਂ, ਬਚਪਨ ਜਿੱਥੇ ਸਾਡਾ ਗੁਜ਼ਰਿਆ, ਹੁਣ ਉਹ ਵਾਲੇ ਦਿਹਾਤ ਨਹੀਂ ਹੈ। ਉਹ ਦਿਹਾਤ ਅੱਗੇ ਜ਼ਰੂਰ ਵਧੇ ਨੇ, ਉਹਨਾਂ ਤਰੱਕੀ ਜ਼ਰੂਰ ਕੀਤੀ ਹੈ, ਲੇਕਿਨ ਉਹ ਤਰੱਕੀ ਦੇ ਨਾਲ ਨਾਲ ਕੁਛ ਉਹਨਾਂ ਦੀਆਂ ਮੁਸ਼ਕਲਾਂ ਵੀ ਬੜੀਆਂ। ਹੁਣ ਇਹ ਸਾਰੇ ਤੋੜ ਇਸ ਤਰ੍ਹਾਂ ਹੀ ਹੁੰਦੇ ਰਹਿਣੇ ਨੇ ਜੀ। ਇਹ ਜਿਹੜਾ ਵੇ ਬਿਹਤਰੀ ਵੀ ਅੱਗੇ ਆਏਗੀ, ਆਰਟੀਫਿਸ਼ਲ ਇੰਟੈਲੀਜੈਂਸ ਵੀ ਬਿਹਤਰੀ ਲਿਆਏਗੀ ਔਰ ਨਾਲ ਨਾਲ ਇਨਸਾਨ ਵਾਸਤੇ ਕੁਛ ਮੁਸ਼ਕਲਾਂ ਵੀ ਲਿਆਏਗੀ। ਉਹ ਮੁਸ਼ਕਲਾਂ ਦੀ ਕੀ ਸ਼ਾਇਦ ਉਹ ਅਸੀਂ ਇਸ ਲਈ ਨਹੀਂ ਕਹਿ ਸਕਦੇ। ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਉਸਲੇ ਜਿਹੜਾ ਵਾਈਵਾਨ ਸੀ ਉਹਨੂੰ ਪੈਦਾਵਾਰ ਜ਼ਮੀਨ ਕੋਲੋਂ ਲੈਣ ਲਈ ਇਨਪੁਟ ਉਹਨਾਂ ਨਹੀਂ ਸੀ ਪਾਉਣਾ ਪੈਂਦਾ, ਜਾਂ ਉਹਦੀ ਕੋਸਟ ਉਨੀ ਨਹੀਂ ਸੀ ਜਿੰਨੀ ਅੱਜ ਵਾਲੇ ਉਸ ਵਾਈਵਾਨ ਦੀ ਹੈ ਜਿਹੜਾ ਟਰੈਕਟਰ ਨਾਲ ਵਾਈ ਕਰਦਾ। ਨਹੀਂ ਇਹਦੇ ਨੂਰ ਸਾਹਿਬ ਤੁਸੀਂ ਜਿਹੜੀ ਉਹਦੀ ਜ਼ਾਤੀ ਹੈ ਨਾ ਉਹਨੂੰ ਤੁਸੀਂ ਡਿਸਕਾਊਂਟ ਕਰ ਰਹੇ ਹੋ। ਨਹੀਂ ਪਰ ਨੂਰ ਸਾਹਿਬ ਠੀਕ ਕਹਿ ਰਹੇ ਨੇ ਕਿ ਵੀ ਦੇਖੋ ਉਹ ਕਿਉਂਕਿ ਉਹ ਟਰੈਕਟਰ ਨਾਲ ਕਰ ਰਿਹਾ, ਉਹਨੇ 4-5 ਬੰਦਿਆਂ ਦੀ ਰੋਜ਼ੀ ਰੋਟੀ ਖੋਈ ਹੈ। ਨਾਟ ਖੋਈ ਹੈ, ਆਈ ਐਮ ਨਾਟ ਸੇਇੰਗ ਖੋਈ ਹੈ, ਪਰ ਉਹਦੀ ਗੁਆਚੀ ਹੈ। ਬਿਕੋਜ਼ ਜਿਹੜੇ ਕੰਮ 10 ਬੰਦੇ ਕਰਦੇ ਸੀ ਉਹ ਜੇ ਉਸ ਜ਼ਮੀਨ 'ਚ ਰੋਟੀ ਖਾਂਦੇ ਸੀ, ਉਹ ਹੁਣ ਇੱਕ ਬੰਦਾ ਕਰ ਰਿਹਾ। ਨਹੀਂ ਨੂਰ ਸਾਹਿਬ ਹੋਰ ਗੱਲ ਕਰ ਰਹੇ ਨੇ। ਉਹ ਇਹ ਕਰ ਰਹੇ ਨੇ ਕਿ ਹੁਣ ਜਿਹੜੀਆਂ ਐਗਰੀਕਲਚਰ ਦੇ ਵਿੱਚ ਜਿਹੜੀਆਂ ਇਨਪੁਟਸ ਨੇ ਉਹ ਇੰਨੀਆਂ ਐਕਸਪੈਂਸਿਵ ਨੇ ਕਿ ਜਿਹੜੇ ਉਹ ਕੌਮ ਵਾਲੇ ਨੇ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਔਰ ਇਹ ਆਲ ਓਵਰ ਦਾ ਵਰਲਡ ਇੰਜ ਹੀ ਹੈਗਾ। ਅਮਰੀਕਾ ਦੇ ਵਿੱਚ ਵੀ ਹਕੂਮਤ ਸਬਸਿਡਾਈਜ਼ ਕਰਦੀ ਹੈ ਐਗਰੀਕਲਚਰ ਨੂੰ, ਵਗਰਨਾ ਐਗਰੀਕਲਚਰ ਜਿਹੜਾ ਸਸਟੇਨੇਬਲ ਨਹੀਂ ਹੈਗਾ।
ਲੇਕਿਨ ਇਹਦੇ ਵਿੱਚ ਜਿਹੜੀ ਨੂਰ ਸਾਹਿਬ ਤੇ ਜਿਹੜੀ ਤੁਸੀਂ ਗੱਲ ਅਸਿਊਮ ਕਰ ਰਹੇ ਹੋ ਨਾ, ਜਿਹੜੀ ਤੁਸੀਂ ਗੱਲ ਨੂੰ ਇਗਨੋਰ ਕਰ ਰਹੇ ਹੋ ਕਿ ਫਰਜ਼ ਕਰੋ ਸਾਡੀ ਹੈਗੀ ਸੀ 1 ਮੁਰੱਬਾ ਜ਼ਮੀਨ, ਸਾਡੀ ਮੇਰੀ ਤੇ ਮੇਰੇ ਭਰਾ ਦੀ ਤੇ ਮੇਰੇ ਪਿਓ ਦੀ, ਤੇ ਉਹਦੇ ਵਿੱਚ ਮੇਰਾ ਭਰਾ ਤੇ ਉਹਦੇ ਨਾਲ ਇੱਕ ਫੁੱਲ ਪੂਰੇ ਸਾਲ ਲਈ ਇੱਕ ਨੌਕਰ ਰੱਖਿਆ ਜਾਂਦਾ ਸੀਗਾ। 2 ਬੰਦੇ ਸਵੇਰੇ 4 ਵਜੇ ਉੱਠਦੇ ਸਨ ਤੇ ਰਾਤ ਨੂੰ 8-9 ਵਜੇ ਤੱਕ ਉਹ ਕੰਮ ਕਰਦੇ ਰਹਿੰਦੇ ਸਨ, ਠੀਕ। ਤੇ ਤਾਂ ਜਾ ਕੇ ਜਿਹੜਾ ਹੈ ਉਹ 1 ਮੁਰੱਬੇ ਦੀ ਵਾਈ ਬੀਜੀ ਹੁੰਦੀ ਸੀਗੀ। ਹੁਣ ਜਿਹੜੀ ਵਾਈ ਬੀਜੀ ਹੈ 1 ਮੁਰੱਬੇ ਦੀ ਆ, ਉਹ ਤੇ ਹੁਣ ਚੰਦ ਮਿੰਟਾਂ ਦਾ ਕੰਮ ਹੈ, ਘੰਟਿਆਂ ਦਾ ਕੰਮ ਹੈ। ਹੁਣ ਜਿਹੜੀ ਐਗਰੀਕਲਚਰ ਦੇ ਵਿੱਚ ਜਿਹੜੀ ਤੁਸੀਂ ਫੀਨੋਮੀਨਾ ਦੱਸ ਰਹੇ ਹੋ ਨਾ, ਉਹਦੇ ਤੇ ਅਸੀਂ ਗੱਲ ਕਰ ਸਕਦੇ ਹਾਂ ਕਿਸੇ ਹੋਰ ਦੇ ਵਿੱਚ, ਇਹਦੇ ਵਿੱਚ ਹੀ ਬਹਿਸ ਕਰ ਸਕਦੇ ਹਾਂ ਅਸੀਂ। ਕਿਸੇ ਵਾਰੀ ਕਲਚਰ ਤੇ ਕਰ ਲਈਏ, ਐਗਰੀਕਲਚਰ 'ਚ ਕੀ ਹੋਇਆ ਵਾ, ਕਿਉਂ ਐਗਰੀਕਲਚਰ ਜਿਹੜਾ ਵਾਇਬਲ ਨਹੀਂ ਰਿਹਾ ਸਾਰੀ ਦੁਨੀਆ ਦੇ ਵਿੱਚ। ਇਹ ਜ਼ਰੂਰ ਕਰਿਆ ਜੇ, ਇਹ ਬੜਾ ਅੱਜ ਕੱਲ ਦਾ ਨਾ ਬੜਾ ਜ਼ਿਆਦਾ ਵਧੀਆ ਟਾਈਮ ਹੈ ਕਰਨ ਦਾ ਇਹ ਗੱਲ। ਹਾਂ, ਕਿਉਂਕਿ ਮੇਰੇ ਖਿਆਲ ਦੇ ਵਿੱਚ ਐਗਰੀਕਲਚਰ ਸਿਰਫ ਇਹ ਨਹੀਂ ਕਿ ਆਪਣਾ ਈਸਟ ਪੰਜਾਬ ਦੇ ਵਿੱਚ ਵਾਇਬਲ ਨਹੀਂ ਹੈਗਾ, ਬਲਕਿ ਇਹ ਜਿਹੜਾ ਐਗਰੀਕਲਚਰ ਹੈ ਉਹ ਅਮਰੀਕਾ 'ਚ ਵੀ ਵਾਇਬਲ ਨਹੀਂ ਹੈਗਾ। ਅਗਰ ਅਮਰੀਕੀ ਹਕੂਮਤ, ਯੂਰਪੀ ਹਕੂਮਤਾਂ ਜਿਹੜੀਆਂ ਨੇ ਇਹ ਸਬਸਿਡੀ ਜਿਹੜੀਆਂ ਬੰਦ ਕਰ ਦੇਣ ਐਗਰੀਕਲਚਰ ਨੂੰ, ਇਹਨਾਂ ਦਾ ਐਗਰੀਕਲਚਰ ਮੁੱਕ ਜਾਏਗਾ। ਲੇਕਿਨ ਇੱਥੇ ਪ੍ਰੋਬਲਮ ਇਹ ਹੈਗੀ ਹੈ ਕਿ ਅਮਰੀਕਾ ਔਰ ਯੂਰਪੀਅਨ ਮੁਲਕ ਜਿਹੜੇ ਨੇ ਉਹਨਾਂ ਕੋਲ ਇੰਨੀ ਸਰਪਲਸ ਹੈ ਵਾ ਕਿ ਉਹ ਸਬਸਿਡੀ ਦੇ ਸਕਦੇ ਨੇ। ਸਾਡੇ ਹਾਂ ਮਸਲਾ ਇਹ ਹੈਗਾ ਕਿ ਸਾਡੇ ਹਾਂ ਜਿਹੜੀ ਸਟੇਟ ਹੈ ਉਹਦੇ ਕੋਲ ਇੰਨੀ ਪੈਸੇ ਨਹੀਂ ਹੈਗੇ ਸਬਸਿਡੀ ਦੇ ਸਕਦੇ। ਲੇਕਿਨ ਇੱਕ ਪੈਸਾ ਕਿਉਂ ਨਾ ਅਸੀਂ ਕਰੀਏ ਕਿ ਅਗਲੀ ਵਾਰੀ ਐਗਰੀਕਲਚਰ ਤੇ ਇਹ ਕਿਉਂਕਿ ਵਰਲਡ ਵਾਈਡ ਫੀਨੋਮੀਨਾ ਆਇਆ ਇਸ ਵਕਤ ਐਗਰੀਕਲਚਰ ਦੀ ਡਾਊਨਫਾਲ, ਇਹ ਵਰਲਡ ਵਾਈਡ ਫੀਨੋਮੀਨਾ ਐਗਰੀਕਲਚਰ ਤੇ ਕਰਦੇ ਆ। ਅੱਛਾ, ਜਾਵੇਦ ਸਾਹਿਬ ਵੀ ਤਾਂ ਮੈਡੀਸਨ ਦੇ ਨਾਲ ਕੰਸਰਨਡ ਹੈ, ਉਹਨਾਂ ਦੀ ਕੋਈ ਤੁਹਾਡੀ ਕੁਐਸਚਨ ਵਗੈਰਾ ਹੋਵੇ ਜਾਵੇਦ ਸਾਹਿਬ? ਇਨਪੁਟ ਦੇਣ ਕੋਈ। ਜਨਾਬ ਮੈਂ ਤਾਂ ਸਿਰਫ ਸੁਣ ਰਿਹਾ ਜਨਾਬ, ਉਹ ਸਾਡਾ ਤੇ ਬੜਾ ਲਿਮਿਟਡ ਜੀ ਫੀਲਡ ਹੈਗੀ ਹੈ ਜੀ, ਸਿਰਫ ਡਾਇਗਨੋਸਟਿਕ ਦੇ ਹਵਾਲੇ ਨਾਲ ਨਾ ਜੀ। ਹਾਂਜੀ, ਤੇ ਬਾਕੀ ਮੈਂ ਤੇ ਤੁਹਾਡੇ ਕੋਲੋਂ ਸਿੱਖਣ ਆਉਂਦਾ ਜੀ, ਸੁਣਨ ਆਉਂਦਾ ਕੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ। ਹੈਲੋ ਡਾਕਟਰ ਸਾਹਿਬ, ਅਗਲਾ ਜਿਹੜਾ ਸੈਸ਼ਨ ਹੈ ਮੇਰੇ ਹਿਸਾਬ ਨਾਲ ਇਸ ਚੀਜ਼ ਤੇ ਹੋਣਾ ਚਾਹੀਦਾ ਵੀ ਜਿਹੜਾ ਇੰਡੀਆ ਵਿੱਚ ਸਬ ਕੰਟੀਨੈਂਟ ਵਿੱਚ ਜਿਹੜੇ ਸੋਸਾਇਟੀ 'ਚ ਚੇਂਜ ਆ ਰਹੇ ਨੇ ਵੀ ਉਹ ਕੀ ਨੇ, ਵੀ ਅੱਗੇ ਕਿਵੇਂ ਦੀ ਸੋਸਾਇਟੀ ਬਣ ਸਕਦੀ ਹੈ। ਯਾਰ ਆਪਾਂ ਵਿੰਦਰ ਜੀ ਕੋਈ 30-40 ਸਾਲਾਂ ਤੋਂ ਮੁਸਲਸਲ ਦੱਸ ਰਹੇ ਆ, ਲੇਕਿਨ ਕੁਝ ਹੁੰਦਾ ਹੀ ਨਹੀਂ ਹੈ। ਕਿਉਂਕਿ ਮੈਂ ਵੀ ਥੋੜਾ ਜਿਹਾ ਦੇਖ ਰਿਹਾ ਵੀ ਹੁਣ ਜਿਹੜੇ ਇੱਕ ਟਕਰਾਵ ਜਿਹਾ ਜਿਹੜਾ ਸੋਸਾਇਟੀ 'ਚ ਆ ਰਿਹਾ ਹੈ, ਇੰਡੀਅਨ ਸੋਸਾਇਟੀ 'ਚ, ਵੀ ਅੱਗੇ ਮੈਨੂੰ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਵਧੇਗਾ ਇਹ ਗੱਲ। ਜੇ ਤੇ ਤੁਸੀਂ ਸੋਸਾਇਟੀ ਦਾ ਟਕਰਾਅ ਸਮਝੋਗੇ ਤੇ ਫਿਰ ਤੁਹਾਨੂੰ ਸਮਝ ਨਹੀਂ ਆਏਗੀ। ਜੇ ਤੁਸੀਂ ਇਹਨੂੰ ਯੂਨੀਵਰਸਲ ਫਿਨੋਮੀਨਾ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਸ਼ਾਇਦ ਸਮਝ ਆ ਜਾਏਗਾ। ਹਾਂਜੀ ਹਾਂਜੀ। ਅਗਲੀ ਵਾਰੀ ਅਸੀਂ ਐਗਰੀਕਲਚਰ ਤੇ ਗੱਲ ਕਰਾਂਗੇ ਤੇ ਅਸੀਂ ਸਾਰੀ ਦੁਨੀਆ ਦੇ ਐਗਰੀਕਲਚਰ ਦੇ ਬਾਰੇ ਚ ਕਰਾਂਗੇ, ਔਰ ਜਿਹੜੇ ਮਸਾਇਲ ਨੇ ਉਹਨਾਂ ਨੂੰ ਦੇਖਾਂਗੇ ਕਿ ਕਿਆ ਉਹ ਪਾਰਟਿਕੂਲਰ ਨੇ, ਕਿੰਨੇ ਪਾਰਟਿਕੂਲਰ ਨੇ ਔਰ ਕਿੰਨੇ ਯੂਨੀਵਰਸਲ ਨੇ। ਚਲੋ ਠੀਕ ਹੈ, ਬਿਕੋਜ਼ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਉਸ ਗੱਲ ਨੂੰ ਸਮਝਾਂਗੇ ਉਹ ਹਰ ਪਹਿਲੂ ਦੇ ਵਿੱਚ ਇਹੀ ਏਦਾਂ ਹੀ ਡਾਊਨਫਾਲ ਆਉਣੀ ਆ, ਜਿੱਦਾਂ ਐਗਰੀਕਲਚਰ ਚਾਹੀਏ ਉਹ ਸਭ ਤੋਂ ਪਹਿਲਾਂ ਉਹਦੇ ਚ ਆ ਰਿਹਾ ਏਦਾਂ ਦਾ ਡਾਊਨਫਾਲ। ਹਾਂ ਬਿਲਕੁਲ, ਇਹ ਗੱਲ ਸਹੀ ਹੈਗੀ ਹੈ ਕਿ ਕਿਉਂਕਿ ਉੱਥੇ ਟੈਕਨੋਲੋਜੀ ਜਿਹੜੀ ਹੈ ਉਹ ਪ੍ਰਪੋਰਸ਼ਨਲੀ ਬਹੁਤ ਤੇਜ਼ ਵਧੀ ਹੈ ਤੇ ਅਜੇ ਬਾਕੀ ਚੀਜ਼ਾਂ 'ਚ ਵਧੀ ਨਹੀਂ ਹੈ। ਇਹ ਗੱਲ ਤੁਹਾਡੀ ਸਹੀ ਹੈ ਕਿ ਬਾਕੀ ਦਾ ਵੀ ਹਾਲ ਸ਼ਾਇਦ ਉਹੀ ਹੋਣਾ ਹੈ। ਤੇ ਜਿਹੜੀ ਇਹ ਕਹਿ ਜਾ ਰਿਹਾ ਨਾ ਦੁਨੀਆ ਦੇ ਵਿੱਚ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਜਿਵੇਂ ਦੇਖੋ ਨਾ, ਜਿਵੇਂ ਐਗਰੀਕਲਚਰ ਦੇ ਵਿੱਚ 20ਵੀਂ ਸਦੀ ਦੇ ਤੱਕ ਵੀ ਅਮਰੀਕਾ ਦੇ ਵਿੱਚ 50-55% ਬੰਦੇ ਕੰਮ ਕਰਦੇ ਸਨ ਐਗਰੀਕਲਚਰ ਸੈਕਟਰ ਦੇ ਵਿੱਚ, ਠੀਕ ਹੈ। ਉਹ ਟੋਟਲ ਕਰਦੇ ਨੇ 1.4% ਅਮਰੀਕਾ 'ਚ ਐਗਰੀਕਲਚਰ ਦੇ ਵਿੱਚ। ਅੱਛਾ, ਹੁਣ ਜੇ ਇਹ 1.4% ਰਹਿ ਗਏ ਨੇ, ਹੁਣ ਕਿਸੇ ਹੋਰ ਅਸੀਂ ਲੈ ਲਈਏ ਸੈਕਟਰ ਆਫ ਪ੍ਰੋਡਕਸ਼ਨ ਨੂੰ, ਕਾਰ ਪ੍ਰੋਡਕਸ਼ਨ ਲੈ ਲਓ। ਫਰਜ਼ ਕਰੋ ਕਿ ਇਸ ਵੇਲੇ
10 ਜਾਂ 15% ਜਿਹੜੀ ਅਮਰੀਕਾ ਦੀ ਪਾਪੂਲੇਸ਼ਨ ਹੈ, ਐਵੇਂ ਹਾਈਪੋਥੈਟਿਕਲੀ ਕਹਿ ਰਹੇ ਹਾਂ, ਉਹ ਕਾਰ ਪ੍ਰੋਡਕਸ਼ਨ ਦੇ ਵਿੱਚ ਲੱਗੀ ਹੋਈ ਹੈ। ਤੇ ਇਹ ਵੀ ਮੁਮਕਿਨ ਹੈ ਕਿ ਜਿਹੜੀ ਟੈਕਨੋਲੋਜੀ ਇੰਨੀ ਵੱਧ ਜਾਵੇ ਕਿ ਇਹ ਵੀ 20 ਸਾਲਾਂ ਤੋਂ ਬਾਅਦ 1.4% ਹੀ ਰਹਿ ਜਾਵੇ। ਇਹ ਕਹਿਣ ਦਾ ਮਤਲਬ। ਹਾਂ ਬਿਲਕੁਲ ਰਹਿ ਰਹੀ ਡਾਕਟਰ ਸਾਹਿਬ ਆਪਣੀ ਲਾਈਫ ਟਾਈਮ ਦੇ ਵਿੱਚ ਲਾਸਟ 20-30 ਜਿੱਦਾਂ ਫੋਰਡ ਪਹਿਲਾਂ ਦੇਖੋ ਤੁਸੀਂ, ਹੁਣ ਜਿੱਦਾਂ ਡਿਟਰੋਇਟ ਹੈ, ਉਹ ਡਿਟਰੋਇਟ ਤਾਂ ਹੀ ਖਤਮ ਹੋ ਰਿਹਾ ਬਿਕੋਜ਼ ਉੱਥੇ ਸਭ ਕੁਝ ਮੈਕਨਾਈਜ਼ਡ ਹੋ ਗਿਆ, ਸਾਰੀਆਂ ਚੀਜ਼ਾਂ ਦਾ, ਲੋਕਾਂ ਨੂੰ ਨੌਕਰੀਆਂ ਖਤਮ ਹੋ ਗਈਆਂ। ਬਿਲਕੁਲ ਬਿਲਕੁਲ ਇਹੋ ਤਾਂ ਗੱਲ ਹੈਗੀ ਆ। ਚਲੋ ਜੀ ਅਗਲੀ ਵਾਰ ਗੱਲ ਕਰਨੇ ਆ। ਚਲੋ ਸਰ, ਰੱਬ ਰੱਖਾ। ਥੈਂਕ ਯੂ ਵੈਰੀ ਵੈਰੀ ਮਚ। ਓਕੇ।